ਵੀ ਆਪਾਂ ਸੁਧਾਰ ਕਿਵੇਂ ਕਰਨਾ। ਦੇਖੋ ਜੇਲ੍ਹਾਂ ਦੇ ਵਿੱਚ ਦੋ ਇੱਕ ਕੰਮ ਹੋਣਾ ਚਾਹੀਦਾ। ਇੱਕ ਤਾਂ ਹਾਰਡਕੋਰ ਕ੍ਰਿਮੀਨਲ ਹੈ, 10 ਸਾਲ ਤੋਂ ਕ੍ਰਾਈਮ ਕਰਦਾ ਆ ਰਿਹਾ, 30 ਸਾਲ ਦਾ, 35 ਸਾਲ ਦਾ, 40 ਸਾਲ ਦਾ, ਉਹ ਲੋਕ ਅੱਡ ਹੋਣੇ ਚਾਹੀਦੇ ਆ। ਤੇ 18 ਸਾਲ ਤੋਂ 30 ਸਾਲ ਦੇ ਜਿਹੜੇ ਯੰਗ ਮੁੰਡੇ, ਨਵੇਂ ਮੁੰਡੇ, ਪੜ੍ਹੇ ਲਿਖੇ ਨੇ, ਕਿਸੇ ਕਾਲਜ ਚ ਐਡਮਿਸ਼ਨ ਹੈ, ਕਿਸੇ ਮਾੜੇ ਮੋਟੇ ਲੜਾਈ ਝਗੜੇ ਚ ਅੰਦਰ ਆ ਗਿਆ, ਉਹਨੂੰ ਉਹਨਾਂ ਨਾਲ ਕਿਉਂ ਰੱਖੋਗੇ ਯਾਰ ਤੁਸੀਂ? ਉਹ ਤਾਂ ਹਾਰਡਕੋਰ ਕ੍ਰਿਮੀਨਲ ਨੇ, ਉਹ ਥੋੜੀ ਸੁਧਾਰ। ਵੀਡੀਓ ਬਹੁਤ ਸਰਕੂਲੇਟ ਹੁੰਦੀ ਹੈ ਲਾਰੈਂਸ ਬਿਸ਼ਨੋਈ ਦੀ, ਜਿੱਥੇ ਵਿੱਕੀ ਮਿੱਡੂ ਖੇੜਾ ਖੜਿਆ ਨਾਲ, ਔਰ ਨਾਲ ਯੂਥ ਅਕਾਲੀ ਦਲ ਦਾ ਇੱਕ ਹੋਰ ਲੀਡਰ ਹੈ, ਚਲੋ ਆਪਾਂ ਨਾਂ ਨਹੀਂ ਲੈਂਦੇ, ਉਹ ਖੜੇ ਹੋਏ ਨੇ ਔਰ ਲਾਰੈਂਸ ਬਿਸ਼ਨੋਈ ਨੂੰ ਪ੍ਰਧਾਨ ਥਾਪਿਆ ਜਾ ਰਿਹਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਮੰਨ ਲਓ ਕਿਸੇ ਨੂੰ ਇਨਸਾਫ ਨਹੀਂ ਮਿਲਿਆ, ਕਿਤੇ ਕੋਈ ਪ੍ਰੋਬਲਮ ਹੋਈ, ਲੜਾਈ ਹੋਈ, ਝਗੜਾ ਹੋਇਆ ਤੇ ਕਿਸੇ ਨੂੰ ਅਸੈਸੀਨੇਸ਼ਨ ਹੋ ਗਈ, ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਦੂਸਰੇ ਕਿਸੇ ਵੀ ਬੰਦੇ ਦੇ ਨਾਲ ਲੱਗਦੇ ਨੂੰ ਤੁਸੀਂ ਮਾਰ ਦੋਗੇ। ਹੁਣ ਇੱਕ ਸਿੱਧੂ ਨੂੰ ਮਾਰ ਦੇਣਾ, ਵਿੱਕੀ ਨੂੰ ਮਾਰ ਦੇਣਾ, ਇਹ ਕੋਈ ਦੋਨੇ ਕ੍ਰਿਮੀਨਲ ਤਾਂ ਨਹੀਂ ਸੀਗੇ। ਦੇਖੋ ਸਿੱਧੂ ਮੂਸੇਵਾਲਾ ਵੀ ਇੱਥੇ ਆਇਆ ਸੀ, ਤੁਹਾਨੂੰ ਪਤਾ ਹੋਣਾ, ਸਿੱਧੂ ਮੂਸੇਵਾਲਾ ਇੱਥੇ ਹੋਮਲੈਂਡ 'ਚ ਆਇਆ ਸੀ, ਉਹਨੂੰ ਵੀ ਇੱਥੇ ਪ੍ਰੈਸ਼ਰਾਈਜ਼ ਕਰਿਆ ਗਿਆ ਵੀ ਫਲਾਨੀ ਕੰਪਨੀ ਨਾਲ ਬੌਂਡ ਕਰ, ਉਹਦੇ ਨਾਲ ਕਰ, ਉਹਦੇ ਨਾਲ ਕਰ, ਉਹ ਨਹੀਂ ਹੋਣਾ ਚਾਹੁੰਦਾ। ਵੈਪਨਸ, ਗਨ ਕਲਚਰ, ਇਹ ਹਮੇਸ਼ਾ ਤੋਂ ਹੀ ਆਪਣੇ ਕਲਚਰ ਦਾ ਪਾਰਟ ਰਿਹਾ। ਜੇ ਆਪਾਂ ਸਿੱਖ ਇਤਿਹਾਸ ਵੀ ਦੇਖੀਏ ਤਾਂ ਉਹਦੇ ਵਿੱਚ ਇੱਕ ਜਿਹੜਾ ਇੱਕ ਵੈਪਨ ਆ, ਉਹਦੀ ਇੰਪੋਰਟੈਂਸ। ਇਹ ਕਬੱਡੀ ਦੇ ਲੀਗਾਂ ਬਣੀਆਂ ਸੀ, ਇਹਦੇ ਵਿੱਚ ਇਹ ਲੜਾਈ ਸੀ, ਜਿਵੇਂ IPL ਦੀ ਤੇ ਇੱਕ ਹੋਰ ICL ਸ਼ੁਰੂ ਹੋਇਆ ਸੀ, ਯਾਦ ਜਦੋਂ IPL ਸ਼ੁਰੂ ਹੋਇਆ ਸੀ, ਕਪਿਲ ਦੇਵ ਹੋਰਾਂ ਨੇ ਇੱਕ ਹੋਰ ਬਣਾਇਆ ਸੀਗਾ, ਇਹੀ ਫਾਈਟ ਹੈ। ਹੁਣ ਜਿਹੜੇ ਵੱਡੇ ਪਲੇਅਰ ਜਿਹੜੇ ਆਉਂਦੇ ਆ ਕੁਝ ਤਾਂ ਉਹ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰਨ ਲਈ ਇੱਕ ਆਮ ਮੁੱਦਾ ਲਿਆਉਂਦੇ ਆ ਕਿ ਅਸੀਂ ਨਾਇਨਸਾਫੀ ਦੇ ਖਿਲਾਫ ਖੜੇ ਹੋ ਰਹੇ ਹਾਂ। ਜਿਵੇਂ ਇਨਸਾਫ ਤਾਂ ਤਦ ਮਿਲੇਗਾ ਨਾ ਜੀ ਜਦੋਂ ਉਹ ਬੰਦੇ ਜਿਨ੍ਹਾਂ ਨੇ ਉਹ ਪਲੈਨਿੰਗ ਅੱਜ ਤੋਂ 4 ਸਾਲ ਪਹਿਲਾਂ ਰਚੀ ਸੀ, ਉਹਨੂੰ ਤਾਂ ਧਮਕੀ ਤਾਂ 4 ਸਾਲ ਪਹਿਲਾਂ ਦੇ ਰਹੇ ਸੀਗੇ ਜੀ, ਹੁਣ ਥੋੜੀ ਧਮਕੀਆਂ ਦੇ ਰਹੇ ਸੀ ਉਹਨੂੰ। ਮੈਂ ਤਾਂ ਖੁਦ ਇਸ ਚੀਜ਼ ਨੂੰ ਜਾਣਦਾਗਾ, ਉਹਨੂੰ ਤਾਂ ਹਰ ਇੱਕ ਟਾਈਮ ਤੇ ਧਮਕੀ ਆਉਂਦੀ ਸੀ। ਇੰਟੈਲੀਜੈਂਟ ਬੰਦਾ ਅਗਰ ਕ੍ਰਾਈਮ 'ਚ ਜਾਂਦਾ ਉਹਨੂੰ ਤੁਸੀਂ, ਕਿਉਂਕਿ ਉਹ ਉਹਨਾਂ ਦੇ ਲੈਵਲ ਦੀ ਆ ਗਿਆ ਜਿਸ ਲੈਵਲ ਦੇ ਆਫੀਸਰਸ ਨੇ। ਜਦੋਂ ਸਾਬਕਾ ਗੈਂਗਸਟਰ ਆ ਕੇ ਪੋਲਿਟਿਕਸ ਦੇ ਵਿੱਚ ਸ਼ਾਮਿਲ ਹੁੰਦੇ ਆ, ਕੀ ਆਪਾਂ ਐਜ਼ ਏ ਵੋਟਰ ਉਹਨਾਂ ਨੂੰ ਐਕਸੈਪਟ ਕਰਦੇ ਹਾਂ? ਔਰ ਤੀਸਰਾ ਸਵਾਲ, ਹੁਣ ਲੱਕੀ ਸਿਧਾਣੇ ਦੀ ਐਗਜ਼ਾਮਪਲ ਹੈ, ਜੇ ਐਤਕੀ ਆ ਬਦਲਾਵ ਦੀ ਹਨੇਰੀ ਨਾ ਚੱਲੀ ਹੁੰਦੀ ਨਾ, ਐਤਕੀ ਲੱਕਾ ਸਿਧਾਣਾ ਜਿੱਤ ਜਾਣਾ ਸੀ, ਸੋ ਕੁਦਰਤ ਨੇ ਉਹਨੂੰ ਰੋਕਤਾ ਜਿੱਤਣ ਤੋਂ। ਵੈਲਕਮ ਬੈਕ, ਮੈਂ ਮਨਵੀਰ ਕੌਰ। ਪੰਜਾਬ ਦੀ ਨੌਜਵਾਨੀ ਦਾ ਆਪਣਾ ਸ਼ੋਅ ਯੂਥ ਬੋਲਦਾ, ਜਿਹਦੇ ਵਿੱਚ ਨੌਜਵਾਨੀ ਦੇ ਵਿਚਾਰ ਕੀ ਨੇ, ਕੀ ਸੋਚਦੇ ਨੇ ਹਾਲਾਤਾਂ ਬਾਰੇ, ਪਿਛੋਕੜ ਬਾਰੇ, ਉਹਨਾਂ ਨੂੰ ਕਲੀਅਰ ਕਰਨ ਦੀਆਂ, ਉਹਨਾਂ ਨੂੰ ਤੁਹਾਡੇ ਅੱਗੇ ਰੱਖਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਅੱਜ ਦਾ ਪ੍ਰੋਗਰਾਮ ਜਿਹਦੇ 'ਚ ਆਪਾਂ ਗੱਲ ਕਰਾਂਗੇ ਗੈਂਗਸਟਰਵਾਦ ਦੇ ਰਾਹ ਪਿਆ ਪੰਜਾਬ ਦਾ ਨੌਜਵਾਨ। ਪੰਜਾਬ ਦੀ ਨੌਜਵਾਨੀ ਅਗਰ ਇਹਦੇ ਵਿੱਚ ਹਿੱਸੇਦਾਰ ਨਹੀਂ ਹੈ ਤਾਂ ਇਹਨੂੰ ਐਪਰੀਸ਼ੀਏਟ ਵੀ ਕਰਦੀ ਰਹੀ ਹੈ। ਇਹ ਤਾਂ ਹੁਣ ਲੇਟਲੀ ਹੀ ਜਦੋਂ ਦਿਲ ਦਾ ਨਹੀਂ ਮਾੜਾ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ, ਉਸ ਤੋਂ ਬਾਅਦ ਇੱਕ ਉਬਾਲ ਜਿਹੜਾ ਆ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਅੱਜ ਦੀ ਵਿਚਾਰ ਚਰਚਾ 'ਚ ਇਸੇ ਗੱਲ ਨੂੰ ਕਿ ਇਹਨਾਂ ਗੈਂਗਸਟਰਾਂ ਦੇ ਪਿੱਛੇ ਕਿਹੜੇ ਕਨੈਕਸ਼ਨ ਨੇ, ਕਿਹੜੇ ਫੈਕਟਰ ਨੇ, ਕਿ ਆਮ ਘਰਾਂ ਦੇ ਮੁੰਡੇ, ਚੰਗੇ ਭਲੇ ਬੱਚੇ ਜਿਹੜੇ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ 'ਚ ਪੜ੍ਹਨ ਲਈ ਗਏ ਔਰ ਕੀ ਬਣ ਗਏ। ਔਰ ਨਾਲ ਹੀ ਗੱਲ ਕਰਾਂਗੇ ਮਿਊਜ਼ਿਕ ਇੰਡਸਟਰੀ ਦਾ ਕੀ ਕਨੈਕਸ਼ਨ ਹੈ, ਸਾਡੀ ਰਾਜਨੀਤੀ ਔਰ ਰਾਜਨੀਤਿਕ ਲੋਕਾਂ ਦਾ ਇਹਨਾਂ ਗੈਂਗਸਟਰਾਂ ਦੇ ਪਿੱਛੇ ਕੀ ਕਨੈਕਸ਼ਨ ਨੇ, ਔਰ ਸਾਡੇ ਪੰਜਾਬ ਦੇ ਗਾਣਿਆਂ ਨੇ, ਹਾਲਾਤਾਂ ਨੇ ਕਿਵੇਂ ਇਹਨਾਂ ਨੂੰ ਐਗਜ਼ੈਜਰੇਟ ਕੀਤਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਦੀ ਹਾਂ, ਮੇਰੇ ਨਾਲ ਦੋ ਸਾਡੇ ਨੌਜਵਾਨ ਨੇ। ਨੰਬਰ 1 ਇਜ਼ ਆਕਾਸ਼ਦੀਪ ਵਿਰਕ। ਆਕਾਸ਼ਦੀਪ ਵਿਰਕ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ, ਔਰ ਦੂਸਰੇ ਨਾਲ ਨੇ ਵਰਿੰਦਰ ਸਿੰਘ ਟਾਂਟੀਵਾਲ। ਵਰਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਦੇ ਨਾਲ 2002-03 ਤੋਂ ਜੁੜੇ ਹੋਏ ਨੇ, ਬਹੁਤ ਐਕਸਪੀਰੀਅੰਸ ਰੱਖਦੇ ਨੇ ਜੋ ਵੀ ਘਟਨਾਕ੍ਰਮ ਉੱਥੇ ਵਾਪਰੇ। ਆਪਾਂ ਡਿੰਪੀ ਚੰਦਪਾਨ ਦੇ ਟਾਈਮ ਤੇ ਪਿੱਛੇ ਜਾ ਕੇ ਗੱਲ ਨਾ ਕਰਕੇ ਆਪਾਂ ਜੋ 2000 ਤੋਂ ਬਾਅਦ ਦੀ ਘਟਨਾਕ੍ਰਮ ਨੇ, ਆ ਜਿਹੜੇ ਮੁੰਡੇ ਆਏ ਨੇ ਇਸ ਦੁਨੀਆ ਦੇ ਵਿੱਚ, ਇਸ ਗੈਂਗਸਟਰਵਾਦ ਦੀ ਦੁਨੀਆ 'ਚ, ਉਹਨਾਂ ਦੀ ਗੱਲ ਕਰਾਂਗੇ। ਸੋ ਵਰਿੰਦਰ ਇਜ਼ ਐਬਸੋਲਿਊਟਲੀ ਦ ਰਾਈਟ ਕੈਂਡੀਡੇਟ ਟੂ ਟਾਕ ਔਨ ਦਿਸ। ਸਾਲ 2003 ਤੋਂ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਤੁਸੀਂ ਵੇਖਿਆ ਛੋਟੇ ਛੋਟੇ ਜਵਾਕਾਂ ਨੂੰ ਜਿਹੜੇ ਯੂਨੀਵਰਸਿਟੀ 'ਚ ਪੜ੍ਹਨ ਆਏ ਸੀ, ਐਂਡ ਉਹਨਾਂ ਦੇ ਵਿੱਚੋਂ ਕੁਛ ਇੱਕ ਬਹੁਤ ਵੱਡਾ ਨਾਮ ਗੈਂਗਸਟਰਵਾਦ ਬਣ ਕੇ ਉੱਭਰ ਕੇ ਸਾਹਮਣੇ, ਇੱਕ ਸਿੰਡੀਕੇਟ, ਕ੍ਰਾਈਮ ਸਿੰਡੀਕੇਟ ਬਣ ਕੇ ਸਾਹਮਣੇ ਆਏ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹ ਇੱਕ ਡਰਾਵਣੀਆਂ ਸ਼ਖਸੀਅਤਾਂ ਲੱਗਣ ਲੱਗ ਗਿਆ। ਉਹ ਮੁੰਡਾ ਜਿਹਦੇ ਤੋਂ ਕਦੀ ਬੋਲਿਆ ਨਹੀਂ ਸੀ ਜਾਂਦਾ, ਲਾਰੈਂਸ ਬਿਸ਼ਨੋਈ ਤੋਂ, ਜਿਹੜਾ ਸ਼ਰਮਾਉਂਦਾ ਸੀ ਬੋਲਣ ਲੱਗੇ। ਤੁਸੀਂ ਉਸ ਹਾਲਾਤ ਦੇ ਵਿੱਚ ਯੂਨੀਵਰਸਿਟੀ 'ਚ ਸੀਗੇ। ਮੈਂ ਇੱਥੇ ਗੱਲ ਇਹ ਵੀ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਇੱਕ ਵੀਡੀਓ ਬਹੁਤ ਸਰਕੂਲੇਟ ਹੁੰਦੀ ਹੈ ਲਾਰੈਂਸ ਬਿਸ਼ਨੋਈ ਦੀ, ਜਿੱਥੇ ਵਿੱਕੀ ਮਿੱਡੂ ਖੇੜਾ ਖੜਿਆ ਨਾਲ, ਔਰ ਨਾਲ ਯੂਥ ਅਕਾਲੀ ਦਲ ਦਾ ਇੱਕ ਹੋਰ ਲੀਡਰ ਆ, ਚਲੋ ਆਪਾਂ ਨਾਂ ਨਹੀਂ ਲੈਂਦੇ, ਉਹ ਖੜੇ ਹੋਏ ਨੇ ਔਰ ਲਾਰੈਂਸ ਬਿਸ਼ਨੋਈ ਨੂੰ ਪ੍ਰਧਾਨ ਥਾਪਿਆ ਜਾ ਰਿਹਾ। ਉਹ ਕੀ ਮਾਹੌਲ ਸੀ ਯੂਨੀਵਰਸਿਟੀ ਦਾ, ਤੁਸੀਂ ਐਕਸਪਲੇਨ ਕਰ ਸਕਦੇ ਹੋ? ਹਾਂਜੀ, ਉਹ ਐਕਚੁਅਲੀ ਜੋ ਹੈ ਉਹ ਨਾ ਲਾਰੈਂਸ ਨੂੰ ਪਾਰਟੀ ਪ੍ਰੈਜ਼ੀਡੈਂਟ ਕਹਿ ਲਓ ਅਨਾਉਂਸ ਕਰਨ ਦੀ ਉਹ ਇੱਕ ਜੋ ਰੱਖਦੇ ਆ ਪ੍ਰੋਗਰਾਮ, ਉਹ ਸੀਗਾ, ਔਰ ਉਹ DAV ਕਾਲਜ ਦਾ ਸੀਗਾ, ਅਪਰੋਕਸੀਮੇਟਲੀ 2010 ਜਾਂ 11 ਦਾ ਹੋਏਗਾ। ਤੇ ਉਦੋਂ ਕੀ ਹੁੰਦਾ ਸੀ ਵੀ ਕੋਈ ਵੀ ਜੋ ਤੁਹਾਡੇ ਸੀਨੀਅਰ, ਇਮੀਡੀਏਟ ਸੀਨੀਅਰ ਹੁੰਦੇ ਨੇ ਨਾ,
ਉਹ ਨੈਕਸਟ ਪ੍ਰੈਜ਼ੀਡੈਂਟ ਨੂੰ ਪਬਲਿਕਲੀ ਅਨਾਉਂਸ ਕਰਦੇ ਨੇ, ਚਾਹੇ ਉਹ ਯੂਨੀਵਰਸਿਟੀ ਹੁੰਦੀ ਸੀਗੀ, ਅਸੀਂ ਚਨਕਾਰ ਦੇ ਉੱਪਰ ਜਾਂ ਆਗਾਜ਼ ਦੇ ਉੱਪਰ ਨੈਕਸਟ ਸਾਡੇ ਆਉਣ ਵਾਲੇ ਜੋ ਬੰਦੇ ਜਿਨ੍ਹਾਂ ਨੇ ਪਾਰਟੀ ਨੂੰ ਰਨ ਕਰਨਾ ਹੁੰਦਾ ਉਹਨਾਂ ਨੂੰ ਆਪਾਂ ਅਨਾਉਂਸ ਕਰਦੇ ਹਾਂ। ਸੋ ਉਹ ਬੜੀ ਉਹਦੇ ਅਰਲੀ ਸਟੇਜ ਦੀ ਵੀਡੀਓ ਹੈਗੀ, ਉਦੋਂ ਬੜੇ ਛੋਟੇ ਮੇਬੀ ਸੈਕੰਡ ਈਅਰ 'ਚ ਹੋਏਗਾ BA ਦੇ, ਤੇ ਉਦੋਂ ਉਹਨੂੰ ਅਨਾਉਂਸ ਕੀਤਾ ਗਿਆ ਸੀਗਾ ਪਾਰਟੀ ਪ੍ਰੈਜ਼ੀਡੈਂਟ। ਲਾਰੈਂਸ ਤਾਂ ਉਸ ਟਾਈਮ ਤਾਂ ਬੋਲਿਆ ਨਹੀਂ ਸੀ ਜਾ ਰਿਹਾ, ਉਸ ਟਾਈਮ ਉਹ ਸ਼ਰਮਾ ਰਿਹਾ ਸੀਗਾ, ਤਾਂ ਫਿਰ ਉਹ ਇੰਨਾ ਇੱਕ ਘਾਤਕ ਗੈਂਗਸਟਰ ਜਿਹਨੂੰ ਅੱਜ ਕਹਿ ਕੇ ਬੁਲਾਉਂਦੀ ਆ ਪੁਲਿਸ ਵੱਲੋਂ, ਇੱਕ ਟੈਗ ਉਹਨੂੰ ਦਿੱਤਾ ਗਿਆ, ਔਰ ਉਹਦੇ ਬਾਅਦ 'ਚ ਕਾਰਨਾਮੇ ਵੀ ਏਦਾਂ ਦੇ ਸਾਹਮਣੇ ਆਏ। ਇਹ ਜਿਹੜਾ ਪਰਿਵਰਤਨ ਆਇਆ, ਇਹ ਬਦਲਾਵ ਆਇਆ, ਇਹਦੇ ਪਿਛਲੇ ਕੀ ਕਾਰਨ ਸੀਗੇ? ਕਿ ਯੂਨੀਵਰਸਿਟੀ ਬਰੀਡਿੰਗ ਗਰਾਊਂਡ ਆਫ ਗੈਂਗਸਟਰ ਸੀਗੀ, ਕਿ ਉੱਥੋਂ ਏਦਾਂ ਦੇ ਗੈਂਗਸਟਰ, ਗੋਲਡੀ ਬਰਾੜ ਵੀ ਉੱਥੋਂ ਦਾ ਹੀ ਸੀ, ਲਾਰੈਂਸ ਬਿਸ਼ਨੋਈ ਵੀ ਸੀ, ਇਸ ਤੋਂ ਇਲਾਵਾ ਹੋਰ ਵੀ ਬਹੁਤ ਮੁੰਡੇ ਸੀ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਜੋ ਹਟ ਗਏ, ਜੋ ਪਿੱਛੇ ਹਟ ਗਏ ਇਹਨਾਂ ਕ੍ਰਾਈਮ ਦੀ ਦੁਨੀਆ ਤੋਂ, ਇੱਕ ਵਾਰੀ ਇੱਕ ਦੋ ਪਰਚੇ ਪਏ ਔਰ ਉਸ ਤੋਂ ਬਾਅਦ ਸਮਝ ਗਏ। ਸੋ ਕਿਹੜੇ ਫੈਕਟਰ ਸੀ ਜਿਨ੍ਹਾਂ ਨੇ ਇੱਕ ਤਰ੍ਹਾਂ ਦੇ ਨਾਲ ਐਨਕਰੇਜ ਕੀਤਾ ਇਸ ਪਾਸੇ ਨੂੰ? ਦੇਖੋ, ਜਦੋਂ ਤੁਸੀਂ ਯੂਨੀਵਰਸਿਟੀ 'ਚ ਆਉਂਦੇ ਹੋ ਨਾ, ਯੂਨੀਵਰਸਿਟੀ 'ਚ ਤੁਸੀਂ ਯੰਗ ਹੁੰਦੇ ਹੋ, ਥੋੜਾ ਯੰਗ ਬਲੱਡ ਹੁੰਦਾ, ਤੁਸੀਂ ਬਹੁਤ ਕੁਝ ਕਰਨਾ ਚਾਹੁੰਦੇ ਹੋ, ਬਹੁਤ ਸੁਪਨੇ ਲੈ ਕੇ ਆਉਂਦੇ ਹੋ, ਕੋਈ ਪੜ੍ਹਾਈ ਦੇ ਰਿਲੇਟਡ ਲੈ ਕੇ ਆਉਂਦਾ, ਕੋਈ ਸਪੋਰਟਸ ਦੇ ਲੈ ਕੇ ਆਉਂਦਾ, ਕੋਈ ਕੁਛ ਨਾ ਕਰਦੇ ਹੋ। ਤੇ ਇੱਥੇ ਆ ਕੇ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਕਟਿਵ ਹੁੰਦੇ ਹੋ ਨਾ। ਕਾਫੀ ਵੱਡੀ ਯੂਨੀਵਰਸਿਟੀ ਹੈ, ਉਹਦੇ ਕਰਕੇ ਇਲੈਕਸ਼ਨ ਵੀ ਕਾਫੀ ਵੱਡੀ ਹੁੰਦੀ ਹੈ, ਬਹੁਤ ਗਲੋਰੀਅਸ ਕਹਿ ਲਓ, ਜਾਂ ਚੰਗਾ ਲੱਗਦਾ ਉਸ ਟਾਈਮ ਬੰਦੇ ਨੂੰ ਐਕਟਿਵਲੀ ਪਾਰਟ ਲੈਣਾ ਇਹਦੇ ਵਿੱਚ, ਹਨਾ। ਉਹਦੇ ਵਿੱਚ ਜਦੋਂ ਫਿਰ ਜੋ ਯੰਗ ਧੜੇ ਨੇ, ਗਰਮ ਖੂਨ ਨੇ, ਤੇ ਆਪਸ ਦੇ ਵਿੱਚ ਥੋੜਾ ਕਹਾ ਸੁਣੀ ਬਹਿਸ ਵਸਾਈ ਹੋ ਜਾਣਾ, ਇਹ ਸੁਭਾਵਿਕ ਹੈ, ਇਹ ਹਰ ਤਾਂ ਹੀ ਹੁੰਦੀ ਹੈ। ਤਾਂ ਮਤਲਬ ਕੋਈ ਯੰਗ ਨਹੀਂ ਕਰਦੇ, ਵੱਡੇ ਵੀ ਕਰ ਲੈਂਦੇ, ਜਿੱਥੇ ਕੋਈ ਮਤਭੇਦ ਹੁੰਦੇ ਆ ਤਾਂ ਜਿਵੇਂ ਆਪਾਂ ਵੱਡੇ ਲੀਡਰ ਦੇਖਦੇ ਹਾਂ, ਉਹ ਵੀ ਤਾਂ ਗਰਮੋ ਗਰਮੀ ਆਪਸ 'ਚ ਹੋ ਜਾਂਦੇ ਨੇ, ਇੰਨੇ ਸਿਆਣੇ ਨੇ, ਇੰਨੇ ਐਕਸਪੀਰੀਅੰਸ ਨੇ, ਉਹ ਤਾਂ ਯੰਗ ਨੇ, ਉਹਨਾਂ ਨੂੰ ਤਾਂ ਪਤਾ ਨਹੀਂ ਹੈ ਹਜੇ, ਹਨਾ, ਵੀ ਸਾਡੇ ਲਈ ਕੀ ਚੰਗਾ ਕੀ ਨਹੀਂ ਹੈ। ਸੋ ਇਹਦੇ ਜੋ ਮੈਨੂੰ ਇਹ ਲੱਗਦਾ ਬੇਸਿਕ ਕਾਰਨ ਕੀ ਹੈ ਨਾ, ਵੀ ਜਦੋਂ ਯੂਨੀਵਰਸਿਟੀ ਤੁਸੀਂ ਆਉਂਦੇ ਹੋ, ਤੁਸੀਂ ਜਿਹੜੇ ਝਗੜੇ ਹੁੰਦੇ ਨੇ, ਹੌਲੀ ਹੌਲੀ ਉਹ ਝਗੜੇ ਨਾ ਥੋੜੇ ਵੱਡੇ ਹੁੰਦੇ ਜਾਂਦੇ ਨੇ, ਫਿਰ ਜਦੋਂ ਤੁਸੀਂ ਮੂਵ ਔਨ ਕਰਦੇ ਜਾਂਦੇ ਹੋ, ਤੁਹਾਡੀ ਦੁਸ਼ਮਣੀ ਵੱਧਦੀ ਜਾਂਦੀ ਹੈ। ਤੇ ਉਸ ਤੋਂ ਬਾਅਦ ਜਦੋਂ ਉਹੀ ਟਾਈਮ ਸੀ ਜਦੋਂ ਵੈਪਨਸ ਆਏ ਹੈ, ਉਦੋਂ ਪਹਿਲਾਂ ਕਦੇ ਤੁਸੀਂ ਹਾਂ, ਉਹ ਡਿੰਪੀ ਚੰਦਪਾਲ ਵੇਲੇ ਕਹਿ ਲਓ, ਜਾਂ ਉਦੋਂ ਪਹਿਲਾਂ, ਉਦੋਂ ਇੰਸੀਡੈਂਟ ਵੇਲੇ ਥੋੜੇ ਵੈਪਨ ਆਏ ਸੀ, ਪਰ ਤੁਸੀਂ 1997-98 ਤੋਂ ਲੈ ਕੇ 2010 ਤੱਕ ਤੁਹਾਨੂੰ ਕੋਈ ਇਨਸੀਡੈਂਟ ਨਹੀਂ ਮਿਲੂਗਾ ਜਿੱਥੇ ਕੋਈ ਬਹੁਤ ਵੱਡਾ ਵੈਪਨ ਕੋਈ ਯੂਜ਼ ਕੀਤਾ ਗਿਆ ਹੋਵੇ, ਹਨਾ, ਨਹੀਂ ਹੋਏ ਸੀਗੇ। ਉਸ ਤੋਂ ਬਾਅਦ ਥੋੜੇ ਇਹ ਐਕਟਿਵ ਹੋਏ ਨੇ, ਹਾਲਾਤ ਵੀ ਬਹੁਤ ਹੁੰਦੇ ਆ ਜੀ, ਤੁਸੀਂ ਲੜਦੇ ਹੋ, ਝਗੜਦੇ ਹੋ, ਤੁਸੀਂ ਜਦੋਂ ਜੇਲ੍ਹਾਂ 'ਚ ਜਾਂਦੇ ਹੋ, ਯੰਗ ਮੁੰਡਾ ਜੇਲ੍ਹ ਜਾਂਦਾ, ਉੱਥੇ ਉਹਨੂੰ ਕੀ ਮਿਲੂਗਾ? ਉਹਨੂੰ ਕੋਈ ਪੜ੍ਹੇ ਲਿਖੇ ਲੋਕ ਤਾਂ ਮਿਲਣੇ ਨਹੀਂ ਹੈ, ਉਹ ਲੋਕ ਮਿਲਦੇ ਨੇ, ਫਿਰ ਉਹ ਆਪਸ 'ਚ ਕਿ ਉਹ ਮੁੰਡਾ ਯੰਗ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਵੀ ਮੇਰੇ ਅੱਗੇ ਆਉਣ ਵਾਲੇ ਸਮੇਂ 'ਚ ਮੇਰਾ ਕੀ ਹਸ਼ਰ ਹੋਊਗਾ ਇਸ ਚੀਜ਼ ਦਾ। ਉਹ ਉਹਨਾਂ ਨੂੰ ਐਂ ਲੱਗਦਾ ਸ਼ਾਇਦ ਮੇਰੀ ਸੇਫਟੀ ਵਾਸਤੇ ਨੇ, ਅਸੀਂ ਤੈਨੂੰ ਬਚਾ ਲਾਂਗੇ, ਤੈਨੂੰ ਐਂ ਕਰ ਲਾਂਗੇ, ਸਾਡੇ ਨਾਲ ਚੱਲ ਜਾ। ਉੱਥੋਂ ਬਾਹਰ ਆ ਕੇ ਫਿਰ ਇਸ ਚੀਜ਼ ਦਾ ਪਾਰਟ ਬਣਦੇ ਰਹਿੰਦੇ ਨੇ, ਤੇ ਹੌਲੀ ਹੌਲੀ ਕਿ ਤੁਹਾਨੂੰ ਕਈਆਂ ਨੂੰ ਮੌਕਾ, ਕਈਆਂ ਦੇ ਪੇਰੈਂਟਸ ਆਉਂਦੇ ਨੇ, ਮੁੰਡਿਆਂ ਨੂੰ ਕਿੰਨਿਆਂ ਨੂੰ ਲੈ ਕੇ ਗਏ ਸਾਡੇ ਸਾਹਮਣੇ ਯੂਨੀਵਰਸਿਟੀ ਤੋਂ, ਉਹਨਾਂ ਤੇ ਰਿਸਟ੍ਰਿਕਸ਼ਨਸ ਲੱਗਦੀਆਂ ਸੀ ਬਹੁਤ ਜ਼ਿਆਦਾ, ਵਾਪਸ ਲੈ ਜਾਂਦੇ ਸੀ, ਐਜੂਕੇਸ਼ਨ ਵੀ ਪੂਰੀ ਨਹੀਂ ਹੋਣ ਦਿੰਦੇ ਸੀ, ਉਹਨਾਂ ਦੇ ਫਾਦਰ ਆਉਂਦੇ ਵਾਪਸ ਲੈ ਜਾਂਦੇ ਤੇ ਮੁੜ ਕੇ ਵਾਪਸ ਨਹੀਂ ਆਉਣ ਦਿੱਤਾ। ਸੋ ਹਾਲਾਤ ਨੇ, ਕਈਆਂ ਨੂੰ ਮਤਲਬ ਕਹਿੰਦਾ ਮੁੜਨਾ ਮਿਲ ਜਾਂਦਾ ਹੈ, ਪਰ ਕਈ ਨਹੀਂ ਮੁੜਦੇ। ਪਰ ਇਹਨਾਂ ਦੇ ਜਿਹੜੇ ਹਾਲਾਤ ਨੇ ਨਾ ਬੜੇ, ਜਦੋਂ ਆਪਾਂ ਲੰਬੀ ਚੀਜ਼ 'ਚ ਗੱਲ ਕਰਾਂਗੇ, ਇਹ ਪੋਲੀਟੀਕਲੀ ਵੀ ਯੂਜ਼ ਹੋ ਜਾਂਦੇ ਨੇ। ਯੰਗ ਮੁੰਡਾ ਹੁੰਦਾ, ਜਿਹੜੇ ਆਪਾਂ ਇਹਦੇ ਤੇ ਆਉਨੇ ਆ, ਇਹਦੇ ਤੇ ਆਉਨੇ ਆ ਆਪਾਂ, ਇਹਦਾ ਜਿਹੜਾ ਪੋਲੀਟੀਕਲ ਲਿੰਕ ਹੈ। ਆਕਾਸ਼, ਜਦੋਂ ਲਾਰੈਂਸ ਬਿਸ਼ਨੋਈ ਦੀ ਆਪਾਂ ਗੱਲ ਕਰਦੇ ਹਾਂ ਤਾਂ ਲਾਰੈਂਸ ਬਿਸ਼ਨੋਈ ਹੀ ਇੱਕ ਤਰ੍ਹਾਂ ਦੇ ਨਾਲ ਇੱਕ ਵੱਡਾ ਨਾਮ ਹੈ, ਇੱਕ ਕਲਟ ਲੀਡਰ ਗੈਂਗ ਬਣ ਗਿਆ ਉਹਦਾ, ਹਨਾ। ਉਹਦੀ ਸ਼ੁਰੂਆਤ ਹੋਈ ਜਿਸ ਤਰ੍ਹਾਂ, ਔਰ ਉਹਦੇ 'ਚ ਇੱਕ ਫੈਕਟਰ ਮੈਨੂੰ ਲੱਗਦਾ ਸੋਸ਼ਲ ਮੀਡੀਆ ਵੀ ਹੈਗਾ, ਔਰ ਆਪਣੇ ਪੰਜਾਬੀਆਂ ਦੇ ਵਿੱਚ ਇੱਕ ਜਿਹੜੀ ਨੈਰੇਟਿਵ ਹੈਗਾ ਵੀ ਅਣਖੀ ਹੁੰਦੇ ਨੇ, ਇਹਨਾਂ ਦੇ ਖੂਨ ਦੇ ਵਿੱਚ ਨਾਬਰੀ ਹੁੰਦੀ ਹੈ, ਬਾਗੀ ਹੁੰਦੇ ਨੇ। ਕੀ ਲੱਗਦਾ ਵੀ ਇਹ ਵੀ ਫੈਕਟਰਸ ਨੇ ਕਿਵੇਂ ਰੋਲ ਪਲੇ ਕੀਤਾ? ਨਹੀਂ, ਬਿਲਕੁਲ ਇਹ ਚੀਜ਼ ਨਾਲ ਮੈਂ ਐਗਰੀ ਕਰਦਾ ਕਿ ਜਿਹੜੇ ਇੱਕ ਸੋਸ਼ਲ ਫੈਕਟਰਸ ਹੁੰਦੇ ਨੇ, ਜੋ ਸੁਭਾਅ ਬਾਗੀ ਹੁੰਦਾ, ਰਿਬੈਲੀਅਸ ਹੁੰਦਾ। ਬਾਕੀ ਜਿਵੇਂ ਬਾਈ ਜੀ ਨੇ ਕਿਹਾ ਕਿ ਯੂਨੀਵਰਸਿਟੀ 'ਚ ਜਦੋਂ ਕੋਈ ਐਂਟਰ ਕਰਦਾ ਜਾਂ ਕਿਸੇ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਐਂਟਰ ਕਰਦਾ, ਤਾਂ ਉੱਥੇ ਆਹ ਚੀਜ਼ਾਂ ਹੋਣੀਆਂ, ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸੁਭਾਵਿਕ ਨੇ। ਪਰ ਅਲਟੀਮੇਟਲੀ ਇੱਕੋ ਟਾਈਮ ਤੁਹਾਨੂੰ ਸਹੀ ਪਤਾ ਹੋਣਾ ਚਾਹੀਦਾ ਹੈ, ਤੁਹਾਨੂੰ ਰਿਅਲਾਈਜੇਸ਼ਨ ਹੋਣੀ ਚਾਹੀਦੀ ਹੈ ਵੀ ਤੁਸੀਂ ਇਹਨਾਂ ਕੰਮਾਂ ਤੋਂ ਵਾਪਸ ਕਦੋਂ ਮੁੜਨਾ। ਪਰ ਜਦੋਂ ਤੁਸੀਂ ਜੇਲ੍ਹ ਜਾਂਦੇ ਹੋ ਜਾਂ ਕੁਝ ਐਦਾਂ ਦੇ ਹੋਰ ਕੰਮਾਂ 'ਚ ਅੱਗੇ ਵੱਧਦੇ ਹੋ, ਤਾਂ ਜਿਹੜਾ ਇੱਕ ਪੋਲੀਟੀਕਲ ਫੈਕਟਰ ਪਲੇ ਕਰਦਾ, ਆਈ ਥਿੰਕ ਉਹਦਾ ਵੀ ਬਹੁਤ ਵੱਡਾ ਰੋਲ ਆ। ਕਿਉਂਕਿ ਜਦੋਂ ਫਿਰ ਬਾਅਦ ਦੇ ਵਿੱਚ ਇੱਕ ਨੈਕਸਸ ਬਣਦਾ, ਪੋਲੀਟੀਕਲ ਤੇ ਮਾਫੀਆ ਦਾ ਨੈਕਸਸ ਬਣਦਾ, ਉਹ ਚੀਜ਼ਾਂ ਇਹਨੂੰ ਹੋਰ ਅੱਗੇ ਵਧਾਉਂਦੀਆਂ। ਜਾਂ ਫਿਰ ਜਦੋਂ ਹੁਣ ਤੁਸੀਂ ਦੇਖੋ, ਇਨਸਾਫ ਨਹੀਂ ਮਿਲਣਾ ਕਈ ਚੀਜ਼ਾਂ ਦਾ। ਹੁਣ ਰੀਸੈਂਟ ਇਨਸੀਡੈਂਟਸ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ, ਜਾਂ ਆਪਾਂ ਪੁਰਾਣੀ ਗੱਲ ਕਰੀਏ ਵਿੱਕੀ ਮਿੱਡੂ ਖੇੜਾ, ਇਹਨਾਂ ਦਾ ਮੁਹਾਲੀ ਦੇ ਵਿੱਚ ਮਰਡਰ ਹੁੰਦਾ, ਤੇ ਉਸ ਚੀਜ਼ ਦਾ ਇਨਸਾਫ ਹਜੇ ਤੱਕ ਜਦੋਂ ਨਹੀਂ ਮਿਲਦਾ, ਜਾਂ ਇਹਨਾਂ ਗੱਲਾਂ ਦਾ ਇਨਸਾਫ ਨਹੀਂ ਮਿਲਦਾ, ਤਾਂ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਉਹ ਇੱਕ ਕਿਤੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇੱਕ ਗੱਲ ਰਹਿੰਦੀ ਹੈ
ਕਿ ਜਦੋਂ ਸਰਕਾਰਾਂ ਵੱਲੋਂ ਇਹਨਾਂ ਚੀਜ਼ਾਂ ਦਾ ਇਨਸਾਫ ਨਹੀਂ ਦਿੱਤਾ ਜਾ ਸਕਦਾ ਤਾਂ ਫਿਰ ਸ਼ਾਇਦ ਕਿਸੇ ਨੂੰ ਕਦੇ ਆਪ ਹੀ ਹੀਲਾ ਵਸੀਲਾ ਕਰਨਾ ਪੈ ਜਾਂਦਾ। ਆਈ ਥਿੰਕ ਇਹ ਪੋਲੀਟੀਕਲ ਰੀਜ਼ਨਸ ਰਹਿੰਦੇ ਨੇ ਕਿ ਹੈਗੇ ਨੇ। ਗੈਂਗਸਟਰਿਜ਼ਮ ਵੱਧਦਾ, ਉਹੀ ਬੈਕਅਪ ਕਰਦੇ ਨੇ ਤੇ ਜਦੋਂ ਅਲਟੀਮੇਟਲੀ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਹੁਣ ਸ਼ਾਇਦ ਇਹ ਸਾਡੇ ਕੰਮ ਦੇ ਨਹੀਂ ਰਹੇ, ਉਹ ਆਪ ਹੀ ਉਹਨਾਂ ਨੂੰ ਅੰਦਰ ਕਰਾ ਦਿੰਦੇ ਨੇ, ਖਤਮ ਕਰਾ ਦਿੰਦੇ ਨੇ। ਵਰਿੰਦਰ ਜੀ, ਗੱਲ ਜੋ ਆਕਾਸ਼ ਨੇ ਕਹੀ ਹੈ ਕਿ ਇਨਸਾਫ ਨਹੀਂ ਮਿਲਦਾ, ਅਗਰ ਆਪਾਂ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਗੋਲਡੀ ਬਰਾੜ ਦੀ ਇੱਕ ਕਾਲ ਇੱਕ ਵੱਡੇ ਪੱਤਰਕਾਰ ਦੇ ਨਾਲ ਅਗਰ ਆਪਾਂ ਸੁਣੀ ਹੋਵੇ ਤਾਂ ਉਹਦੇ 'ਚ ਵੀ ਉਹ ਕਹਿੰਦਾ ਇੱਕ ਚੀਜ਼ ਨੂੰ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਮੇਰੇ ਭਰਾ ਦੀ ਮੌਤ ਦਾ। ਇਹ ਵੀ ਇੱਕ ਕਾਰਨ ਹੈ ਕਿ ਜਿਹੜਾ ਆਪਣੀ ਪੁਲਿਸ ਸਿਸਟਮ ਆ ਔਰ ਆਪਣਾ ਜੁਡੀਸ਼ੀਅਲ ਸਿਸਟਮ ਆ, ਇਹ ਪੈਦਾ ਕਰਦਾ ਆ, ਮਜਬੂਰ ਕਰਦਾ ਕੁਝ ਲੋਕਾਂ ਨੂੰ, ਜਾਂ ਹੋ ਸਕਦਾ ਕਿ ਇਹ ਗੈਂਗਸਟਰ ਬਹਾਨਾ ਹੀ ਲੱਭ ਰਹੇ ਹੋਣ ਕਿ ਅਸੀਂ ਲੋਕਾਂ ਸਾਹਮਣੇ ਆਪਣੀ ਸਫਾਈ ਦੇਣੀ ਹੈ, ਕਿਸੇ ਤਰ੍ਹਾਂ ਦੇਵਾਂਗੇ। ਨਹੀਂ ਦੇਖੋ, ਇਨਸਾਫ ਕੀ ਨਹੀਂ ਇਨਸਾਫ ਮਿਲਿਆ ਤੁਹਾਨੂੰ? ਤੁਸੀਂ ਜਦੋਂ ਕੋਈ ਗੱਲ ਕਰੋ ਕਿਤੇ ਪਬਲਿਕਲੀ ਤੁਸੀਂ ਗੱਲ ਕਰੀ ਆ ਕਿ ਕੀ ਨਹੀਂ ਇਨਸਾਫ ਮਿਲਿਆ। ਹੁਣ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਮੰਨ ਲਓ ਕਿਸੇ ਨੂੰ ਇਨਸਾਫ ਨਹੀਂ ਮਿਲਿਆ, ਕਿਤੇ ਕੋਈ ਪ੍ਰੋਬਲਮ ਹੋਈ, ਲੜਾਈ ਹੋਈ, ਝਗੜਾ ਹੋਇਆ ਤੇ ਕਿਸੇ ਨੂੰ ਅਸੈਸੀਨੇਸ਼ਨ ਹੋ ਗਈ, ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਦੂਸਰੇ ਕਿਸੇ ਵੀ ਬੰਦੇ ਦੇ ਨਾਲ ਲੱਗਦੇ ਨੂੰ ਤੁਸੀਂ ਮਾਰ ਦੋਗੇ। ਹੁਣ ਇੱਕ ਸਿੱਧੂ ਨੂੰ ਮਾਰ ਦੇਣਾ, ਵਿੱਕੀ ਨੂੰ ਮਾਰ ਦੇਣਾ, ਇਹ ਕੋਈ ਦੋਨੇ ਕ੍ਰਿਮੀਨਲ ਤਾਂ ਨਹੀਂ ਸੀਗੇ। ਕੋਈ ਇਹਨਾਂ ਦੇ ਉੱਪਰ ਕੋਈ ਐਸਾ ਕਹਿ ਦਈਏ, ਸਿੱਧੂ ਮੂਸੇਵਾਲਾ ਤਾਂ ਆਪਣੇ ਲਈ ਕਿੱਡੀ ਵੱਡਾ ਇੱਕ ਪ੍ਰਾਈਡ ਸੀਗਾ, ਆਪਣੇ ਪੰਜਾਬੀ ਕੌਮ ਨੂੰ, ਸਿੱਖ ਧਰਮ ਨੂੰ, ਜਾਂ ਆਪਣੇ ਏਰੀਆ ਨੂੰ, ਦੇਸ਼ ਨੂੰ ਕਿੱਡੇ ਵੱਡੇ ਲੈਵਲ ਤੇ ਉਹ ਲੈ ਗਿਆ ਸੀ। ਉਹਨੇ ਕੀ ਕ੍ਰਾਈਮ ਕਰਿਆ ਸੀ? ਕੋਈ ਹੁਣ ਚਲੋ ਹੁਣ ਦੱਸ ਦਿਓ ਸਿੱਧੂ, ਹੁਣ ਜੇ ਆਪਾਂ ਉਹਨਾਂ ਦੀ ਗੱਲ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਵੇਂ ਮਿਲੂਗਾ? ਫਿਰ ਹੁਣ ਇਹ ਲੋਕਾਂ ਨੂੰ ਮਾਰਨ ਲੱਗ ਜਾਣ, ਲੋਕ ਹੁਣ ਇੱਕ ਦੂਜੇ ਨੂੰ ਮਾਰਨ ਲੱਗ ਜਾਓਗੇ, ਫਿਰ ਇਨਸਾਫ ਮਿਲ ਜੂਗਾ? ਇੱਕ ਤਾਂ ਗਿਆ, ਬਾਕੀ ਤੁਸੀਂ 10 ਨੂੰ ਮਾਰੋਗੇ। ਸੰਦੀਪ ਨੰਗਲੰਬੀਆ ਨੂੰ ਮਾਰਿਆ, ਉਹਨੂੰ ਇਨਸਾਫ ਕੌਣ ਦੇਊਗਾ? ਕੀ ਪ੍ਰੋਬਲਮ? ਇਹ ਸਿਰਫ ਔਰ ਸਿਰਫ ਪਤਾ ਕੀ ਹੈ ਜੀ, ਇਹ ਜਿਵੇਂ ਬਾਲੀਵੁੱਡ ਦੇ ਵਿੱਚ ਉਸ ਟਾਈਮ ਦੇ ਜਿਹੜੇ 90s ਜਾਂ 80s ਦੇ ਵਿੱਚ ਸੀਗੇ ਨਾ, ਕੰਟਰੋਲ ਕਰਨਾ ਚਾਹੁੰਦੇ ਆ, ਮਨੀ ਬਹੁਤ ਇਨਵੋਲਵ ਹੈ, 70,000 ਕਰੋੜ ਐਨੂਅਲ ਇਹਦੀ ਆਪਣੀ ਪੰਜਾਬੀ ਇੰਡਸਟਰੀ ਦੀ ਉਹ ਹੈ, ਬਜਟ ਹੈ ਇਹਦਾ। ਹੁਣ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼, ਆਪਣੇ ਮਿਊਜ਼ਿਕ ਬਹੁਤ ਵਧੀਆ ਹੈਗਾ, ਮੂਵੀਜ਼ ਦੀ ਵੀ ਕੁਆਲਿਟੀ ਬਹੁਤ ਵਧੀਆ ਹੈ, ਇਹ ਤੁਹਾਨੂੰ ਕੰਟਰੋਲ ਕਰਨਾ ਚਾਹੁੰਦੇ ਆ। ਸਿੱਧੂ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਸੀ, ਇਹ ਗੱਲ ਤਾਂ ਨਿਕਲ ਕੇ ਆ ਰਹੀ ਹੈ, ਉਹਦੇ ਫਾਦਰ ਸਾਹਿਬ ਵੀ ਇਹੀ ਗੱਲ ਕਹਿ ਰਹੇ ਨੇ। ਉਹ ਚਾਹੁੰਦੇ ਸੀ ਵੀ ਸਾਡੇ ਨਾਲ ਬੌਂਡ ਹੋ, ਤੇਰੀ ਹਰ ਚੀਜ਼ ਅਸੀਂ ਡਿਸਾਈਡ ਕਰਾਂਗੇ, ਤੂੰ ਕਿਹਦੇ ਨਾਲ ਗਾਣਾ, ਤੂੰ ਕਿੱਥੇ ਸ਼ੋਅ ਲਾਉਣੇ ਆ, ਕਿੰਨੇ ਸ਼ੋਅ ਲਾਉਣੇ ਆ, ਤੇਰੀ ਇੰਸਟਾਗ੍ਰਾਮ ਤੇ ਕਿਹੜੀ ਪੋਸਟ ਪੈਣੀ ਹੈ, ਕਿਹੜੀ ਚੀਜ਼ ਦੀ ਐਡ ਕਰਨੀ ਹੈ, ਕਿਸੇ ਕੰਪਨੀ ਦੀ ਐਡ ਕਰਨੀ ਹੈ, ਨਹੀਂ ਕਰਨੀ ਹੈ। ਕਰਦੇ ਆ ਨਾ ਮਿਊਜ਼ਿਕ ਵਾਲੇ, ਕਿੰਨੀਆਂ ਐਡਾਂ ਕਰਦੇ ਨੇ, ਕਿਸੇ ਗੱਡੀਆਂ ਦੀ ਵੀ ਐਡ ਕਰਦੇ ਨੇ, ਹੋਰ ਚੀਜ਼ਾਂ ਦੀ ਬਥੇਰੀ ਐਡ ਕਰਦੇ ਨੇ। ਇਹ ਚਾਹੁੰਦੇ ਸੀ ਵੀ ਇਹ ਵੱਡਾ ਬਹੁਤ ਸੀਗਾ ਜੀ, ਬਹੁਤ ਜ਼ਿਆਦਾ, ਔਰ ਅੱਗੇ ਇਹਨੇ ਹੋਰ ਬਹੁਤ ਵੱਡਾ ਬਣਨਾ ਸੀ ਆ ਕੇ, ਹਨਾ। ਸੋ ਇਹ ਰੌਲਾ ਮਨੀ ਦਾ, ਕੋਈ ਮਤਲਬ ਹੋਰ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ। ਪਹਿਲਾਂ ਉੱਥੇ ਜਿਵੇਂ ਦਾਊਦ ਵਰਗੇ ਉੱਥੇ ਕੰਟਰੋਲ ਕਰਦੇ ਸੀ, ਗੁਲਸ਼ਨ ਕੁਮਾਰ ਨੂੰ ਕਿਉਂ ਮਾਰਿਆ ਸੀ? ਉਹ ਟੀ ਸੀਰੀਜ਼ ਕੰਪਨੀ ਨੂੰ ਆਪਣੇ ਕੰਟਰੋਲ ਕਰਨਾ ਚਾਹੁੰਦੇ ਸੀ, ਸਾਡੇ ਹਿਸਾਬ ਨਾਲ ਚੱਲ, ਜਿਹੜਾ ਅਸੀਂ ਸਿੰਗਰ ਕਹਿੰਦੇ ਆ ਉਹਨੂੰ ਗਾਣਾ ਗਵਾ, ਦੂਸਰਿਆਂ ਨੂੰ ਨਾ ਗਵਾ, ਅਸੀਂ ਤਾਂ ਦੱਸਾਂਗੇ ਕੌਣ ਗਾਊਗਾ, ਕਿਹਦਾ ਐਲਬਮ ਰਿਲੀਜ਼ ਹੋਏਗੀ। ਇੱਥੇ ਵੀ ਤਾਂ ਇਹੀ ਹੋ ਰਿਹਾ, ਗੱਲਾਂ ਨਿਕਲ ਕੇ ਬਾਹਰ ਆਉਂਦੀਆਂ, ਕੌਣ ਸ਼ੋਅ ਲਾਊਗਾ, ਕਿੱਥੇ ਲਾਊਗਾ, ਉਹ ਚੋਂ ਪੈਸਾ ਆਊਗਾ, ਕਿੰਨਾ ਆਊਗਾ। ਇਹ ਦਿੱਕਤ ਹੈ ਇਹਦੀ। ਹੋਰ ਮੈਨੂੰ ਲੱਗਦਾ ਨਹੀਂ, ਬਾਕੀ ਗੱਲਾਂ ਛੋਟੀਆਂ ਮੋਟੀਆਂ ਨੇ, ਪਰ ਇਹ ਕੋਈ ਮੈਨੂੰ ਲੱਗਦਾ ਨਹੀਂ ਹੈ ਵੀ ਏਡੀਆਂ ਗੱਲਾਂ ਹੈਗੀਆਂ ਜੋ ਕਹਿ ਰਹੇ ਵੀ ਸਿਸਟਮ ਨੂੰ ਬਲੇਮ ਕਰਨਾ। ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਸਿਰਫ ਇਹਨਾਂ ਦੀ ਮਨਸ਼ਾ ਪੈਸਾ ਕਮਾਉਣ ਦੀ ਆ, ਔਰ ਪੈਸਾ ਕਮਾ ਕੇ ਜਿਹੜਾ ਕਾਲੀ ਕਮਾਈ ਆ ਉਹਨੂੰ ਲਾਉਣਾ ਵੀ ਕਿੱਥੇ ਆ, ਇਹ ਵੀ ਇਹਨਾਂ ਦਾ ਇੱਕ ਹੈਗਾ। ਕਿਉਂਕਿ ਆਪਾਂ ਨੂੰ ਇਹ ਵੀ ਸੁਣਨ ਨੂੰ ਆ ਰਿਹਾ ਹੈ ਅੱਜ ਕੱਲ੍ਹ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਿਹੜੇ ਗੈਂਗਸਟਰਸ ਆ ਉਹਨਾਂ ਦੀ ਕਾਲੀ ਕਮਾਈ ਜਿਹੜੀ ਆ ਉਹ ਇਨਵੈਸਟ ਹੋ ਚੁੱਕੀ ਹੈ ਕਈ ਕੰਪਨੀਆਂ ਦੀ ਫਾਰਮ 'ਚ। ਹੁਣ ਇੱਥੇ ਦੋ ਸਵਾਲ, ਜਦੋਂ ਮਿਊਜ਼ਿਕ ਇੰਡਸਟਰੀ ਦੀ ਗੱਲ ਆਉਂਦੀ ਹੈ, ਦੋ ਸਵਾਲ ਆਉਂਦੇ ਆ। ਪਹਿਲਾ ਆਉਂਦਾ ਹੈ ਕਿ ਇਹ ਜਿਹੜੇ ਗਾਣੇ ਨੇ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ। ਬਹੁਤ ਗਾਣੇ, ਸਿੱਧੂ ਮੂਸੇਵਾਲੇ ਦੇ ਵੀ ਕਈ ਗਾਣੇ ਸੀ ਜਿਹੜੇ ਇੱਕ ਬਹੁਤ ਐਕਸਟ੍ਰੀਮ ਲੈਵਲ ਤੇ ਜਾ ਕੇ ਉਸ ਅਣਖ ਦੇ ਕਨਸੈਪਟ ਨੂੰ, ਜਿਉਣਾ ਮੋੜ ਦੇ ਕਨਸੈਪਟ ਨੂੰ, ਹਰ ਇੱਕ ਉਹ ਨਾਬਰੀ ਨੂੰ ਜਿਹੜੀ ਉਹ ਦੱਸੀ ਜਾਂਦੀ ਹੈ, ਕਹੀ ਜਾਂਦੀ ਆ ਵੀ ਬਲੱਡ ਦੇ ਵਿੱਚ ਆ, ਉਹਨੂੰ ਪ੍ਰਮੋਟ ਕਰਦੇ ਸੀ, ਗਨ ਕਲਚਰ ਨੂੰ ਆਪਾਂ ਕਹਿ ਲਈਏ। ਔਰ ਦੂਸਰੀ ਗੱਲ ਆ, ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹਨਾਂ ਗੈਂਗਸਟਰਸ ਦਾ ਪੈਸਾ ਲੱਗਣਾ। ਇਹ ਦੋਨੋਂ ਸਵਾਲ ਆ। ਪਹਿਲਾਂ ਮੈਂ ਤੁਹਾਡੇ ਕੋਲ ਪੈਸੇ ਵਾਲਾ ਸਵਾਲ ਵਰਿੰਦਰ ਜੀ ਤੁਹਾਡੇ ਤੋਂ ਲੈ ਕੇ ਜਾਵਾਂਗੀ, ਆਕਾਸ਼ ਨੈਕਸਟ ਤੁਹਾਡੇ ਤੋਂ, ਕਿ ਇਹ ਜਿਹੜਾ ਗੈਂਗਸਟਰਸ ਦਾ ਪੈਸਾ ਸਾਡੇ ਸਿੰਗਰਾਂ ਦੇ ਪ੍ਰੋਜੈਕਟਾਂ ਦੇ ਵਿੱਚ, ਕੰਪਨੀਆਂ 'ਚ ਲੱਗਦਾ ਹੈ, ਗਾਣੇ ਗਵਾਏ ਜਾਂਦੇ ਨੇ, ਇਹ ਵੀ ਮੈਨੂੰ ਸੁਣਨ ਨੂੰ ਮਿਲਿਆ। ਹੁਣ ਆਈ ਡੋਂਟ ਨੋ, ਇਹ ਤਾਂ ਪੁਲਿਸ ਸਾਡੇ ਸਾਹਮਣੇ ਕੱਢ ਕੇ ਫੈਕਟ ਰੱਖੇ ਤਾਂ ਸਾਨੂੰ ਪਤਾ ਲੱਗੇਗਾ। ਦੇਖੋ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਤਾਂ ਦੇਖੋ ਹੈ, ਆਪਾਂ ਕੁਝ ਕਹਿ ਦਈਏ ਕੌਣ ਕਰਦੇ, ਦੇਖੋ ਕੁਝ ਤਾਂ ਡਰਦੇ ਕਰਦੇ ਆ। ਦੇਖੋ ਜੀ, ਜਦੋਂ ਤੁਸੀਂ ਇੱਕ ਆਮ ਕੋਈ ਸਿੰਗਰ ਹੈਗਾ, ਉਹ ਕਿੰਨਾ ਕੁ ਆਪਣੇ ਆਪ ਨੂੰ ਸੇਵ ਕਰ ਲਏਗਾ। ਹੁਣ ਜਿਵੇਂ ਸਿੱਧੂ ਮੂਸੇਵਾਲੇ ਨੂੰ ਅਸੈਸੀਨੇਟ ਕਰਿਆ ਹੈਗਾ, ਉਹਦੇ ਲਈ ਕਿੰਨਾ ਡਰ ਜਾਣਗੇ ਸਾਰੇ ਲੋਕ ਇਹ। ਤੇ ਉਹਨੂੰ ਹੁਣ ਕੋਈ ਫੋਨ ਵੀ ਕਰੇਗਾ ਤਾਂ ਬੰਦਾ ਭੱਜ ਕੇ ਕਹੇਗਾ ਯਾਰ ਵੀ ਕੋਈ ਦੋ ਗਾਣੇ ਹੀ ਗਾਉਣੇ ਆ, ਕਿੱਡੀ ਗੱਲ ਆ ਯਾਰ, ਗਾਣੇ ਗਾ ਦਿੰਦੇ ਆ, ਜਾਨ ਤਾਂ ਬਚੂਗਾ। ਤੇ ਬੰਦਾ ਕਿਵੇਂ ਆਪਣੇ ਆਪ ਨੂੰ ਬਚਾ ਲੂਗਾ, ਹਨਾ। ਤਾਂ ਸੋ ਇਹ ਗੱਲਾਂ ਨੇ ਵੀ ਇਹ ਕੰਟਰੋਲ ਕਰਨਾ ਚਾਹੁੰਦਾ, ਕੌਣ ਕਰਨਾ ਚਾਹੁੰਦਾ, ਪਹਿਲਾਂ ਇਹ ਪਤਾ ਤਾਂ ਲੱਗੇ ਨਾ, ਕੌਣ ਕਰ ਰਿਹਾ, ਕਿਵੇਂ ਕਰ ਰਿਹਾ, ਕਿੱਥੋਂ ਕਰ ਰਿਹਾ। ਜਿੰਨਾ ਚਿਰ ਇਹ ਗੱਲਾਂ ਕਲੀਅਰ ਨਹੀਂ ਹੋਣਗੀਆਂ, ਆਪਾਂ ਇੱਥੇ ਬੈਠੇ ਕਹੀ ਜਾਈਏ ਵੀ ਕਰਨਾ, ਹਾਂ ਹੋ ਸਕਦਾ, ਇਹਦੀ ਪੋਸੀਬਿਲਿਟੀ ਬਹੁਤ ਜ਼ਿਆਦਾ ਹੈ। ਔਰ ਫਿਰ ਇਹ ਦੇਖਣ ਵਾਲੀ ਗੱਲ ਹੈ ਵੀ ਕਿਹੜੇ ਕਿਹੜੇ ਸਿੰਗਰ ਨੇ ਜੋ ਇਹਦੇ ਵਿੱਚ ਐਕਟਿਵਲੀ ਪਾਰਟ ਲੈਂਦੇ ਨੇ।
ਜੋ ਅੱਗੇ ਸਿੰਗਰਾਂ ਨੂੰ ਕਨਵਿੰਸ ਕਰਦੇ ਨੇ ਵੀ ਤੁਸੀਂ ਫਲਾਨੀ ਕੰਪਨੀ ਨਾਲ ਜੁੜੋ, ਉਹਦੇ ਨਾਲ ਤੁਸੀਂ 5 ਸਾਲ ਦਾ ਕੰਟਰੈਕਟ ਕਰੋ ਜਾਂ ਨਾ ਕਰੋ। ਇਹ ਇਨਵੈਸਟੀਗੇਸ਼ਨ ਦਾ ਦੇਖੋ ਵਿਸ਼ਾ ਤਾਂ ਹੈ, ਪਰ ਆਪਾਂ ਇਹਨੂੰ ਸਾਰੇ ਕੁਝ ਡਰ ਕੇ ਕਰਦੇ ਆ, ਕੁਝ ਨਾਲ ਮਿਲੇ ਆ, ਕਿਸੇ ਨੂੰ 4 ਪੈਸੇ ਬਣਦੇ ਆ। ਹੋ ਸਕਦਾ ਮਿਊਜ਼ਿਕ ਵਾਲਿਆਂ ਦੇ ਨਾਲ ਕੋਈ ਸਿੰਗਰ ਆਪ ਨਾ ਕਰਦਾ ਹੋਵੇ, ਉਹਨਾਂ ਦੇ ਨਾਲ ਕੋਈ ਜਿਹੜੇ ਬੰਦੇ ਐਸੋਸੀਏਟ ਨੇ ਉਹ ਕਰਦੇ ਹੋਣਗੇ, ਜੋ ਇੱਕ ਆਮ ਬੰਦਾ ਹੁੰਦਾ ਗਾ। ਇਹ ਦੇਖੋ ਸਿੱਧੂ ਮੂਸੇਵਾਲਾ ਵੀ ਇੱਥੇ ਆਇਆ ਸੀ, ਤੁਹਾਨੂੰ ਪਤਾ ਹੋਣਾ, ਸਿੱਧੂ ਮੂਸੇਵਾਲਾ ਇੱਥੇ ਹੋਮਲੈਂਡ 'ਚ ਆਇਆ ਸੀ, ਰਿਹਾ ਸੀ 2-2.5 ਮਹੀਨੇ। ਤਾਂ ਇੱਥੇ ਜਿਹੜਾ ਹੋਮਲੈਂਡ ਹੈ ਨਾ, ਇੱਥੇ ਬਹੁਤ ਸਾਰੇ ਸਿੰਗਰ ਹੀ ਬੈਠੇ ਆ, ਕਲਾਕਾਰ ਹੀ ਬੈਠੇ ਆ, ਉਹਨਾਂ ਨੇ ਇੱਥੇ ਕੰਪਨੀ ਨੇ ਵੀ ਉਹਨੂੰ ਲੈ ਕੇ ਦਿੱਤੇ ਹੋਏ ਨੇ ਫਲੈਟਸ ਵਗੈਰਾ। ਉਹ ਜਦੋਂ ਇੱਥੇ ਆਇਆ ਉਹਨੂੰ ਵੀ ਇੱਥੇ ਪ੍ਰੈਸ਼ਰਾਈਜ਼ ਕਰਿਆ ਗਿਆ, ਤੂੰ ਫਲਾਨੀ ਕੰਪਨੀ ਨਾਲ ਬੌਂਡ ਕਰ, ਉਹਦੇ ਨਾਲ ਕਰ, ਉਹਦੇ ਨਾਲ ਕਰ। ਉਹ ਨਹੀਂ ਹੋਣਾ ਚਾਹੁੰਦਾ ਸੀ, ਇਸ ਲਈ ਉਹਨੇ ਗਾਣੇ 'ਚ ਵੀ ਕਿਹਾ ਮੈਂ ਕਿਸੇ ਨਾਲ ਬੌਂਡ ਨਹੀਂ ਹੁੰਦਾ, ਨਾ ਮੈਂ ਹੋਣਾ। ਇੱਥੇ ਉਹਨੂੰ ਪ੍ਰੈਸ਼ਰਾਈਜ਼ ਕਰਿਆ ਗਿਆ ਸਾਰਿਆਂ ਵੱਲੋਂ, ਤਾਂ ਹੀ ਉਹ ਛੱਡ ਕੇ ਆਪਦੇ ਪਿੰਡ ਜਾ ਕੇ ਬੈਠਿਆ। ਸੋ ਇਹਨੂੰ ਕਬੱਡੀ ਦੇ ਵਿੱਚ ਵੀ, ਕਬੱਡੀ ਚ ਵੀ ਜੀ, ਕਬੱਡੀ 'ਚ ਦੇਖੋ, ਕਬੱਡੀ 'ਚ ਪਹਿਲਾਂ ਨਹੀਂ ਸੀ ਪੈਸਾ ਇੰਨਾ, ਪਹਿਲਾਂ ਬਾਹਰ ਦੇ ਜਿਹੜੇ ਪ੍ਰਮੋਟਰ ਸੀ ਨਾ ਉਹਨਾਂ ਕੋਲ ਪੈਸੇ ਹੁੰਦੇ ਸੀਗੇ, ਉਹ ਜਦੋਂ ਬਾਹਰ ਕੋਈ ਖੇਡਣ ਜਾਂਦਾ ਨਾ ਉੱਥੇ 4 ਪੈਸੇ ਬਣਦੇ ਸੀਗੇ। ਇੰਡੀਆ 'ਚ ਠੀਕ ਹੈ ਥੋੜਾ ਵਧੀਆ ਚੱਲਦਾ ਸੀਗਾ, ਵੱਡੇ ਵੱਡੇ ਨਾਮ ਚੱਲਦੇ ਸੀਗੇ, ਇੰਨਾ ਨਹੀਂ, ਕਿਉਂਕਿ ਟਰਾਂਸਪੋਰਟੇਸ਼ਨ ਨਹੀਂ ਸੀ, ਵੱਡੇ ਕੱਪ ਨਹੀਂ ਹੋ ਸਕਦੇ ਸੀ, ਆਉਣ ਜਾਣਾ ਔਖਾ ਸੀ। ਹੁਣ ਗੱਡੀਆਂ ਗੁੱਡੀਆਂ ਆ ਗਈਆਂ ਤੇ ਹਾਈਵੇ ਰੋਡ ਬਣ ਗਿਆ, ਬੰਦਾ ਇੱਥੋਂ ਚੰਡੀਗੜ੍ਹੋਂ ਜਾਂਦਾ, ਬਸ 3 ਘੰਟੇ 'ਚ ਅੰਮ੍ਰਿਤਸਰ ਪਹੁੰਚ ਕੇ ਇੱਕ ਮੈਚ ਖੇਡਦਾ ਵਾਪਸ ਆ ਜਾਂਦਾ। ਸੋ ਹੁਣ ਇਹ ਚੀਜ਼ ਵੱਧ ਰਹੀ ਸੀ, ਪ੍ਰਮੋਸ਼ਨਲ ਐਡਸ ਮਿਲਣ ਲੱਗ ਗਏ ਸੀ। ਤੁਸੀਂ ਕਬੱਡੀ ਦੇ ਕਿੰਨੇ ਚੈਨਲ ਬਣੇ ਨੇ ਜਿਹੜੇ ਤੁਸੀਂ ਲਾਈਵ ਤੁਸੀਂ ਘਰੇ ਬੈਠੇ ਆਪਣੇ ਸਟ੍ਰੀਮ ਕਰ ਸਕਦੇ ਹੋ, ਵੇਖ ਸਕਦੇ ਹੋ। ਸੋ ਉਹਦੇ 'ਚ ਕੀ ਐਡ ਮਿਲਦੀ ਆ, ਬਾਹਰ ਕਬੱਡੀ ਨੂੰ ਬਹੁਤ ਲੋਕ ਪਿਆਰ ਕਰਦੇ ਨੇ, ਲੋਕ ਪੈਸਾ ਦਿੰਦੇ ਨੇ। ਹੁਣ ਜਿਹੜੇ ਇਹ ਕਬੱਡੀ ਦੇ ਲੀਗਾਂ ਬਣੀਆਂ ਸੀ, ਇਹਦੇ ਵਿੱਚ ਇਹ ਲੜਾਈ ਸੀ, ਜਿਵੇਂ ਆਪਾਂ IPL ਦੀ ਤੇ ਇੱਕ ਹੋਰ ICL ਸ਼ੁਰੂ ਹੋਇਆ ਸੀ, ਯਾਦ ਆ ਜਦੋਂ IPL ਸ਼ੁਰੂ ਹੋਇਆ ਸੀ, ਕਪਿਲ ਦੇਵ ਨੇ ਇੱਕ ਹੋਰ ਬਣਾਇਆ ਸੀਗਾ, ਇਹੀ ਫਾਈਟ ਹੈ। ਹੁਣ ਜਿਹੜੇ ਵੱਡੇ ਪਲੇਅਰ ਜਿਹੜੀ ਵੱਡੀ ਲੀਗ 'ਚ ਖੇਡਣਗੇ ਜੀ, ਉਹਨੂੰ ਜ਼ਿਆਦਾ ਐਡਸ ਮਿਲਣਗੀਆਂ, ਉਹ ਜ਼ਿਆਦਾ ਗਰੋ ਕਰੇਗੀ। ਦੂਸਰੀ ਨਹੀਂ ਕਰੇਗੀ, ਪਿੱਛੇ ਰਹਿ ਜਾਏਗੀ, ਉਹ ਪ੍ਰੋਮੋਟਰ ਦਾ ਨੁਕਸਾਨ ਹੋਊਗਾ। ਨੁਕਸਾਨ ਕੋਈ ਵੀ ਨਹੀਂ ਕਰਨਾ ਚਾਹੁੰਦਾ। ਇੱਥੇ ਇਹੀ ਲੜਾਈ ਸੀਗੀ ਵੀ ਕੌਣ ਕਿਹਦੇ ਨਾਲ ਕਿਹਨੂੰ ਜੋੜ ਰਿਹਾ ਹੈਗਾ। ਉਹਦੇ ਵਿੱਚ ਵੀ ਇਹ ਚੀਜ਼ ਮਤਲਬ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹ 'ਚ ਕੀ ਸੀ ਕੀ ਨਹੀਂ ਸੀਗੀ, ਆਪਾਂ ਇੱਥੇ ਬਹਿ ਕੇ ਨਹੀਂ ਗੱਲ ਕਰ ਸਕਦੇ ਇਹ ਵਾਲੀ, ਹਨਾ, ਵੀ ਕੌਣ ਉਹਦਾ ਪਾਰਟ ਹੈ ਕੌਣ ਨਹੀਂ ਹੈ। ਪਰ ਮਨੀ, ਤੁਸੀਂ ਇਹ ਗੱਲ ਨੋਟ ਕਰਿਓ, ਮਨੀ ਔਰ ਪਾਵਰ ਹਮੇਸ਼ਾ ਇਨਵੋਲਵ ਰਹਿੰਦੀ ਹੈ ਹਰ ਚੀਜ਼, ਇਹ ਤੋਂ ਬਿਨਾਂ ਨਹੀਂ ਕੋਈ ਚੀਜ਼ ਹੋ ਸਕਦੀ। ਜੀ ਆਕਾਸ਼ ਕੀ ਕਹਿਣਾ ਚਾਹੋਗੇ ਇਹਦੇ ਵਿੱਚ? ਦੇਖੋ, ਜਿਵੇਂ ਮਨੀ ਪਾਵਰ, ਇਹ ਫੈਕਟਰਸ ਤਾਂ ਓਬਵੀਅਸਲੀ ਹੈਗੇ ਨੇ। ਜਦੋਂ ਕੋਈ ਇਸ ਰਾਹ ਪੈਂਦਾ, ਉਹਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਤੋਂ ਮੈਨੂੰ ਕੋਈ ਫਾਇਦਾ ਮਿਲਦਾ ਹੈ, ਕੁਛ ਉਹਨਾਂ ਚੀਜ਼ਾਂ ਦਾ ਕਾਰਨ ਹੈਗਾ, ਬਿਲਕੁਲ ਡੈਫੀਨੇਟਲੀ। ਪਰ ਆਪਾਂ ਮੇਰੇ ਹਿਸਾਬ ਨਾਲ ਸਿਰਫ ਇੱਕ ਬੰਦੇ ਦਾ ਪਰਸਨਲ ਏਜੰਡਾ ਜਾਂ ਬੰਦੇ ਦਾ ਜਿਹੜੇ ਪਰਸਨਲ ਗਰੀਡ ਹੈ, ਸਿਰਫ ਉਹਨੂੰ ਆਪਾਂ ਇੱਕ ਮੇਜਰ ਫੈਕਟਰ ਹੈਗਾ, ਜ਼ਰੂਰ ਹੈਗਾ, ਪਰ ਸਿਰਫ ਉਹਦੇ ਕਰਕੇ ਆਪਾਂ ਇਸ ਚੀਜ਼ ਨੂੰ ਕਲੇਮ ਨਹੀਂ ਕਰ ਸਕਦੇ ਕਿ ਇਸ ਚੀਜ਼ ਕਰਕੇ ਗੈਂਗਸਟਰਿਜ਼ਮ ਵੱਧ ਰਿਹਾ। ਜਿਹੜੇ ਹੁਣ ਪੋਲੀਟੀਕਲ ਬੈਕਅਪਸ ਹੋ ਗਏ, ਜਾਂ ਉਹ ਜਦੋਂ ਯੂਜ਼ ਕਰਦੇ ਨੇ ਇਹਨਾਂ ਚੀਜ਼ਾਂ ਲਈ, ਜਾਂ ਫਿਰ ਲਾਅ ਐਂਡ ਆਰਡਰ, ਜੁਡੀਸ਼ੀਅਲ ਸਿਸਟਮ ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਸਫਰ ਕਰ ਰਿਹਾ, ਤੇ ਉਹਨਾਂ ਕਾਰਨਾਂ ਕਰਕੇ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਬੜੋਤਰੀ ਹੁੰਦੀ ਹੈ। ਤੇ ਜਿਵੇਂ ਜਿਹੜੀ ਆਪਾਂ ਗੱਲ ਕਰਦੇ ਹਾਂ ਗਨ ਕਲਚਰ ਦੀ, ਗਾਣਿਆਂ ਦੀ, ਤਾਂ ਸ਼ਾਇਦ ਮੈਨੂੰ ਲੱਗਦਾ ਕਿ ਜਿਵੇਂ ਵੈਪਨਸ, ਗਨ ਕਲਚਰ, ਇਹ ਹਮੇਸ਼ਾ ਤੋਂ ਹੀ ਆਪਣੇ ਕਲਚਰ ਦਾ ਪਾਰਟ ਰਿਹਾ। ਇਹ ਲੋਕੀ ਹਮੇਸ਼ਾ ਤੋਂ ਇਸ ਚੀਜ਼ ਨੂੰ ਰੈਵਰ ਕਰਦੇ ਆਏ ਆ, ਉਸ ਚੀਜ਼ ਨੂੰ। ਕਿਉਂਕਿ ਜੇ ਆਪਾਂ ਸਿੱਖ ਇਤਿਹਾਸ ਵੀ ਦੇਖੀਏ ਤਾਂ ਉਹਦੇ ਵਿੱਚ ਇੱਕ ਵੈਪਨ ਆ, ਉਹਦੀ ਇੰਪੋਰਟੈਂਸ ਦੱਸੀ ਗਈ ਹੈ। ਤੇ ਉਹਨੂੰ ਬਟ ਆਈ ਥਿੰਕ ਲੋੜ ਇਸ ਚੀਜ਼ ਦੀ ਹੁੰਦੀ ਹੈ ਕਿ ਆਪਾਂ ਉਹਨੂੰ ਇੱਕ ਸੇਨ ਤਰੀਕੇ ਨਾਲ ਸਮਝੀਏ, ਆਪਾਂ ਇੱਕ ਸੁਲਝੇ ਤਰੀਕੇ ਨਾਲ ਉਹਨੂੰ ਸਮਝੀਏ। ਜੇ ਆਪਾਂ ਉਹਨੂੰ ਸਿਰਫ ਕਿਸੇ ਗਲਤ ਮੋਟਿਵ ਲਈ ਯੂਜ਼ ਕਰਦੇ ਆ, ਜਿਵੇਂ ਅੱਜ ਕੱਲ੍ਹ ਚੀਜ਼ਾਂ ਹੋ ਰਹੀਆਂ, ਤੇ ਫਿਰ ਉਹ ਸਹੀ ਪਰਪਸ ਨਹੀਂ ਸਰਵ ਕਰਦਾ। ਉਹ ਬਾਕੀ ਉਸ ਗਾਬ 'ਚ ਵੀ ਉਹਨਾਂ ਵੱਲੋਂ ਕਿਹਾ ਜਾਂਦਾ, ਜਿਵੇਂ ਕਈ ਤੁਸੀਂ ਜੇ ਕੋਈ ਗੈਂਗਸਟਰਸ ਨੇ ਜਾਂ ਕੋਈ ਹੈਗੇ ਨੇ ਪੰਜਾਬ ਦੇ ਵਿੱਚ, ਜਦੋਂ ਸੋਸ਼ਲ ਮੀਡੀਆ ਤੇ ਆਉਂਦੇ ਆ ਕੁਝ, ਤਾਂ ਉਹ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰਨ ਲਈ ਇੱਕ ਆਮ ਮੁੱਦਾ ਲਿਆਉਂਦੇ ਆ ਕਿ ਅਸੀਂ ਜਿਵੇਂ ਨਾਇਨਸਾਫੀ ਦੇ ਖਿਲਾਫ ਖੜੇ ਹੋ ਰਹੇ ਹਾਂ। ਜਿਵੇਂ ਬਾਈ ਜੀ ਨੇ ਕਿਹਾ ਕਿ ਜੇ ਨਾਇਨਸਾਫੀ ਹੋ ਰਹੀ ਹੈ, ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਹੁਣ ਆਮ ਲੋਕ ਮਾਰਨ ਲੱਗ ਪਓਗੇ। ਤੇ ਉਹ ਇਸ ਗਾਬ ਦੇ ਵਿੱਚ ਆਉਂਦੇ ਆ, ਜਾਂ ਉਹ ਇੱਕ ਏਜੰਡਾ ਨੂੰ ਪ੍ਰਮੋਟ ਕਰਦੇ ਆ। ਇੱਕ ਕੋਈ ਜਿਹੜੀ ਪੰਜਾਬ ਦੇ ਵਿੱਚ ਕੋਈ ਹੁਣ ਚੀਜ਼ ਚੱਲ ਰਹੀ ਹੈ, ਕੋਈ ਪੋਲੀਟੀਕਲ ਏਜੰਡਾ ਚੱਲ ਰਿਹਾ, ਜਿਹਦਾ ਤੋਂ ਉਹਨਾਂ ਨੂੰ ਲੱਗਦਾ ਕਿ ਹਾਂ ਲੋਕ ਸਾਡੇ ਵੱਲ ਦੇ ਹੋ ਜਾਣਗੇ, ਪ੍ਰਭਾਵਿਤ ਹੋ ਜਾਣਗੇ ਇਸ ਗੱਲ ਤੋਂ, ਉਹ ਉਸ ਸ਼ੀਲਡ ਨੂੰ ਯੂਜ਼ ਕਰਕੇ ਵੀ ਸੋਸ਼ਲ ਮੀਡੀਆ ਦੇ ਉੱਤੇ ਹੋਰ ਆਪਦੇ ਆਪ ਨੂੰ ਗਲੋਰੀਫਾਈ ਕਰਦੇ, ਤੇ ਫਿਰ ਹੋਰ ਲੋਕ ਵੀ ਉਹਨਾਂ ਨੂੰ ਗਲੋਰੀਫਾਈ ਕਰਦੇ। ਆਕਾਸ਼, ਕਿੰਨੇ ਫੈਨ ਪੇਜ ਇਹਨਾਂ ਗੈਂਗਸਟਰਸ ਦੇ, ਖੈਰ ਗੈਂਗਸਟਰ ਸ਼ਬਦ ਕਹਿ ਕੇ ਵੀ ਆਪਾਂ ਇਹਨਾਂ ਨੂੰ ਗਲੋਰੀਫਾਈ ਕਰ ਰਹੇ ਹਾਂ, ਕਿੰਨੇ ਫੈਨ ਪੇਜ ਲਾਰੈਂਸ ਬਿਸ਼ਨੋਈ ਦੇ ਬਣੇ ਹੋਏ ਆ, YouTube ਚੈਨਲਸ ਹੋਰ ਗੈਂਗਸਟਰਸ ਦੇ ਵੀ, ਔਰ ਇਹਦੇ ਥਰੂ ਹੀ ਧਮਕੀਆਂ ਆ ਰਹੀਆਂ ਨੇ। ਔਰ ਤੁਸੀਂ ਦੇਖੋ ਜਿਹੜੇ ਸਿੱਧੂ ਮੂਸੇਵਾਲੇ ਦੀ ਮੌਤ ਤੇ ਇੱਕ ਹੀਰੋਜ਼ ਫੇਅਰਵੈਲ ਉਹਨੂੰ ਦਿੰਦੇ ਨੇ, ਇੰਨੀ ਭੀੜ ਇਕੱਠੀ ਹੁੰਦੀ, ਆਲਮੋਸਟ ਐਦਾਂ ਦੀ ਹੀ ਭੀੜ ਅਗਰ ਆਪਾਂ ਦੇਖੀਏ ਤਾਂ ਵਰਚੁਅਲੀ ਇਹਨਾਂ ਗੈਂਗਸਟਰਸ ਦੇ ਫੇਸਬੁੱਕ ਪੇਜਸ ਦੇ ਉੱਤੇ ਹੈਗੀ ਆ। ਸਾਨੂੰ ਵਿਊਜ਼ ਇੰਨੇ ਨਹੀਂ ਮਿਲਦੇ ਜਿੰਨਾ ਇਹਨਾਂ ਗੈਂਗਸਟਰਸ ਦੇ ਜਿਹੜੇ ਛੋਟੇ ਛੋਟੇ ਚੈਨਲ ਬਣੇ ਆ, ਜਿਨ੍ਹਾਂ ਨੇ ਮੇਰੇ ਚੈਨਲ ਦੀ ਵੀਡੀਓ ਇੱਕ
ਕੱਟ ਕੇ ਆਪਣੇ ਉਸ ਚੈਨਲ ਤੇ ਪਾਈ ਔਰ ਉਹਨਾਂ ਨੂੰ ਜ਼ਿਆਦਾ ਵਿਊਜ਼ ਨੇ, ਲੋਕ ਦੇਖਣਾ ਪਸੰਦ ਕਰਦੇ ਨੇ। ਮੇਰੇ ਕੋਲ 2000 ਟੱਚ ਨਹੀਂ ਹੋਇਆ ਔਰ ਉੱਥੇ 10 ਪਲੱਸ ਹੋਇਆ। ਸੋ ਇਹ ਵੀ ਇੱਕ ਹੈਗਾ ਕਿ ਨੌਜਵਾਨੀ ਜਿਹੜੀ ਆ ਉਹ ਐਟ ਦ ਸੇਮ ਟਾਈਮ ਸਿੱਧੂ ਮੂਸੇਵਾਲੇ ਨੂੰ ਵੀ ਵਿਕਟਿਮ ਵੀ ਮੰਨ ਰਹੀ ਹੈ, ਲੈਜੈਂਡ ਵੀ ਮੰਨ ਰਹੀ ਹੈ, ਔਰ ਐਟ ਦ ਸੇਮ ਟਾਈਮ ਲਾਰੈਂਸ ਗੈਂਗਸਟਰ ਜਾਂ ਜਿਹੜੇ ਹੋਰ ਗੌਂਡਰ ਜਿਨੇ ਵੀ ਇਹ ਹੋਏ ਨੇ ਇਹਨਾਂ ਨੂੰ ਵੀ ਲੈਜੈਂਡ ਵੀ ਮੰਨਦੀ ਹੈ ਔਰ ਵਿਕਟਿਮ ਵੀ ਮੰਨਦੀ ਹੈ ਐਟ ਦ ਸੇਮ ਟਾਈਮ। ਕੀ ਕਹਿਣਾ ਚਾਹੋਗੇ ਵਰਿੰਦਰ ਜੀ? ਦੇਖੋ ਮੈਮ, ਜੋ ਪਬਲਿਕ ਹੈ ਨਾ ਜੀ, ਪਬਲਿਕ ਨਾ ਥੋੜੀ ਇਮੋਸ਼ਨਲ ਸੈਂਟੀਮੈਂਟਲ ਹੁੰਦੀ ਹੈ। ਜਿਵੇਂ ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਵੀ ਇਹਨਾਂ ਨੇ ਇਸ ਚੀਜ਼ ਨੂੰ ਇਹ ਯੂਜ਼ ਕਰਦੇ ਨੇ ਪਬਲਿਕ ਦੀ ਸਿੰਪਥੀ ਲੈਣ ਲਈ ਵੀ ਇਸ ਦਾ ਇਨਜਸਟਿਸ ਦੇ ਖਿਲਾਫ ਆ ਗਏ ਹਨਾ। ਤਾਂ ਉਹ ਉਹਨਾਂ ਨੂੰ ਤਾਂ ਰਿਐਲਿਟੀ ਤਾਂ ਕਿਸੇ ਨੂੰ ਪਤਾ ਨਹੀਂ ਨਾ ਹੈਗੀ ਵੀ ਇਹ ਤਾਂ ਸਿਰਫ ਜਿਵੇਂ ਹੁੰਦਾ ਨਾ ਵੀ ਇੱਕ ਚੀਜ਼ ਦਿਖਾਉਣ ਦਾ ਤਰੀਕਾ ਹੋਰ ਹੁੰਦਾ, ਪਿੱਛੇ ਉਹਦੇ ਪਿੱਛੇ ਬੈਕਅਪ ਮਾਈਂਡ। ਜਿਵੇਂ ਹੁਣ ਪੋਲੀਟੀਕਲ ਲੀਡਰ ਨੇ, ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰਦੇ ਨੇ, ਚਾਹੇ ਉਹ ਕੇਂਦਰ ਦੇ ਵਿੱਚ ਲਾ ਲਓ ਚਾਹੇ ਸਟੇਟ ਦੇ ਵਿੱਚ ਲਾ ਲਓ। ਮੈਂ ਤਾਂ ਦੇਖ ਰਿਹਾ ਪਿਛਲੇ 20 ਸਾਲ ਤੋਂ ਕਿੱਡੇ ਕਿੱਡੇ ਤੁਹਾਨੂੰ ਸੁਪਨੇ ਦਿਖਾਏ ਜਾਂਦੇ ਵੀ ਤੁਹਾਨੂੰ ਆਹ ਦੇਵਾਂਗੇ, ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਤੁਹਾਨੂੰ ਆਹ ਫ੍ਰੀ ਕਰਾਂਗੇ। ਪਰ ਜਦੋਂ ਕਰਨ ਦੀ ਵਾਰੀ ਆਉਂਦੀ ਆ ਫਿਰ ਉਦੋਂ ਫਿਰ ਆਹ ਰੂਲ ਲਾਉਣਾ ਜੀ, ਆਹ ਫਲਾਨਾ ਕਰਨਾ ਜੀ, ਇਹ ਐ ਨਹੀਂ ਹੈ ਉਹ ਸਭ ਕਿਤੇ ਕੀ ਗੱਲ। ਤੁਹਾਨੂੰ ਪਬਲਿਕ ਨੂੰ ਨਾਲ ਤਾਂ ਦੇਖੋ ਜੋੜਨਾ ਨਾ। ਮੇਰੀ ਗੱਲ ਸੁਣੋ ਤੁਸੀਂ, ਜਿੰਨਾ ਚਿਰ ਪਬਲਿਕ ਤੁਹਾਡੇ ਨਾਲ ਨਹੀਂ, ਪਬਲਿਕ ਹੁਣ ਦੇ ਟਾਈਮ ਸਿੱਧੂ ਮੂਸੇਵਾਲੇ ਦੇ ਨਾਲ ਪਬਲਿਕ ਹੈ, ਇਸੇ ਲਈ ਉਹਦੀ ਜਸਟਿਸ ਦੀ ਜਾਂ ਉਹਦੇ ਫਾਦਰ ਨੂੰ ਇਹ ਲੱਗ ਰਿਹਾ ਵੀ ਆਪਾਂ ਜਸਟਿਸ ਲੈ ਲਾਂਗੇ। ਉਹ ਆਪ ਇਹ ਖੁਦ ਇਹ ਗੱਲ ਕਹਿੰਦੇ ਨੇ ਵੀ ਮੈਨੂੰ ਜੇ ਸਹਾਰਾ ਕਿਸੇ ਨੇ ਦਿੱਤਾ ਨਾ ਤਾਂ ਕਿਸੇ ਬੰਦੇ ਨੇ ਨਹੀਂ ਦਿੱਤਾ। ਆਮ ਪਬਲਿਕ ਜਦੋਂ ਆ ਕੇ ਮੇਰੇ ਬੱਚੇ ਦੇ ਲਈ ਇਮੋਸ਼ਨਲ ਹੁੰਦੀ ਹੈ, ਰੋਂਦੀ ਹੈ, ਤੇ ਉਹ ਇੰਨਾ ਪਿਆਰ ਕਰਦੇ ਨੇ ਵੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਸੀ ਵੀ ਇਹਨੂੰ ਇੰਨਾ ਪਿਆਰ ਕਰਦੇ ਨੇ ਲੋਕ, ਵੀ ਉਹਦੇ ਲਈ ਤੁਹਾਨੂੰ ਮਰਨਾ ਪੈਂਦਾ। ਮਤਲਬ ਇਹ ਵੀ ਇੱਕ ਸੱਚਾਈ ਬਣ ਗਈ ਆ ਵੀ ਜਿਹੜੇ ਬੰਦੇ ਹੁਣ ਜਿਉਂਦੇ ਆ ਨਾ ਚੰਗੇ ਨੇ ਨਾ, ਕੋਈ ਵੀ ਨੇ, ਤੁਸੀਂ ਪਿਛਲੇ ਟਾਈਮ 'ਚ ਦੇਖ ਲਿਓ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਜਿਹੜੀ ਪਬਲਿਕ ਹੈ ਨਾ ਜੀ, ਇਹ ਇੰਨਾ ਗੱਲਾਂ ਸਮਝ ਨਹੀਂ ਸਕਦੀ। ਇਹ ਵਿਚਾਰੀ ਆਪਦੇ ਜ਼ਿੰਦਗੀ ਦੇ ਰੂਟੀਨ 'ਚ ਫਸੀ ਵੀ ਹੈ। ਇਹ ਵਿਚਾਰੀ ਆਪਦੀ ਰੋਟੀ ਕਮਾਉਣੀ ਹੈ, ਰੋਟੀ ਖਾਣੀ ਹੈ, ਕੋਈ ਬੱਚੇ ਪੜਾਉਣੇ ਆ, ਕੋਈ ਮਾਤਾ ਪਿਤਾ ਬਿਮਾਰ ਹੈ, ਇਹਨਾਂ ਕੋਲੇ ਟਾਈਮ ਨਹੀਂ ਹੈ। ਤੇ ਜਦੋਂ ਟਾਈਮ ਇਹਨਾਂ ਨੂੰ ਮਿਲਦਾ ਫਿਰ ਥੋੜਾ ਬਹੁਤ ਕੋਈ ਇੰਜੋਇਮੈਂਟ ਦਾ ਗਾਣਾ ਸੁਣ ਲਿਆ, ਉਹ ਸੁਣ ਲਿਆ। ਔਰ ਜਿਹੜੇ ਤੁਹਾਨੂੰ ਇਹ ਗਾਣੇ ਨੇ ਨਾ, ਜਿਹੜੇ ਤੁਹਾਨੂੰ ਹਥਿਆਰਾਂ ਵਾਲੇ ਕਹਿ ਦਿੰਦੇ ਜੀ, ਆਪਣੇ ਤੋਂ ਤਾਂ ਹਿਸਟਰੀ ਹੈਗੀ। ਮੇਰੀ ਗੱਲ ਸੁਣੋ, ਆਪਣਾ ਜਦੋਂ ਹਿਸਟਰੀ ਕੱਢਦੇ ਹਾਂ ਸਭ ਤੋਂ ਪਹਿਲਾਂ ਆਪਣੇ ਵਿੱਚੋਂ ਦੀ ਨਿਕਲ ਕੇ ਮੁਗਲ ਜਾਂਦੇ ਸੀ, ਤਾਂ ਜਾ ਕੇ ਇੰਡੀਆ, ਰੈਸਟ ਆਫ ਇੰਡੀਆ ਤੇ ਉਹ ਅਟੈਕ ਕਰਦੇ ਸੀਗੇ। ਅੱਜ ਵੀ ਅਗਰ ਆਪਣਾ ਕੋਈ ਵਰਲਡ ਵਾਰ ਲੱਗਦੀ ਹੈ, ਲੱਗ ਸਕਦੀ ਹੈ, ਕਿਸ ਟਾਈਮ ਵੀ ਲੱਗ ਜਾਏ, 20 ਸਾਲ ਨੂੰ, 30 ਸਾਲ ਨੂੰ, 50 ਸਾਲ ਨੂੰ ਲੱਗ ਜਾਏ, ਜਾਂ ਕੋਈ ਹੋਰ ਮੁਲਕ। ਸਭ ਤੋਂ ਪਹਿਲਾਂ ਲੜਾਈ ਕਿਹਦੇ ਨਾਲ ਹੋਣੀ ਹੈ? ਆਪਣੇ ਨਾਲ ਹੋਣੀ ਹੈ ਬਾਕੀ ਮੁਲਕਾਂ ਦੀ। ਜੇ ਆਪਣੇ ਕੋਲੇ ਲੋਕਾਂ ਕੋਲੇ ਹਥਿਆਰ ਨਹੀਂ ਹੋਣਗੇ, ਆਪਣੇ ਕੋਲੇ ਸ਼ਸਤਰ ਦਾ ਗਿਆਨ ਨਹੀਂ ਹੋਊਗਾ, ਆਪਾਂ ਉਹਨੂੰ ਚਲਾਉਣ ਦੇ ਲਾਇਕ ਨਹੀਂ ਹੋਵਾਂਗੇ, ਆਪਾਂ ਆਪਣੀ ਕੰਟਰੀ ਨੂੰ ਵੀ ਕਿਵੇਂ ਸੇਵ ਕਰ ਲਵਾਂਗੇ? ਸਮਝ ਲਓ। ਸੋ ਇਹ ਤਾਂ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਸੀ, ਹਥਿਆਰ ਰੱਖਣਾ ਮਾੜਾ ਨਹੀਂ ਹੈ ਜੀ। ਆਪਣੇ ਤਾਂ ਕਿੰਨੇ ਤੁਸੀਂ ਲਾਇਸੈਂਸ ਕੱਢ ਕੇ ਦੇਖ ਲਓ, ਕਿੰਨੇ ਰਜਿਸਟਰਡ ਲਾਇਸੈਂਸ ਨੇ, ਤੇ ਉਹ ਰਜਿਸਟਰਡ ਲਾਇਸੈਂਸਾਂ ਦੇ ਨਾਲ ਕਿੰਨੇ ਕਤਲ ਹੁੰਦੇ ਨੇ, ਤੇ ਗੈਰ ਕਾਨੂੰਨੀ ਨਾਲ ਕਿੰਨੇ ਹੁੰਦੇ ਨੇ। ਗੱਲ ਹਥਿਆਰ ਦੀ ਨਹੀਂ ਹੈ, ਗੱਲ ਮਾਈਂਡ ਦੀ ਹੈ। ਕੋਈ ਬੰਦਾ ਮਾਈਂਡ ਦੇ ਵਿੱਚ ਕੋਈ ਬੰਦਾ ਮਾਈਂਡ 'ਚ ਕ੍ਰਾਈਮ ਲਈ ਫਿਰਦਾ ਨਾ ਜੀ, ਉਹਨੇ ਕਰਨਾ ਹੀ ਕਰਨਾ। ਉਹਨੂੰ ਤੁਸੀਂ ਜੋ ਮਰਜ਼ੀ ਕਹੋ, ਪਰ ਬਹਾਨਾ ਤਾਂ ਹਰੇਕ ਨੇ ਮਾਰਨਾ। ਜਿਵੇਂ ਕੋਈ ਚੋਰੀ ਕਰਦਾ ਫੜਿਆ ਗਿਆ ਜੀ, ਮੈਂ ਜੀ ਭੁੱਖਾ ਜੀ, ਮੇਰੀ ਮਾਂ ਭੁੱਖੀ ਹੈ ਜੀ, ਮੇਰਾ ਉਹਨੇ ਤਾਂ ਹੋ ਸਕਦਾ ਉਹਨੇ ਕੋਈ ਖਾਣ ਪੀਣ ਵਾਸਤੇ ਚੋਰੀ ਕਰੀ, ਨਸ਼ਾ ਕਰਨਾ ਹੋਵੇ, ਪਰ ਬਹਾਨਾ ਤਾਂ ਫਿਰ ਸਿੰਪਤੀ ਲੈਣ ਲਈ ਬੰਦਾ ਇਹ ਕਹਿੰਦਾ ਨਾ ਮਤਲਬ ਭੁੱਖਾ ਜੀ, ਮਤਲਬ ਰੋਟੀ ਨਹੀਂ ਖਾਧੀ ਆ। ਸੋ ਇਹ ਤਾਂ ਇਹ ਗੋਲਡੀ ਬਰਾੜ ਵੀ ਇੱਕ ਆਡੀਓ ਦੇ ਵਿੱਚ ਹੀ ਕਹਿ ਰਿਹਾ ਹੈ ਕਿ ਅਸੀਂ ਉਹਨੂੰ ਸ਼ਹੀਦ ਨਾ ਕਹੋ ਸਿੱਧੂ ਮੂਸੇਵਾਲੇ ਨੂੰ। ਅਸੀਂ ਉਹਨਾਂ ਨੇ ਵੀ, ਗੋਲਡੀ ਬਰਾੜ ਨੇ ਵੀ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਰਿਫਿਊਜ ਲੈਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਸਿੱਖ ਐਂਡ ਜਿਹੜੇ ਪੰਥਕ ਮੁੱਦੇ ਨੇ, ਖਾੜਕੂ ਸਿੰਘ ਨੇ, ਉਹਨਾਂ ਦੇ ਨਾਲ ਵਾਲੇ 'ਚ ਜਾ ਕੇ। ਸੋ ਆਪਣੇ ਇਤਿਹਾਸ ਦੇ ਵਿੱਚ ਆਪਣੇ ਹਥਿਆਰ ਤਾਂ ਜ਼ਰੂਰ ਮਿਲੇ ਨੇ, ਗੁਰੂ ਨੇ ਬਖਸ਼ੇ ਨੇ, ਪਰ ਨਾਲ ਨੈਤਿਕਤਾ, ਨਾਲ ਫਲਸਫਾ ਜਿਹੜਾ ਸਿੱਖੀ ਦਾ, ਉਹ ਬਹੁਤ ਜ਼ਰੂਰੀ ਆ, ਹਨਾ। ਮੈਂ ਹੁਣ ਤੁਹਾਡੇ ਤੋਂ ਦੋਨਾਂ ਵੱਲ ਇਸ ਟੌਪਿਕ ਨੂੰ ਲੈ ਕੇ ਆਉਣਾ ਚਾਹੁੰਦੀ ਹਾਂ ਕਿ ਸੰਦੀਪ ਨੰਗਲ ਅੰਬੀਆਂ ਦੀ ਵਾਈਫ ਵੀ ਖੁਸ਼ ਨਹੀਂ ਹੈਗੀ ਇਨਵੈਸਟੀਗੇਸ਼ਨ ਦੇ ਨਾਲ, ਸਿੱਧੂ ਮੂਸੇਵਾਲੇ ਦਾ ਪਰਿਵਾਰ ਵੀ ਖੁਸ਼ ਨਹੀਂ ਹੈਗਾ। ਔਰ ਅਗਰ ਆਪਾਂ ਇਹਨਾਂ ਗੈਂਗਸਟਰ ਦੀ ਸਾਈਡ ਤੋਂ ਗੱਲ ਕਰੀਏ ਤਾਂ ਆਪਣੇ ਗੈਂਗਸਟਰਸ ਵੀ ਜਦੋਂ ਇਹ ਆਪਣੀਆਂ ਆਡੀਓ ਰਿਲੀਜ਼ ਕਰਦੇ ਨੇ ਤਾਂ ਇਹ ਵੀ ਕਹਿੰਦੇ ਨੇ ਅਸੀਂ ਸਿਸਟਮ ਦੇ ਨਾਲ, ਜਸਟਿਸ ਸਿਸਟਮ ਨਾਲ ਖੁਸ਼ ਨਹੀਂ ਸੀ। ਹੁਣ ਇਹ ਜਿਹੜਾ ਆਪਣਾ ਪੁਲਿਸ ਸਿਸਟਮ ਹੈ, ਜੁਡੀਸ਼ੀਅਲ ਸਿਸਟਮ ਹੈ, ਸਭ ਤੋਂ ਪਹਿਲਾਂ ਤਾਂ ਇਹਦੀ ਹੁਣ ਤੱਕ ਦੀ ਇਨਕੁਆਇਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਵਧੀਆ ਪੁਲਿਸ ਕੰਮ ਕਰ ਰਹੀ ਹੈ? ਵਰਿੰਦਰ ਜੀ। ਦੇਖੋ ਜੀ, ਪਤਾ ਕੀ ਗੱਲ ਹੈ, ਜਿਹੜੀ ਹੁਣ ਤੁਸੀਂ ਸਿੱਧੂ ਮੂਸੇਵਾਲੇ ਦੇ ਆਪਾਂ ਕੇਸ 'ਚ ਆ ਗਏ ਨਾ, ਇਹਦੇ ਵਿੱਚ ਪ੍ਰੋਬਲਮ ਕੀ ਹੋ ਗਈ ਹੈ? ਜਸਟਿਸ ਤੁਸੀਂ ਦੇ ਸਕਦੇ ਹੋ, ਸਭ ਪਤਾ ਲੱਗ ਜਾਂਦਾ ਜੀ। ਜਿਹੜੇ ਇਹਨਾਂ ਦੇ ਵੱਡੇ ਹਾਇਰ ਆਫੀਸਰਸ ਨੇ ਨਾ, ਤੁਸੀਂ ਇਹ ਗੱਲ ਤਾਂ ਆਪਣਾ ਵਹਿਮ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੁੰਦਾ। ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ ਨਾ ਜੀ? ਪ੍ਰੋਬਲਮ ਇਹ ਆ ਰਹੀ ਹੈ ਵੀ ਜਦੋਂ ਉਹਦੀ ਸਿਕਿਉਰਿਟੀ ਘਟਾਈ ਗਈ ਨਾ, ਤੇ ਉਹਦੇ ਵਿੱਚ ਜਿਹੜੀ ਇਹ ਮੌਜੂਦਾ ਸਰਕਾਰ ਹੈ, ਇਹਦੇ ਬਹੁਤ ਕਲੋਜ਼ ਬੰਦੇ, ਪੋਲੀਟੀਕਲ ਲੀਡਰ ਵੀ ਕਹਿ ਲਓ, ਜਾਂ ਉਹਨਾਂ ਦੇ ਨਾਲ ਮੀਡੀਆ ਦੇ ਤੌਰ ਤੇ ਜੁੜੇ ਹੋਏ ਹੋਰ ਬੰਦੇ ਆ, ਉਹਨਾਂ ਨੇ ਇਹ ਚੀਜ਼ਾਂ ਨੋਇੰਗਲੀ ਅਨਨੋਇੰਗਲੀ, ਇਹ ਤਾਂ ਆਪਾਂ ਨੂੰ ਨਹੀਂ ਪਤਾ, ਪਰ ਉਹਨਾਂ ਨੇ ਪਬਲਿਕ ਦੇ ਵਿੱਚ ਰੱਖੀਆਂ ਨੇ, ਜੋ ਕਿ ਇੱਕ ਕੌਨਫੀਡੈਂਸ਼ੀਅਲ ਮੈਟਰ ਹੁੰਦਾ। ਕਿਸੇ ਦੀ ਸਿਕਿਉਰਿਟੀ ਘਟਾਉਣੀ ਵਧਾਉਣੀ ਇਹ ਪਬਲਿਕ ਦਾ ਮੈਟਰ ਨਹੀਂ ਹੁੰਦਾ, ਕਿਉਂਕਿ ਇਹ ਬਹੁਤ ਕੌਨਫੀਡੈਂਸ਼ੀਅਲ ਹੈ। ਹੁਣ ਇਹਦੇ ਵਿੱਚ ਜੇ ਇਹ ਹੋਰ ਉੱਪਰ ਲੈਵਲ ਤੇ ਜਾਂਦੇ ਨੇ ਨਾ ਜੀ, ਹੁਣ ਇਹਦੇ ਵਿੱਚ ਇਹ ਪਤਾ ਨਹੀਂ ਨਾ ਵੀ ਉਹਦੇ ਵਿੱਚ ਜਿਹੜੀ ਕੌਨਸਪੀਰੈਂਸੀ ਹੈ ਇਹ ਕਿਹਦੀ ਹੈਗੀ। ਕੋਈ ਬੰਦੇ ਨੇ ਉਹਨੂੰ ਅਸੈਸੀਨੇਟ ਕਰਿਆ, ਇਹ ਤਾਂ ਕਲੀਅਰ ਹੋ ਗਿਆ ਨਾ, ਉਹਨਾਂ ਨੇ ਕਰਿਆ।
ਉਹ ਮੰਨਦੇ ਨੇ, ਜੀ। ਉਹਨਾਂ ਨੇ ਤਾਂ ਨਾਲ ਦੀ ਨਾਲ ਐਕਸੈਪਟ ਕਰਿਆ, ਅੱਧੇ ਘੰਟੇ ਬਾਅਦ ਪੋਸਟ ਪਾ ਕੇ ਐਕਸੈਪਟ ਕਰਿਆ ਵੀ ਅਸੀਂ ਕਰਿਆਗਾ। ਪਰ ਦਿੱਕਤ ਇਹਦੇ ਵਿੱਚ ਇਹ ਆ ਰਹੀ ਹੈ ਵੀ ਹੁਣ ਜਿਹੜੇ ਉਹਦੇ ਫਾਦਰ ਸਾਹਿਬ ਵੀ ਇਹੀ ਗੱਲ ਕਹਿ ਰਹੇ ਨੇ, ਇਨਸਾਫ ਤਾਂ ਤਦ ਮਿਲੇਗਾ ਨਾ ਜੀ ਜਦੋਂ ਉਹ ਬੰਦੇ ਜਿਨ੍ਹਾਂ ਨੇ ਉਹ ਪਲੈਨਿੰਗ ਅੱਜ ਤੋਂ 4 ਸਾਲ ਪਹਿਲਾਂ ਰਚੀ ਸੀ, ਉਹਨੂੰ ਤਾਂ ਧਮਕੀ ਤਾਂ 4 ਸਾਲ ਪਹਿਲਾਂ ਦੇ ਰਹੇ ਸੀਗੇ ਜੀ, ਹੁਣ ਥੋੜੀ ਧਮਕੀਆਂ ਦੇ ਰਹੇ ਸੀ ਉਹਨੂੰ। ਮੈਂ ਤਾਂ ਖੁਦ ਇਸ ਚੀਜ਼ ਨੂੰ ਜਾਣਦਾਗਾ, ਉਹਨੂੰ ਤਾਂ ਹਰ ਇੱਕ ਟਾਈਮ ਤੇ ਧਮਕੀ ਆਉਂਦੀ ਸੀ, ਕਿਸੇ ਵੀ ਟਾਈਮ ਤੇ। ਸੋ ਇਹ ਜਿਹੜੀ ਵੀ ਹੁਣ ਹੋ ਸਕਦਾ ਜਿਹੜੀ ਪੁਲਿਸ ਹੈ ਜਾਂ ਜੋ ਜੇ ਗਵਰਨਮੈਂਟ ਹੈ ਨਾ, ਇਹ ਚਾਹੁੰਦੀ ਹੈ ਵੀ ਥੋੜਾ ਟਾਈਮ ਲੰਘੇ ਤਾਂ ਲੋਕ ਆਪਣੇ ਆਪ ਹਾਰ ਜਾਣ। ਤੁਸੀਂ ਆਪ ਦੇਖਿਓ ਜੀ, ਜਿਵੇਂ ਦੀਪ ਸਿੱਧੂ ਦੀ ਮੌਤ ਹੋਈ ਸੀ, ਉਹ ਕਿਸੇ ਵੀ ਤਰੀਕੇ ਨਾਲ ਹੋਈ, ਆਪਾਂ ਨਹੀਂ ਉਹ ਕੁਝ ਕਹਿ ਸਕਦੇ, ਪਰ ਸਟਾਰਟਿੰਗ ਦੇ ਵਿੱਚ ਬਹੁਤ ਇਸ ਚੀਜ਼ ਦਾ ਰੌਲਾ ਪਿਆ ਵੀ ਇਹ ਵੀ ਮਾਰਿਆ ਗਿਆ, ਉਹਨੂੰ ਮਾਰਿਆ ਗਿਆ। ਅੱਜ ਕੋਈ ਗੱਲ ਕਰਦਾ, ਦੇਖੋ ਫਿਰ 6 ਮਹੀਨੇ ਹੋ ਗਏ ਉਹਦੇ। ਇਹ ਵੇਟ ਐਂਡ ਵਾਚ ਵਾਲਾ ਕੰਮ ਕਰਦੇ ਆ ਵੀ ਆਪਾਂ ਨੂੰ ਇਨਸਾਫ ਦੇਣਾ ਪਵੇ ਇਹਨੂੰ, ਵੀ ਹੋ ਸਕਦਾ ਆਪਣਾ ਨੁਕਸਾਨ ਹੁੰਦਾ, ਜੇ ਉਹ ਇਨਸਾਫ ਦਿੰਦੇ ਨੇ ਹੋ ਸਕਦਾ ਉਹਨਾਂ ਦੀ ਪਾਰਟੀ ਦਾ ਨੁਕਸਾਨ ਹੁੰਦਾ। ਆਉਣ ਵਾਲੀਆਂ ਲੋਕ ਸਭਾ ਦੀ ਇਲੈਕਸ਼ਨਾਂ ਨੇ, ਜੇ ਇੱਥੇ ਨੁਕਸਾਨ ਹੁੰਦਾ ਜੀ, ਇੱਕ ਦਾ ਨੁਕਸਾਨ ਨਹੀਂ ਹੋਣਾ, ਉਹਨਾਂ ਦਾ ਨੁਕਸਾਨ ਹੋਣਾ ਗੁਜਰਾਤ ਦੇ ਵਿੱਚ ਵੀ ਹੋਣਾ, ਸਾਊਥ ਦੇ ਵਿੱਚ ਵੀ ਹੋਣਾ, ਗੋਆ ਦੇ ਵਿੱਚ, ਜਿੱਥੇ ਜਿੱਥੇ ਇਹ ਹਿਮਾਚਲ ਦੇ ਵਿੱਚ ਇਲੈਕਸ਼ਨ ਆਉਣ ਵਾਲੀਆਂ ਨੇ। ਜੇ ਇੱਥੇ ਕੋਈ ਉਹਨਾਂ ਦੇ ਬੰਦੇ ਇਸ ਕੇਸ ਦੇ ਵਿੱਚ ਫਸਦੇ ਆ, ਕੋਈ ਸਰਕਾਰ ਦਾ ਦੋਸ਼ ਨਿਕਲਦਾ ਹੈਗਾ, ਉਹਨਾਂ ਦੇ ਤਾਂ ਫਿਰ ਉੱਥੇ ਜਿਹੜੀ ਰੌਲਾ ਪਾ ਰਹੇ ਨੇ ਸਰਕਾਰ ਬਣਾਉਣ ਦਾ, ਇਹਨਾਂ ਦਾ ਕੰਮ ਖਤਮ ਹੁੰਦਾ ਹੈਗਾ। ਸੋ ਇਨਸਾਫ ਤਾਂ ਇਹਨਾਂ ਨੂੰ ਮਿਲ ਜਾਂਦਾ। ਪੰਜਾਬ ਦੀਆਂ ਜੇਲ੍ਹਾਂ ਦਾ ਮੁੱਦਾ ਲੈ ਕੇ ਵੀ ਤੁਹਾਡੇ ਕੋਲ ਆਵਾਂਗੇ। ਇਨਸਾਫ ਹਜੇ ਤੁਹਾਨੂੰ ਨਹੀਂ ਦਿਖ ਰਿਹਾ ਹੈਗਾ ਕਿ ਮਿਲ ਰਿਹਾ ਹੈ, ਹਨਾ? ਬਹੁਤ ਢਿੱਲੀ ਕਾਰਵਾਈ ਆ। ਆਕਾਸ਼, ਕੀ ਕਹਿਣਾ ਚਾਹੋਗੇ? ਜਿਵੇਂ ਆਪਣੇ ਦੇਸ਼ ਦੇ ਵਿੱਚ ਇੱਕ, ਆਪਾਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਆਪਾਂ ਹੋਰ ਸਟੇਟਸ ਦੀ ਵੀ ਗੱਲ ਕਰ ਲਈਏ ਜੇ, ਕਿ ਕਿਤੇ ਨਾ ਕਿਤੇ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ, ਉਹਨਾਂ ਤੇ ਪੋਲੀਟੀਕਲ ਜਿਹੜੇ ਬੌਸਸ ਨੇ ਜਾਂ ਜਿਹੜੇ ਪੋਲੀਟੀਸ਼ੀਅਨਸ ਨੇ, ਸਰਕਾਰਾਂ ਨੇ ਉਸ ਵੇਲੇ ਦੀਆਂ, ਉਹਨਾਂ ਦਾ ਵੀ ਕਿਤੇ ਨਾ ਕਿਤੇ ਦਬਾਅ ਰਹਿੰਦਾ। ਹੁਣ ਇੱਕ ਜਿਵੇਂ ਸਿੱਧੂ ਮੂਸੇਵਾਲੇ ਦਾ ਕੇਸ ਲਾ ਲਓ, ਇੱਕ ਹਾਈ ਪ੍ਰੋਫਾਈਲ ਕੇਸ ਆ, ਹਨਾ? ਇੱਕ ਬਹੁਤ ਲੋਕਾਂ ਦੇ ਇਹਦੇ ਨਾਲ ਜਜ਼ਬਾਤ ਜੁੜੇ ਹੋਏ ਆ, ਬਟ ਹਜੇ ਵੀ ਆਪਾਂ ਉਹਦਾ ਮਤਲਬ ਜਸਟਿਸ ਐਕਸਪੈਕਟ ਨਹੀਂ ਕਰ ਰਹੇ ਕਿ ਅਸਲ ਦੇ ਵਿੱਚ ਪਿੱਛੇ ਲੋਕ ਕਿਹੜੇ ਸੀਗੇ, ਉਹ ਹਜੇ ਨਿਕਲ ਕੇ ਬਾਹਰ ਨਹੀਂ ਆਏ। ਹੋ ਸਕਦਾ ਕੋਈ ਵੱਡੇ ਲੋਕ ਹੋਣ, ਕੋਈ ਹਾਈ ਪ੍ਰੋਫਾਈਲ ਨੇਮਸ ਹੋਣ, ਤੇ ਬਿਲਕੁਲ ਇੱਕ ਜਿਹੜਾ ਨੈਕਸਸ ਜਿਹਾ ਚੱਲਦਾ ਕਿ ਇੰਡੀਪੈਂਡੈਂਟ ਹੋ ਕੇ ਕੰਮ ਨਹੀਂ ਕਰ ਪਾਉਂਦੀਆਂ ਗਈਆਂ ਏਜੰਸੀਜ਼। ਬਾਕੀ ਹੁਣ ਜਿਵੇਂ ਜੇ ਆਪਾਂ ਜੇਲਸ ਦੀ ਗੱਲ ਕਰੀਏ, ਤਾਂ ਜਿੱਥੇ ਕੋਈ ਗੈਂਗਸਟਰ ਜਦੋਂ ਉਹਨੂੰ ਜੇਲ੍ਹ ਭੇਜਿਆ ਜਾਂਦਾ, ਤਾਂ ਜੇਲ੍ਹ ਦਾ ਪਰਪਸ ਹੁੰਦਾ ਆਈਸੋਲੇਸ਼ਨ ਦੇਣੀ, ਉਹਨੂੰ ਸਮਾਜ ਤੋਂ ਕੱਟ ਕੇ ਇੱਕ ਇਹੋ ਜਿਹੀ ਜਗ੍ਹਾ ਦੇ ਵਿੱਚ ਰੱਖਣਾ ਜਿੱਥੇ ਉਹਦਾ ਬਾਹਰਲੇ ਦੁਨੀਆ ਨਾਲ ਕੰਟੈਕਟ ਨਾ ਹੋ ਸਕੇ, ਆਪਣੀ ਕਿਸੇ ਗੱਲ ਨਾਲ, ਕਿਸੇ ਚੀਜ਼ ਨਾਲ ਸੁਧਾਰ ਕਰ ਸਕੇ ਤੇ ਇਨਫਲੂਐਂਸ ਨਾ ਕਰ ਸਕੇ। ਪਰ ਜਿਵੇਂ ਆਪਾਂ ਦੇਖਦੇ ਹਾਂ ਪਿਛਲੇ 1.5 ਸਾਲ ਤੋਂ, ਚਲੋ ਬਲੇਮ ਗੇਮ ਚੱਲਦੀ ਆਉਂਦੀ ਹੈ। ਜਿਹੜੀ ਪਾਰਟੀ ਜਦੋਂ ਆਉਂਦੀ ਹੈ, ਉਹ ਕਹਿੰਦੀ ਹੈ ਕਿ ਜਿਹੜੀ ਪਿਛਲੀ ਪਾਰਟੀ ਸੀ ਉਹਨਾਂ ਨੇ ਇਹਨਾਂ ਨੂੰ ਏਦਾਂ ਜੇਲ੍ਹਾਂ ਦੇ ਵਿੱਚ ਰੱਖਿਆ, VIP ਟ੍ਰੀਟਮੈਂਟ ਦਿੱਤਾ। ਜਦੋਂ ਕੋਈ ਹੋਰ ਨਵੀਂ ਸਰਕਾਰ ਆਉਂਦੀ ਹੈ, ਉਹ ਕਹਿੰਦੀ ਜੀ ਜਿਹੜੇ ਪਿਛਲੇ ਸੀ ਇਹਨਾਂ ਨੇ VIP ਟ੍ਰੀਟਮੈਂਟ ਦਿੱਤਾ। ਪਰ ਸੱਚਾਈ ਇਹ ਹੈ ਕਿ ਹੁਣ ਜਿਵੇਂ ਆਪਾਂ ਇਹ ਚੀਜ਼ਾਂ ਦੇਖ ਲੈਂਦੇ ਕਿ ਕਿੰਨੇ ਮੋਬਾਈਲ ਫੋਨ ਜ਼ਬਤ ਹੁੰਦੇ। ਜਿਵੇਂ ਫਰੀਦਕੋਟ ਜੇਲ੍ਹ ਬਹੁਤ ਇੱਕ ਮਤਲਬ ਪ੍ਰੋਮੀਨੈਂਟ ਇੱਕ ਮੇਨ ਜੇਲ੍ਹ ਮੰਨੀ ਜਾਂਦੀ ਹੈ, ਉੱਥੇ ਇਹੋ ਜਿਹੀਆਂ ਬਹੁਤ ਚੀਜ਼ਾਂ ਹੁੰਦੀਆਂ, ਮੋਬਾਈਲ ਫੋਨ ਜ਼ਬਤ ਹੁੰਦੇ ਆ। ਉਹ ਅੰਦਰੋਂ ਬੈਠੇ ਵੀ ਜਦੋਂ ਇਹਨਾਂ ਚੀਜ਼ਾਂ ਨੂੰ ਆਪਰੇਟ ਕਰ ਸਕਦੇ ਆ, ਤਾਂ ਫਿਰ ਉਹਨਾਂ ਨੂੰ ਜੇਲ੍ਹ ਰੱਖਣ ਦਾ ਜਾਂ ਬਾਹਰ ਖੁੱਲੇ ਰੱਖਣ 'ਚ ਕੋਈ ਫਰਕ ਤਾਂ ਰਿਹਾ ਨਹੀਂ। ਇਹੀ ਸਿਸਟਮ ਦਾ ਪਾਰਟ ਹੈ। ਮੈਂ ਤੁਹਾਨੂੰ ਦੱਸਦਾ, ਜੇਲ੍ਹਾਂ ਦੇ ਵਿੱਚ ਜੋ ਇੱਕ ਉਹਨਾਂ ਦਾ ਜੋ ਜੇਲਰ ਹੈ, ਜੋ ਵੀ ਉਹਨਾਂ ਦਾ ਇੱਕ ਜੋ ਉੱਪਰ ਆਫੀਸਰ ਨੇ, ਹਨਾ, ਉਹ ਇੱਕ ਚੰਗਾ ਆ ਗਿਆ, ਪਰ ਥੱਲੇ ਐਗਜ਼ੀਕਿਊਟ ਕਿਹਨੇ ਕਰਨਾ? ਉਹਦੇ ਵਿੱਚ ਥੱਲੇ ਛੋਟੇ ਲੈਵਲ ਤੇ ਕਾਂਸਟੇਬਲ ਨੇ, ਕੋਈ ਐਂਟਰੀ ਵਾਲਾ ਹੈ, ਕੋਈ ਚੈਕਿੰਗ ਵਾਲਾ ਹੈ, ਕੋਈ ਅੰਦਰ ਰਾਉਂਡ ਲਾਉਣ ਵਾਲਾ ਹੈ। ਰੌਲਾ ਦਾ ਪੈਸੇ ਦਾ ਹੀ ਇਹ 'ਚ ਆ ਜਾਂਦਾ ਵੀ ਇੱਕ ਤਾਂ ਉਹਨਾਂ ਦੀ ਤਨਖਾਹ ਗਈ, ਇੱਕ ਜਦੋਂ ਉਹਨਾਂ ਨੂੰ ਉੱਥੇ ਉਹੀ ਚੀਜ਼ 10 ਗੁਣਾ ਮਹਿੰਗੀ ਰੇਟ ਤੇ ਮਿਲਦੀ ਹੈ, ਤਾਂ ਪੈਸਾ ਤੁਹਾਨੂੰ ਉਹ ਕਰਦਾ ਹੈਗਾ। ਤਾਂ ਉੱਥੇ ਕੀ ਹੈ, ਹੁਣ ਜਿਹੜਾ ਇਹ ਫੋਨ ਹੈ, ਕੋਈ 2000 ਵਾਲਾ ਫੋਨ ਅੰਦਰ ਤੁਹਾਨੂੰ 20,000 ਦਾ ਮਿਲਦਾ, ਤੇ ਉਹ 20,000 ਤੋਂ ਉਹਨੂੰ ਪੈਸਾ ਜਾਂਦਾ ਕੋਈ 5-7 ਹਜ਼ਾਰ। ਜਿਹੜਾ ਤੁਸੀਂ ਹੁਣ ਖਬਰ ਦੇਖਿਓ, ਪੁਲਿਸ ਵਾਲਾ ਹੀ ਫੜਿਆ ਗਿਆ ਸੀ ਅੰਦਰ ਜੇਲ੍ਹ 'ਚ ਫੋਨ ਲੈ ਕੇ ਜਾਂਦਾ, ਲੁਧਿਆਣੇ ਦੀ ਖਬਰ 'ਚ ਪਤਾ ਨਹੀਂ ਕਿੱਥੋਂ ਦੀ ਸੀਗੀ। ਰੌਲਾ ਇਹ ਹੈ ਵੀ ਜੇ ਇਹਨਾਂ ਕੋਲੇ ਪੈਸੇ ਹੋਣਗੇ ਨਾ, ਜਿਸ ਬੰਦੇ ਕੋਲੇ ਕੋਈ ਕ੍ਰਿਮੀਨਲ ਕਹਿ ਲਓ ਜਾਂ ਕੁਝ ਵੀ ਕਹਿ ਲਓ, ਜਾਂ ਕੋਈ ਪੋਲੀਟੀਸ਼ੀਅਨ ਹੈ ਜੋ ਕਿ ਅਮੀਰ ਬੰਦਾ ਜੇਲ੍ਹ 'ਚ ਗਿਆ ਕਿਸੇ ਕੇਸ ਦੇ ਵਿੱਚ, ਪੈਸੇ ਨਾਲ ਹਰ ਇੱਕ ਪ੍ਰੋਬਲਮ ਦਾ ਹੱਲ ਹੋਊਗਾ। ਕਿਉਂਕਿ ਥੱਲੇ ਵਾਲੇ ਜਿਹੜੇ ਬੰਦੇ ਨੇ ਨਾ ਜੀ, ਥੱਲੇ ਉਹ ਕਮਜ਼ੋਰ ਨੇ, ਉਹ ਇੰਨੇ ਸਟਰੋਂਗ ਨਹੀਂ ਆ, ਉਹ ਆਪਣੀਆਂ ਪ੍ਰੋਬਲਮਸ 'ਚ ਫਸੇ ਹੋਏ ਆ। ਸੋ ਇੱਥੇ ਇਹ ਦਿੱਕਤ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਜਿਹੜੀ ਚੀਜ਼ ਐਂ ਲੱਗਦੀ ਹੈ ਨਾ ਜੀ, ਆਪਾਂ ਦੇਖੋ ਸੁਧਾਰ ਅੱਜ ਨਹੀਂ ਹੋਣਾ, ਨਾ ਸੁਧਾਰ 5 ਸਾਲ 'ਚ ਹੋਵੇ, ਨਾ 10 ਸਾਲ 'ਚ ਹੋਵੇ। ਹਰ ਇੱਕ ਕੌਮ ਲੰਬਾ ਚੱਲਦੀ ਹੈ। ਜੇ ਪੰਜਾਬ ਦੇ ਵਿੱਚ ਰਾਜ ਕਰਿਆ ਨਾ ਗੋਰਿਆਂ ਨੇ ਆ ਕੇ, ਤਾਂ ਉਹਨਾਂ ਨੇ 25-30 ਸਾਲ ਲਈ ਇੱਥੇ ਗੋਰਾ ਭੇਜਿਆ ਸੀ, ਜਿਹਨੇ ਆਪਣੀਆਂ ਕਿਤਾਬਾਂ ਤੇ ਆਪਣੀਆਂ ਗੰਨਾਂ ਆਪਣੇ ਤੋਂ ਵਾਪਸ ਲਈਆਂ ਸੀਗੀਆਂ, ਆਪਾਂ ਨੂੰ ਅਨਪੜ੍ਹ ਬਣਾ ਕੇ, ਫਿਰ ਜਾ ਕੇ ਉਹਨਾਂ ਨੇ ਆਪਣੇ ਤੇ ਰਾਜ ਕਰਿਆ, ਸਭ ਤੋਂ ਲੇਟ ਰਾਜ ਕਰਿਆ। ਸੋ ਇਹੀ ਹੁਣ ਇਹਦੇ ਉਹ ਹੈ ਵੀ ਆਪਾਂ ਸੁਧਾਰ ਕਿਵੇਂ ਕਰਨਾ। ਦੇਖੋ ਜੇਲ੍ਹਾਂ ਦੇ ਵਿੱਚ ਇੱਕ ਕੰਮ ਹੋਣਾ ਚਾਹੀਦਾ। ਇੱਕ ਤਾਂ ਹਾਰਡਕੋਰ ਕ੍ਰਿਮੀਨਲ ਹੈ, 10 ਸਾਲ ਤੋਂ ਕ੍ਰਾਈਮ ਕਰਦਾ ਆ ਰਿਹਾ, 30 ਸਾਲ ਦਾ, 35 ਸਾਲ ਦਾ, 40 ਸਾਲ ਦਾ, ਉਹ ਲੋਕ ਅੱਡ ਹੋਣੇ ਚਾਹੀਦੇ ਆ। ਤੇ 18 ਸਾਲ ਤੋਂ 30 ਸਾਲ ਦੇ ਜਿਹੜੇ ਯੰਗ ਮੁੰਡੇ, ਨਵੇਂ ਮੁੰਡੇ, ਪੜ੍ਹੇ ਲਿਖੇ ਨੇ, ਕਿਸੇ ਕਾਲਜ 'ਚ ਐਡਮਿਸ਼ਨ ਹੈ, ਕਿਸੇ ਮਾੜੇ ਮੋਟੇ ਲੜਾਈ ਝਗੜੇ 'ਚ ਅੰਦਰ ਆ ਗਿਆ, ਉਹਨੂੰ ਉਹਨਾਂ ਨਾਲ ਕਿਉਂ ਰੱਖੋਗੇ ਯਾਰ ਤੁਸੀਂ? ਉਹ ਤਾਂ ਹਾਰਡਕੋਰ ਕ੍ਰਿਮੀਨਲ ਨੇ, ਉਹ ਥੋੜੀ ਸੁਧਾਰ ਹੋਣ ਦੇਣਗੇ ਉਹਦਾ।
ਉਹ ਤਾਂ ਉਹਨੂੰ ਸੁਧਾਰਨ ਦੇਣੇ ਨਹੀਂ, ਇੱਕ ਤੋਂ ਆਪ ਇਮੈਚੁਰ ਆ, ਉਹਨੂੰ ਪਤਾ ਨਹੀਂ ਹੈ ਮੈਂ ਲਾਈਫ ਕਿਸ ਸਟੇਜ ਤੇ ਖੜਾ। ਰੈਡੀਕਲਾਈਜ਼ ਕਰਨਗੇ। ਹਾਂ, ਉਹਨੂੰ ਤੁਸੀਂ 2 ਪਾਰਟ ਕਰ ਦਿਓ, ਇੰਨਾ ਤੁਹਾਡੇ ਕੋਲ ਪੈਸਾ ਹੈ, ਜੀ। ਆਪਾਂ ਆਪਦੇ ਮੁੰਡਿਆਂ ਨੂੰ ਬਚਾਉਣਾ, ਆਪਣੇ ਯੰਗ ਨੂੰ ਬਚਾਉਣਾ, ਆਪਾਂ ਲੋਕਾਂ ਨੂੰ ਬਚਾਉਣਾ ਹੈ। ਆਪਣੇ ਕਿੰਨੇ ਅਨਮੋਲ ਹੀਰੇ ਜਾ ਰਹੇ ਨੇ ਆ ਕੰਮਾਂ ਕਰਕੇ, ਸਿਰਫ ਉਹਨਾਂ ਨੂੰ ਸਮਝ ਹੀ ਨਹੀਂ ਹੈ ਤਾਂ ਹੀ ਜਾ ਰਹੇ ਆ, ਨਹੀਂ ਏਡੇ ਵੱਡੇ ਨੁਕਸਾਨ ਕਰ ਰਹੇ ਨੇ, ਕਿੱਡੇ ਬੰਦੇ ਮਾਰਤੇ ਇਹਨਾਂ ਨੇ, ਹਨਾ। ਸੋ ਕਹਿੰਦਾ ਮਤਲਬ ਇਹ ਕੀ ਹੈ ਵੀ 2 ਜੇਲਾਂ ਅੱਡ ਕਰ ਦਿਓ, ਉਹ ਯੰਗ ਮੁੰਡੇ ਜਿਹੜੇ ਪੜ੍ਹੇ ਲਿਖੇ ਇੰਟੈਲੀਜੈਂਟ ਮੁੰਡੇ ਨੇ, ਉੱਥੇ ਉਹਨਾਂ ਦੀ ਕਾਉਂਸਲਿੰਗ ਹੋਣ, ਉੱਥੇ ਬੰਦੇ ਆਉਣ, ਉੱਥੇ ਸਿਆਣੇ ਬੰਦੇ ਆਉਣ, ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਕੇ ਮਿਲਦੇ ਹੋਣ, ਵੀਕਲੀ ਬਹਿੰਦੇ ਹੋਣ 2 ਘੰਟੇ। ਤੇ ਜਦੋਂ ਬੰਦਾ ਉਹਦੀ ਮਾਂ ਨੂੰ ਮਿਲੂਗਾ, ਪਿਓ ਨੂੰ ਮਿਲੂਗਾ, ਤਾਂ ਬੰਦਾ ਕਹੂਗਾ ਯਾਰ ਵੀ ਮੈਂ ਕਿਹੜੇ ਕੰਮ ਚੱਲੇ ਆ ਵੀ ਮੈਂ ਹਟਾਂ। ਹੁਣ ਜੇਲ੍ਹਾਂ 'ਚ ਕੋਈ ਮਿਲਣ ਦਿੰਦੇ ਨਹੀਂ ਆ ਮਹੀਨਾ, ਤੇ ਉਹ ਨਾਲ ਸਾਰੇ ਮਾੜੇ ਅਨਸਰ ਬੈਠੇ ਨੇ, ਉਹ ਕਹੂਗਾ ਵੀ ਤੂੰ ਕੋਈ ਗੱਲ ਨਾ ਟੈਨਸ਼ਨ ਨਾ ਲੈ, ਮੈਂ ਤੈਨੂੰ ਕਮਾਈ ਕਰਕੇ ਦਊਂਗਾ, ਤੈਨੂੰ ਮੈਂ ਦਿੰਦਾ ਪੈਸੇ, ਕਿਵੇਂ ਕਮਾਈ ਦੇ ਹੁੰਦੇ ਨੇ, ਐਂ ਕਰ। ਉਹ ਪੁੱਠੀਆਂ ਸਲਾਹਾਂ ਦਿੰਦੇ ਆ ਉਹਨਾਂ ਨੂੰ, ਨਵੇਂ ਮੁੰਡਿਆਂ ਨੂੰ। ਸੋ ਆਪਾਂ ਹੁਣ ਦੀ ਪੀੜ੍ਹੀ ਨੂੰ ਬਚਾਉਣ ਲਈ ਇਹ ਕੁਛ ਨਾ ਕੁਛ ਤਾਂ ਇਹਨਾਂ ਨੂੰ ਕਰਨਾ। ਆਪਣੇ ਕੋਲ ਬਜਟ ਦੀ ਕੋਈ ਕਮੀ ਨਹੀਂ ਹੈ, ਕਿੰਨਾ ਕੁ ਪੈਸਾ ਲੱਗ ਜਾਣਾ, 20, 50, 100 ਕਰੋੜ ਲੱਗ ਜੂ ਨਵੀਂ ਜੇਲ੍ਹ ਬਣਾਉਣ ਤੇ, ਕਿੱਡੀ ਕੁ ਵੱਡੀ ਗੱਲ ਆ। ਜੇ ਆਪਣੇ ਮੁਲਕ ਨੂੰ ਬਚਾਉਣਾ ਆਪਾਂ ਤੇ ਕਰ ਲਾਂਗੇ। ਉਹ ਵੀ ਤਾਂ ਕਿੰਨੀਆਂ ਐਡਾਂ ਦੇ ਕੇ ਤੁਸੀਂ ਪੈਸੇ ਬਰਬਾਦ ਕਰੀ ਜਾਂਦੇ ਹੋ, 5-5, 10 ਕਰੋੜ ਦੀ ਐਡ ਤੁਸੀਂ ਦਿੰਦੇ ਚਾਹੁੰਦੇ ਹੋ ਵੀ ਹੋ। ਜਿਹੜੇ ਨੌਜਵਾਨ ਜਿਹੜੇ ਨਵੇਂ ਜਾਂਦੇ ਨੇ ਜੇਲ੍ਹਾਂ 'ਚ ਕੋਈ ਪਿਟੀ ਕ੍ਰਾਈਮ ਕਰਕੇ, ਉਹਨਾਂ ਨੂੰ ਅਲੱਗ ਰੱਖਿਆ ਜਾਵੇ ਤਾਂ ਕਿ ਉਹਨਾਂ ਦੀ ਸੋਚ ਤੇ ਉਹ ਜਿਹੜੇ ਹਾਰਡਕੋਰ ਕ੍ਰਿਮੀਨਲਸ ਆ ਉਹਨਾਂ ਦੀ ਸੋਚ ਦਾ ਪ੍ਰਭਾਵ ਪੈ ਕੇ ਉਹ ਆਪਣੇ ਗੈਂਗ ਨੂੰ, ਸਿੰਡੀਕੇਟ ਨੂੰ ਵਧਾ ਨਾ ਲੈਣ, ਉਹਨਾਂ ਨੂੰ ਸ਼ਾਮਿਲ ਕਰਕੇ। ਕਿਉਂਕਿ ਜੀ ਇੰਟੈਲੀਜੈਂਟ ਮੁੰਡੇ ਬਹੁਤ ਜ਼ਿਆਦਾ ਡੇਂਜਰਸ ਹੁੰਦੇ ਨੇ, ਇਹ ਸਮਝਣ ਦੀ ਲੋੜ ਹੈ। ਇੰਟੈਲੀਜੈਂਟ ਬੰਦਾ ਅਗਰ ਕ੍ਰਾਈਮ 'ਚ ਜਾਂਦਾ ਹੈ, ਉਹਨੂੰ ਤੁਸੀਂ, ਕਿਉਂਕਿ ਉਹ ਉਹਨਾਂ ਦੇ ਲੈਵਲ ਦੀ ਆ ਗਿਆ ਜਿਸ ਲੈਵਲ ਦੇ ਆਫੀਸਰਸ ਨੇ, ਜੋ PCS, IPS, IPPS ਸਾਰੇ ਨੇ ਨਾ, ਉਸ ਲੈਵਲ ਤੇ ਆਮ ਬੰਦਾ, ਕਈ ਵਾਰੀ ਕਿਸੇ ਬੰਦਾ ਐਗਜ਼ਾਮ ਨਹੀਂ ਕਲੀਅਰ ਹੋਇਆ, ਮੰਨ ਲਓ ਮੇਰੀ ਗੱਲ, ਕਿਸੇ ਬੰਦੇ ਦਾ ਐਗਜ਼ਾਮ ਕਰੈਕ ਨਹੀਂ ਹੋਇਆ, ਕੁਝ ਨੰਬਰਾਂ ਕਰਕੇ ਉਹ ਰਹਿ ਗਿਆ ਤੇ ਉਹਨੂੰ ਨੌਕਰੀ ਨਹੀਂ ਮਿਲੀ, ਛੋਟੀ ਨੌਕਰੀ ਉਹ ਕਰਦਾ ਨਹੀਂ, ਤੇ ਜੇ ਉਹਨੂੰ ਬਾਈ ਚਾਂਸ ਮੰਨ ਲਓ 100 ਚੋਂ ਇੱਕ ਬੰਦਾ ਕ੍ਰਾਈਮ ਵਾਲੇ ਪਾਸੇ ਚਲਾ ਗਿਆ, ਨੋਇੰਗਲੀ ਅਨਨੋਇੰਗਲੀ, ਜਾਂ ਹਾਲਾਤ ਬਣ ਗਏ, ਉਹ ਬੰਦੇ ਨੂੰ ਤੁਸੀਂ ਮੈਚ ਕਿਵੇਂ ਕਰੋਗੇ? ਤੁਹਾਡੇ ਲੈਵਲ ਦਾ ਬੰਦਾ ਗਾ ਉਹ, ਆਪਾਂ ਇਹਨੂੰ ਕਿਵੇਂ ਡਿਫਾਈਨ ਕਰੋਗੇ ਤੁਸੀਂ ਵੀ ਉਹ ਕ੍ਰਾਈਮ, ਉਹ ਤੁਹਾਡੇ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਉਹ ਸੋਚੂਗਾ। ਸੋ ਆਪਾਂ ਨੂੰ ਆਈਸੋਲੇਟ ਤਾਂ ਕਰਨਾ ਹੀ ਪੈਣਾ। ਦੂਸਰਾ ਉਹਨਾਂ ਨੂੰ ਕੀ ਹੈ, ਜਦੋਂ ਪਰਿਵਾਰ ਨੂੰ ਮਿਲਦੇ ਰਹਿਣਗੇ ਨਾ ਜੀ, ਤਾਂ ਉਹਨਾਂ ਨੂੰ ਇੱਕ ਉਮੀਦ ਜਾਗਦੀ ਹੈ, ਆਪਦੀ ਮਾਂ ਕੰਨੀ ਦੇਖੂਗਾ ਯਾਰ ਵੀ ਕਿਵੇਂ ਰੁਲਦੇ ਆ ਵਿਚਾਰੇ, ਹਨਾ। ਤਾਂ ਉਹ ਕਿਤੇ ਨਾ ਕਿਤੇ ਉਹਨੂੰ ਵਾਪਸ ਆਉਣ ਦਾ ਕੋਈ ਕਾਰਨ ਮਿਲੂਗਾ, ਨਹੀਂ ਤਾਂ ਇਹ ਐਂ ਚੱਲੀ ਜਾਣਾ। ਇਹ ਪੈਰਲਲ ਇੱਕ ਸਿੰਡੀਕੇਟ ਬਣ ਗਿਆ, ਪੈਸਾ ਬਹੁਤ ਹੈ ਜੀ, ਫੋਨ ਕਰੇ ਤੁਹਾਨੂੰ ਪੈਸਾ ਮਿਲਦਾ ਹੋਵੇ, ਤੁਸੀਂ ਕੰਮ ਕਿਉਂ ਕਰੋਗੇ? ਮੈਨੂੰ ਗੱਲ ਦਾ ਜਵਾਬ ਦਿਓ। ਇੱਥੇ ਕੋਈ ਬੰਦਾ ਕੰਮ ਕਰਨ ਜਾਂਦਾ ਤਾਂ ਸਾਰਾ ਦਿਨ ਸਰੀਰ ਤੋੜਦਾ, ਤਾਂ ਜਾ ਕੇ 700 ਰੁਪਇਆ 500 ਰੁਪਇਆ ਦਿਹਾੜੀ ਮਿਲਦੀ ਹੈ, ਤੇ ਜੇ ਤੁਹਾਨੂੰ ਵੈਸੇ ਹੀ ਚੈਨਲ ਬਣਾ ਕੇ ਪੈਸੇ ਮਿਲਦੇ ਹੋਣ, ਫੋਨ ਤੇ ਪੈਸੇ ਮਿਲਦੇ, ਤੁਸੀਂ ਕੀ ਕਰੋ, ਕੰਮ ਕਿਉਂ ਕਰੋਗੇ? ਜੇਲ੍ਹਾਂ ਚੋਂ ਜਾਂ ਕ੍ਰਾਈਮ ਦੇ ਵਿੱਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਹੈਗਾ ਸਾਡੇ। ਕ੍ਰਾਈਮ ਜੇ ਇੱਕ ਵਾਰੀ ਕ੍ਰਿਮੀਨਲ ਬਣ ਗਿਆ ਤਾਂ ਉਹਨੂੰ ਇੰਨਾ ਹਿਊਮੀਲੇਟ ਕਰ ਦਿੱਤਾ ਜਾਂਦਾ ਕਿ ਉਹ ਆਪਣੀ ਨਾਰਮਲ ਜ਼ਿੰਦਗੀ 'ਚ, ਮੇਨ ਸਟ੍ਰੀਮ 'ਚ ਵਾਪਿਸ ਆ ਹੀ ਨਹੀਂ ਸਕਦਾ। ਔਰ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ, ਇਹਨਾਂ ਦੇ ਲਈ ਤਾਂ ਲਾਰੈਂਸ ਦੇ ਲਈ ਹੁਣ ਕੋਈ ਆਪਸ਼ਨ ਹੀ ਨਹੀਂ ਛੱਡਿਆ ਮੈਨੂੰ ਲੱਗਦਾ ਪੁਲਿਸ ਨੇ ਕਿ ਉਹ ਬਾਹਰ ਆ ਸਕੇ। ਮੈਂ ਇੱਥੇ ਇੱਕ ਗੱਲ ਨੂੰ ਇਸ ਪਾਸੇ ਤੋਂ ਵੀ ਲੈਣਾ ਚਾਹੁੰਦੀ ਹਾਂ, ਉਸ ਤੋਂ ਅਗਲਾ ਸਵਾਲ ਮੇਰਾ ਬਹੁਤ ਇੰਪੋਰਟੈਂਟ ਵਰਿੰਦਰ ਜੀ ਤੁਹਾਡੇ ਵੱਲ ਆਏਗਾ। ਆਕਾਸ਼, ਲਾਰੈਂਸ ਬਿਸ਼ਨੋਈ ਨੂੰ ਜਿਸ ਤਰ੍ਹਾਂ ਪੁਲਿਸ ਨੇ ਬਹੁਤ ਬੁਲੇਟ ਪ੍ਰੂਫ, ਉਹ ਜਿਹੜੀ ਬੰਬ ਪ੍ਰੂਫ ਗੱਡੀ ਦੇ ਵਿੱਚ ਇੱਕ ਬਹੁਤ ਹਾਈ ਸਿਕਿਉਰਿਟੀ ਦੇ ਵਿੱਚ ਰੱਖ ਕੇ ਬਹੁਤ ਪੁਲਿਸ ਆਫੀਸਰਸ ਉਹਦੇ ਨਾਲ ਤਾਇਨਾਤ ਕੀਤੇ, ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਸੜਕਾਂ ਜਾਮ, ਇੰਨੀ ਪ੍ਰਾਈਮ ਮਿਨਿਸਟਰ ਦੇ ਨਾਲ ਸਿਕਿਉਰਿਟੀ, ਇੰਨੀ ਚੀਫ ਮਿਨਿਸਟਰ ਦੇ ਨਾਲ, ਪਲੱਸ ਹੁਣ ਗੈਂਗਸਟਰਾਂ ਨਾਲ ਸਿਕਿਉਰਿਟੀ ਵੀ ਲੋਕਾਂ ਦੀ ਲਈ ਇੱਕ ਪ੍ਰੋਬਲਮ ਦਾ ਕਾਰਨ ਬਣ ਰਹੀ ਹੈ। ਤੁਸੀਂ VIP ਟ੍ਰੀਟਮੈਂਟ ਇਹਨਾਂ ਗੈਂਗਸਟਰਸ ਨੂੰ, ਇਹ ਸਿਕਿਉਰਿਟੀ ਕਵਰ ਤੇ ਕੀ ਵਿਚਾਰ ਰੱਖਦੇ ਹੋ? ਦੇਖੋ, ਉਹ ਇੱਕ ਮਤਲਬ ਜਦੋਂ ਕੋਈ ਹਾਈ ਪ੍ਰੋਫਾਈਲ ਕੇਸ ਆ, ਉਹਦੇ ਵਿੱਚ ਕੋਈ ਕ੍ਰਿਮੀਨਲ ਮਾਸਟਰਮਾਈਂਡ ਇਨਵੋਲਵਡ ਹੈਗਾ, ਤੇ ਕਿਤੇ ਨਾ ਕਿਤੇ ਪੁਲਿਸ ਦਾ, ਹੁਣ ਜਿਵੇਂ ਆਪਾਂ ਕਹਿੰਦੇ ਕਿ ਇਹਨਾਂ ਨੂੰ VIP ਟ੍ਰੀਟਮੈਂਟ ਦਿੱਤਾ ਜਾਂਦਾ, ਪਰ ਜੇ ਕੋਈ ਇੱਕ ਪੁਲਿਸ, ਜੇ ਆਪਾਂ ਕਿਸੇ ਨੂੰ ਪੁੱਛੇ ਜਿਹੜਾ ਕੋਈ ਪੁਲਿਸ ਆਫਿਸਰ ਆ, ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਮੈਂਬਰ ਨੇ, ਉਹ ਵੀ ਇਹ ਜਸਟੀਫਿਕੇਸ਼ਨ ਦੇ ਸਕਦੇ ਆ ਕਿ ਜੇ ਅਸੀਂ ਇਹਦੀ ਸਿਕਿਉਰਿਟੀ ਇਨਸ਼ੋਰ ਨਹੀਂ ਕਰਾਂਗੇ, ਜੇ ਇਹਨੂੰ ਕੁਝ ਹੋ ਜਾਂਦਾ, ਤਾਂ ਫਿਰ ਹਰੇਕ ਨੂੰ ਆਪਣੀ ਨੌਕਰੀ ਪਿਆਰੀ ਹੁੰਦੀ ਹੈ, ਤੇ ਇਹ ਫੈਕਟਰ ਹੈਗੇ ਨੇ। ਬਾਕੀ ਜਿਵੇਂ ਐਜ਼ ਅ ਸੋਸਾਇਟੀ ਆਪਾਂ ਨੂੰ ਰਿਫਾਰਮ ਕਰਨ ਦੀ ਲੋੜ ਆ। ਜਿਵੇਂ ਬਾਈ ਜੀ ਨੇ ਕਿਹਾ ਕਿ ਜਦੋਂ ਕੋਈ ਜੇਲ੍ਹ ਦੇ ਵਿੱਚ ਆ ਤਾਂ ਉਹਨੂੰ ਅੱਡ ਰੱਖਿਆ ਜਾਵੇ, ਜੇ ਕੋਈ ਯੰਗ ਮੁੰਡਾ ਉਹਨੂੰ ਆਪਣੇ ਪਰਿਵਾਰ ਨਾਲ ਮਿਲਣ ਕਰਨ ਦਿੱਤਾ ਜਾਵੇ। ਇਹਨਾਂ ਚੀਜ਼ਾਂ ਨਾਲ ਸੁਧਾਰ ਜ਼ਰੂਰ ਆਉਣਾ ਚਾਹੀਦਾ। ਬਾਕੀ ਐਜ਼ ਅ ਸੋਸਾਇਟੀ ਜੇ ਰਿਫਾਰਮ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਦੇ ਫਾਇਦੇ ਹੋਣਗੇ। ਜਿਹੜਾ ਗੈਂਗਸਟਰਿਜ਼ਮ ਆ, ਇਹ ਚੀਜ਼ ਘਟ ਜੂਗੀ। ਹੁਣ ਇੱਕ ਕਲਟ ਵਾਲੀ ਗੱਲ ਵੀ ਹੈ, ਜਿਵੇਂ ਤੁਸੀਂ ਗੱਲ ਕਹੀ ਕਿ ਜੇ ਕੋਈ ਪੈਟੀ ਕ੍ਰਾਈਮ ਕਰਦਾ ਕੁਛ, ਤਾਂ ਉਹਨੂੰ ਇੰਨਾ ਕਿ ਹਿਊਮਿਲੇਟ ਕਰ ਦਿੱਤਾ ਜਾਂਦਾ। ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਰਿਫਾਰਮ ਕਰਨ ਦੀ ਲੋੜ ਆ, ਜੇਲ੍ਹ ਰਿਫਾਰਮਸ ਲਿਆਉਣ ਦੀ ਲੋੜ ਆ, ਜਾਂ ਫਿਰ ਇੱਕ ਕਮਿਊਨਿਟੀ ਦੇ ਵਿੱਚ ਰਿਫਾਰਮਸ ਲਿਆਉਣ ਦੀ ਲੋੜ ਆ। ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਜਾਂ ਤਾਂ ਆਪਾਂ ਉਹਨੂੰ ਜਮਾਂ ਹੇਟ ਕਰਾਂਗੇ, ਜਾਂ ਫਿਰ ਫਿਰ ਉਹ ਸੋਸ਼ਲ ਮੀਡੀਆ ਤੇ ਆਪਾਂ ਉਹਨਾਂ ਨੂੰ ਗਲੋਰੀਫਾਈ ਕਰਨ ਲੱਗ ਪੈਂਦੇ ਹਾਂ। ਦੋ ਐਕਸਟ੍ਰੀਮਸ ਨੇ, ਵੀ ਇੱਕ ਕੋਈ ਵਿਚਾਲੇ ਦਾ ਉਹ ਰਾਹ ਨਹੀਂ ਹੈਗਾ ਵੀ ਇਹਨਾਂ ਨੂੰ ਰਿਫਾਰਮ ਕਰਕੇ ਕਿਸੇ ਹਿਸਾਬ ਨਾਲ ਆਪਣੇ ਸਮਾਜ ਨੂੰ ਬਚਾਇਆ ਜਾ ਸਕੇ।
ਰਾਈਟ ਵਰਿੰਦਰ ਜੀ, ਇੱਕ ਸਵਾਲ ਤੁਹਾਡੇ ਵੱਲ, ਤੁਹਾਡੇ ਐਕਸਪੀਰੀਅੰਸ ਦੇ ਵਿੱਚੋਂ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੀਆਂ ਇਲੈਕਸ਼ਨਸ ਜਿਹੜੀਆਂ ਬਹੁਤ ਫੇਮਸ ਹੈ। ਆਪਣੇ ਪੰਜਾਬ ਦੀ ਇੱਕ ਆਪਣੀ ਅਨਫੋਰਚੂਨੇਟ ਸਿਚੁਏਸ਼ਨ ਹੀ ਹੈ ਕਿ ਆਪਣੇ ਪੰਜਾਬ 'ਚ ਇਲੈਕਸ਼ਨਾਂ ਬੈਨ ਨੇ ਸਟੂਡੈਂਟਸ ਦੀਆਂ। ਔਰ ਮੈਂ ਕਈ ਵਾਰੀ ਇਹ ਗੱਲ ਨੂੰ ਕੀਤਾ ਵੀ ਹੈ ਕਿ ਇਲੈਕਸ਼ਨ ਖੁੱਲ੍ਹਣੇ ਚਾਹੀਦੇ ਆ ਕਿ ਪੰਜਾਬ 'ਚ ਸਟੂਡੈਂਟ ਜਿਹੜੇ ਆ ਉਹਨਾਂ ਦੇ ਕੋਲ ਇੱਕ ਉਹ ਨਰਸਰੀ ਆਪਣੇ ਕੋਲ ਆ ਸਕੇ ਲੀਡਰਸ਼ਿਪ ਦੀ। ਪਰ ਸਿਰਫ ਪੰਜਾਬ ਯੂਨੀਵਰਸਿਟੀ ਹੈ ਜਿੱਥੇ ਇਲੈਕਸ਼ਨ ਹੁੰਦੇ ਔਰ ਬਹੁਤ ਖੂਬ ਹੁੰਦੇ ਆ। ਇੱਥੇ ਦੋ ਪਾਰਟੀਆਂ ਸੀ, ਬੜੇ ਨਾਮੀ ਪਾਰਟੀਆਂ ਸੀ, ਸੋਪੂ ਐਂਡ ਪੁੱਸੂ। ਪਰ ਇੱਕ ਦੌਰ ਆਉਂਦਾ ਜਿੱਥੇ NSUI ਐਂਡ ਸੋਈ, ਜਿਹੜੀ NSUI ਕਾਂਗਰਸ ਦੀ ਸਟੂਡੈਂਟ ਯੂਨੀਅਨ ਹੈ ਔਰ ਜਿਹੜੀ ਸੋਈ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ, ਇਹ ਐਦਾਂ ਇਮਰਜ ਹੁੰਦੀਆਂ ਨੇ, ਇੱਕ ਵਾਮਰੋਲਾ ਬਣ ਕੇ ਬਾਹਰ ਨਿਕਲ ਕੇ ਆਉਂਦੀਆਂ ਨੇ ਔਰ ਸੋਪੂ ਔਰ ਪੁੱਸੂ ਨੂੰ ਇੱਕ ਤਰ੍ਹਾਂ ਦੇ ਨਾਲ ਬਹੁਤ ਥੱਲੇ ਲੱਗ ਜਾਂਦਾ। ਸੋਪੂ ਚੋਂ ਨਿਕਲ ਕੇ ਹੀ ਲੀਡਰ ਸੋਈ ਦੇ ਵਿੱਚ, NSUI ਦੇ ਵਿੱਚ ਇਹਨਾਂ ਪਾਰਟੀਆਂ ਨੂੰ ਸਟਰੈਂਥਨ ਕਰਦੇ ਆ ਜਿਹੜੀਆਂ ਪਾਰਟੀਆਂ ਨੂੰ ਪਿੱਛੇ ਵੱਡੀਆਂ ਪਾਰਟੀਆਂ ਦਾ ਸਮਰਥਨ ਹੈ। ਔਰ ਸੋਪੂ ਔਰ ਪੁੱਸੀ ਉਹ ਪਾਰਟੀਆਂ ਸੀ ਜਿਨ੍ਹਾਂ ਨੂੰ ਕਦੀ ਵੀ ਕਿਸੇ ਐਦਾਂ ਦੀ ਪੋਲੀਟੀਕਲ ਪਾਰਟੀ ਦਾ, ਜਿੰਨਾ ਕੁ ਮੈਂ ਜਾਣਦੀ ਹਾਂ, ਸਮਰਥਨ ਨਹੀਂ ਰਿਹਾ। ਸਿਰਫ ਸਟੂਡੈਂਟ ਜਿਹੜੇ ਸੀ, ਯੰਗ ਮਾਈਂਡ ਸੀ, ਯੰਗ ਥਾਟ ਸੀ, ਉਹ ਇਹਨਾਂ ਪਾਰਟੀਆਂ ਨੂੰ ਚਲਾਉਂਦਾ ਸੀ। ਇੱਕ ਵਾਰੀ ਦੱਸੋ ਕਿਵੇਂ ਹਾਲਾਤ ਬਦਲੇ ਯੂਨੀਵਰਸਿਟੀ 'ਚ? ਦੇਖੋ, ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਜਿੰਨਾ ਚਿਰ ਮੈਂ ਸਟੂਡੈਂਟ ਪੋਲਿਟਿਕਸ 'ਚ ਐਕਟਿਵ ਰਿਹਾ ਨਾ ਜੀ, 2004 ਤੋਂ ਲੈ ਕੇ 2007-08 ਤੱਕ ਮੈਂ ਉੱਥੇ ਸੀਗਾ। ਉਸ ਤੋਂ ਬਾਅਦ ਵੀ ਆਇਆ ਪਰ ਮੈਂ ਉੱਦਾਂ ਜ਼ਿਆਦਾ ਨਹੀਂ ਸੀਗਾ। ਮੈਂ ਇਹ ਦੇਖਿਆ ਸੀ ਪਹਿਲਾਂ ਬੜੀ ਪੋਜ਼ਿਟਿਵ ਕੰਪੇਨ ਹੁੰਦੀ ਸੀ, ਬਹੁਤ ਜ਼ਿਆਦਾ ਪੋਜ਼ਿਟਿਵ। ਝਗੜਾ ਹੁੰਦਾ ਸੀ, ਦੇਖੋ ਜਿੱਥੇ ਮੁੰਡੇ ਹੋਣਗੇ 100 ਮੁੰਡਾ ਇੱਕ ਪਾਸੇ 100 ਇੱਕ ਪਾਸੇ, ਮਾੜਾ ਮੋਟਾ ਕਿਸੇ ਦੀ ਬਹਿਸ ਵਸਾਈ ਹੁੰਦੀ ਹੈ, ਕੋਈ ਉਸ ਦਾ ਪਰਸਨਲ ਰੰਜਿਸ਼ ਵੀ ਹੁੰਦੀ ਹੈ, ਕਿਸੇ ਦੀ ਹੋਸਟਲਾਂ 'ਚ ਰਹਿੰਦੇ ਇਕੱਠੇ ਕਿਤੇ ਕੋਈ ਹੋ ਜਾਂਦਾ। ਪਰ ਇੰਨੀ ਕਿਤੇ ਮੈਂ ਨਹੀਂ, ਵਧੀਆ ਪੋਜ਼ਿਟਿਵ ਕੰਪੇਨ ਕਰਦੇ ਸੀ। ਗਰਲਜ਼ ਹੋਸਟਲ ਜਾਣਾ, ਸਪੀਚ ਦੇਣੀ, ਰਾਤ ਨੂੰ ਬॉयਜ਼ ਹੋਸਟਲ ਜਾਣਾ, ਇਕੱਠੇ ਨਾਲ ਬਹਿਣਾ, ਮੀਟਿੰਗਸ ਕਰਨੀਆਂ, ਗੱਲਾਂ ਕਰਨੀਆਂ, ਆਪਣਾ ਦੱਸਣਾ ਆਪਾਂ ਕੀ ਕਰਨਾ। ਔਰ ਸਾਰੇ ਮੁੱਦੇ ਯੂਨੀਵਰਸਿਟੀ ਦੇ ਰਿਲੇਟਡ ਹੁੰਦੇ ਸੀਗੇ ਵੀ ਆਪਾਂ ਫੀਸ, ਜਿਵੇਂ ਉੱਥੇ ਸਾਡੇ ਵੇਲੇ ਫੀਸ ਬਹੁਤ ਵੱਡੀ ਪ੍ਰੋਬਲਮ ਸੀ। ਫੀਸ ਭਰਨ ਦੀ ਨਾ ਸਾਰਾ ਦਿਨ ਵੇਸਟ ਹੋ ਜਾਂਦਾ ਸੀ ਸਿਰਫ ਇੱਕ ਫੀਸ ਭਰਨ ਵਾਸਤੇ, ਇੱਕ ਮਹੀਨੇ ਦੀ ਫੀਸ ਭਰਨ ਵਾਸਤੇ, ਠੀਕ ਹੈ। ਪਰ ਉਹਨਾਂ ਨੂੰ ਚੇਂਜਸ ਕਰਿਆ ਜਾਂ ਹੋਰ ਕੋਈ ਇਕਵਿਪਮੈਂਟ ਖਰਾਬ ਹੋ ਰਿਹਾ ਨਾ, ਇਹ ਮੁੱਦੇ ਸੀ। ਪਰ ਜਦੋਂ NSUI ਸੋਈ AVP ਇਹ ਆਇਆ, ਹੁਣ ਤੁਸੀਂ ਮੁੱਦੇ ਦੇਖੋ, ਕੋਈ ਸੈਂਟਰ ਦੀ ਸਰਕਾਰ ਕੋਈ ਨਵਾਂ ਕਾਨੂੰਨ ਲਿਆਉਂਦੀ ਆ, ਇੱਧਰ NSUI ਉਲਟ ਹੋ ਜਾਂਦੀ ਹੈ, ਇੱਧਰੋਂ ਦੂਸਰੇ ਵੀ ਇਹ ਮੁੱਦੇ। ਉਹਦੇ ਵਾਸਤੇ ਯੂਥ ਕਾਂਗਰਸ ਹੈਗੀ ਹੈ, ਉਹਦੇ ਵਾਸਤੇ ਨੈਸ਼ਨਲ ਕਾਂਗਰਸ ਹੈਗੀ ਹੈ, ਉਹਦੇ ਵਾਸਤੇ ਯੂਥ ਅਕਾਲੀ ਦਲ ਹੈਗਾ। ਇਹ ਕਾਰਨ ਤੁਹਾਡੇ ਪੋਲੀਟੀਕਲ ਪਾਰਟੀਆਂ ਨੇ ਉਹ ਕਰਨ ਵਿਰੋਧ। ਤੁਸੀਂ ਕਿਉਂ ਹੁਣ ਜਿਵੇਂ ਕਸ਼ਮੀਰ ਦੀ ਧਾਰਾ ਉਹ ਲੱਗੀ, ਉਹਦੇ ਵਿੱਚ ਇੱਥੇ ਕਿੰਨੀ ਲੜਾਈ ਹੋਈ ਹੈ, AVP ਵਰਸਸ ਜਿਹੜੇ ਕਾਮਰੇਡ ਸੀਗੇ, ਲੜੋ ਲੜਾਈ ਹੋਏ ਨੇ, ਪੱਥਰ ਚੱਲੀਆਂ, ਇੱਟਾਂ ਚੱਲੇ, ਰੋੜੇ। ਮਤਲਬ ਇਹ ਤੁਸੀਂ ਇਹ ਕੋਈ ਲੀਡਰ ਥੋੜੀ ਪੈਦਾ ਕਰ ਰਹੇ ਹੋ ਜੀ, ਇਹ ਕੋਈ ਏਦਾਂ ਲੀਡਰ ਬਣਦੇ ਹੁੰਦੇ ਆ। ਲੀਡਰ ਬਣਦਾ ਜੀ ਵਿਚਾਰ ਨਾਲ, ਸੋਚ ਨਾਲ। ਉਹ ਆਪਣੇ ਨਾਲ ਮੁੰਡਿਆਂ ਨੂੰ ਨਾਲ ਲੈ ਕੇ ਚੱਲਦਾ, ਗਰਲਜ਼ ਨੂੰ ਨਾਲ ਲੈ ਕੇ ਚੱਲਦਾ। ਉਹ ਇੱਕ ਪੋਜ਼ਿਟਿਵ ਸੋਚ ਲੈ ਕੇ ਚੱਲਦਾ ਵੀ ਆਪਾਂ ਗਰੋ ਕਿਵੇਂ ਕਰਨਾ, ਸਮਾਜ ਸੁਧਾਰ ਕਿਵੇਂ ਕਰਨਾ। ਮੈਂ ਹੁਣ ਤੁਹਾਨੂੰ ਦੱਸ ਦਿੰਦਾ, ਯੂਨੀਵਰਸਿਟੀ ਦੇ ਵਿੱਚ ਇੱਕ ਵੀ, ਮੈਂ ਹੁਣੇ ਜਾ ਕੇ ਆਇਆ 20 ਦਿਨ ਹੋ ਗਏ, ਉਦੋਂ ਚਲੋ ਨਵਾਂ ਸ਼ੁਰੂ ਹੋਇਆ ਸੀਗਾ, ਕੋਈ ਵੀ ਪੋਜ਼ਿਟਿਵ ਉੱਥੇ ਕੋਈ ਚੀਜ਼ ਨਹੀਂ ਚੱਲਦੀ। ਕੋਈ ਜਾਤਾਂ ਨੂੰ ਲੈ ਕੇ ਰੌਲਾ ਪਾ ਰਿਹਾ, ਕੋਈ ਧਰਮਾਂ ਨੂੰ ਲੈ ਕੇ ਪਾ ਰਿਹਾ, ਕੋਈ ਹੋਰ। ਮਤਲਬ ਆ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਨਾ, ਇਹਦਾ ਰੂਪ ਰੇਖਾ ਬਦਲਤੀ ਆ। ਔਰ ਮੈਂ ਤੁਹਾਨੂੰ ਇਹ ਕਹਿ ਰਿਹਾ, ਇਹੀ ਜੋ ਵੱਡੀਆਂ ਅਥਾਰਟੀਜ਼ ਨੇ ਉਹ ਇਹੀ ਚਾਹੁੰਦੇ ਨੇ ਵੀ ਚੰਗੇ। ਹੁਣ ਮੈਨੂੰ ਤੁਸੀਂ ਐਂ ਦੱਸੋ, ਰੀਸੈਂਟ ਸਮੇਂ ਦੇ ਵਿੱਚੋਂ 2010 ਤੋਂ 2022 ਆ ਗਿਆ, 12 ਸਾਲ ਹੋ ਗਏ, ਯੂਨੀਵਰਸਿਟੀ ਚੋਂ ਕਿੰਨੇ ਲੀਡਰ ਨਿਕਲ ਕੇ ਇਲੈਕਸ਼ਨ ਲੜੇ ਆ, ਜਾਂ ਮੈਨੂੰ ਲੱਗਦਾ ਵੀ ਤੁਹਾਨੂੰ ਇਲੈਕਸ਼ਨ ਲੜੂਗਾ? ਸਾਰੇ ਪੁਰਾਣੇ ਨਿਕਲੇ ਹੋਏ ਨੇ। ਦਲਵੀਰ ਗੋਲਡੀ ਤੋਂ ਲੈ ਕੇ ਜਟਾਣਾ ਜੀ ਹੋ ਗਏ, ਬਰਿੰਦਰ ਢਿੱਲੋਂ ਹੋ ਗਿਆ, ਨਾਗਰਾ ਜੀ ਹੋ ਗਏ, ਪੂਸੂ ਚੋਂ ਵੀ ਕਈ ਹੋਏ ਨੇ, ਮਨਿੰਦਰ ਕੰਗ ਜੀ ਹੋ ਗਏ, ਆਮ ਆਦਮੀ ਪਾਰਟੀ ਜੁਆਇਨ ਕਰੀ ਹੈ, ਜਾਂ ਹੋਰ ਵੀ ਮੁੰਡੇ ਬਹੁਤ ਸਾਰੇ ਨੇ। ਆਹ 2010 ਤੋਂ ਲੈ ਕੇ 2022 ਵਾਲੇ ਕੋਈ ਨਹੀਂ ਤੁਹਾਨੂੰ ਪਹੁੰਚਦਾ ਦਿਖੂਗਾ, ਕਿਉਂਕਿ ਇਹਨਾਂ 'ਚ ਉਹ ਲੀਡਰਸ਼ਿਪ ਕੁਆਲਿਟੀ ਰਹੀ ਨਹੀਂ ਹੈ। ਪੋਲੀਟੀਕਲ ਪਾਰਟੀਆਂ ਦੇ ਇੱਕ ਕਠਪੁਤਲੀਆਂ ਬਣੀਆਂ ਹੋਈਆਂ ਨੇ। ਜੇ ਉਹ ਉੱਪਰੋਂ ਏਦਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਡੋਰ ਹਿਲਾ ਦਿੰਦੇ ਆ ਵੀ ਯਾਰ ਵੀ ਸਾਡੇ ਪ੍ਰਧਾਨ ਨੂੰ ਐਂ ਕਿਹਾ ਜਾ ਕੇ ਰੌਲਾ ਪਾਓ ਬਾਈ ਤੁਸੀਂ, ਉਹ ਬਸ ਰੌਲਾ ਪਾ ਲੈਂਦੇ ਨੇ। ਕੋਈ ਵਿਚਾਰ ਦੀ ਤਾਂ ਗੱਲ ਨਹੀਂ ਨਾ ਹੈਗੀ। ਇੱਥੇ ਗੱਲ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੇ ਰਿਲੇਟਡ ਵੀ ਮੁੰਡੇ ਨਵੇਂ ਆ ਰਹੇ ਆ, ਯੰਗਸਟਰ ਮੁੰਡੇ ਆ ਰਹੇ ਆ, ਉਹਨਾਂ ਨੂੰ ਫੈਸਿਲਿਟੀਜ਼ ਕਿਵੇਂ ਦੇਣੀਆਂ ਨੇ, ਹੋਸਟਲਸ ਵਧੀਆ ਹੈ ਕਿ ਨਹੀਂ ਹੈ, ਇਨਫਰਾਸਟ੍ਰਕਚਰ ਅਪ ਟੂ ਡੇਟ ਹੈ ਕਿ ਨਹੀਂ ਹੈ, ਸਿਲੇਬਸ ਵਗੈਰਾ ਸਭ ਕੁਝ ਠੀਕ ਹੈ, ਲਾਇਬ੍ਰੇਰੀ ਵਿੱਚ ਬੁੱਕਸ ਹੈਗੀਆਂ ਨੇ। ਇਹ ਪ੍ਰੋਬਲਮਸ ਹੋਣੀਆਂ ਚਾਹੀਦੀਆਂ ਨੇ, ਇਸ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਇਹਦੀ ਇੰਪਰੂਵਮੈਂਟ ਦੀ ਗੱਲ ਹੋਣੀ ਚਾਹੀਦੀ ਹੈ, ਨਾ ਕਿ ਸੈਂਟਰ ਦੀ ਸਰਕਾਰ ਕੀ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈ, ਇਹਨਾਂ ਨੇ ਕੀ ਨੌਕਰੀਆਂ। ਮਤਲਬ ਇਹ ਠੀਕ ਹੈ, ਇਹ ਮੁੱਦੇ ਹੈਗੇ ਨੇ, ਪਰ ਇਹ ਇੱਕ ਪਾਰਟ ਹੈ। ਇਹ ਓਵਰਆਲ ਇਹਦੇ ਵਿੱਚ ਸਟੂਡੈਂਟਸ ਦੇ ਮੁੱਦਿਆਂ ਤੋਂ ਧਿਆਨ ਭੜਕਾ ਕੇ ਜਿਹੜੀਆਂ ਵੱਡੀਆਂ ਪਾਰਟੀਆਂ ਦੀ ਕਠਪੁਤਲੀ ਬਣ ਕੇ ਹੀ ਸਟੂਡੈਂਟ ਯੂਨਿਟ ਜਿਹੜੇ ਆ ਉਹ ਨੱਚਣ ਲੱਗ ਪਏ ਆ, ਤੁਹਾਡਾ ਕਹਿਣਾ ਇਹ ਹੈ। ਫਿਰ ਤੁਸੀਂ ਉਸ ਸਮੇਂ ਤੇ ਆਓ ਜਦੋਂ ਸੋਪੂ ਜਿਹੜੀ ਆ ਕਮਜ਼ੋਰ ਪੈਂਦੀ ਆ, ਉਹਦੇ ਚੋਂ ਇੱਕ ਬਹੁਤ ਵੱਡਾ ਇਕੱਠ ਹੁੰਦਾ ਹੈ ਜਿੱਥੇ ਰਾਹੁਲ ਗਾਂਧੀ ਆਉਂਦੇ ਨੇ, ਸਟੇਜਾਂ ਸੱਜਦੀਆਂ ਨੇ, ਜੁਆਇਨ ਕਰਦੇ ਨੇ। ਮੈਨੂੰ ਲੱਗਦਾ ਉਹ ਪਹਿਲਾ ਸਮਾਂ ਸੀ ਜਦੋਂ ਬਰਿੰਦਰ ਢਿੱਲੋਂ ਜੁਆਇਨ ਕਰਦੇ ਨੇ ਸੋਪੂ ਛੱਡ ਕੇ NSUI ਨੂੰ। ਦੇਖੋ, ਬੰਦਿਆਂ ਨਾਲ ਹੀ ਪਾਰਟੀ ਹੁੰਦੀ ਹੈ ਜੀ। ਬੰਦੇ ਚੰਗੇ ਆ ਪਾਰਟੀ 'ਚ, ਤੁਹਾਡੇ ਕੋਲੇ 100-200 ਮੁੰਡਾ ਜੁੜਿਆ ਹੋਇਆ, 500 ਮੁੰਡਾ ਜੁੜਿਆ ਹੋਇਆ, ਚੰਗੇ ਲੀਡਰ ਨੇ ਤੁਹਾਡੇ ਨਾਲ, ਇਮੋਸ਼ਨਲੀ ਲੋਕ ਅਸੀਂ ਸੋਪੂ 'ਚ ਨਾ ਇਮੋਸ਼ਨਲੀ ਜੁੜੇ ਹੋਏ ਸੀ। ਮੈਂ ਆਪਦੀ ਗੱਲ ਦੱਸਦਾ,
ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਸੀ ਕਿਵੇਂ ਇੰਨੇ ਇਮੋਸ਼ਨਲ ਜੁੜ ਗਏ। ਏਦਾਂ ਹੀ ਪੂਸੂ ਵਾਲੇ ਮੁੰਡੇ ਪੂਸੂ ਨਾਲ ਇਮੋਸ਼ਨਲੀ ਜੁੜੇ ਹੋਏ ਸੀ। ਉਹ ਰੰਗ ਨੂੰ ਵੀ ਪਿਆਰ ਕਰਦੇ ਸੀ। ਅਸੀਂ ਆਪਣੇ ਗ੍ਰੀਨ ਰੰਗ ਦੇਖ ਕੇ ਸਾਨੂੰ ਐਂ ਹੁੰਦਾ ਸੀ ਵੀ ਸਾਡੇ ਰੰਗ ਨੂੰ ਵੀ ਕੋਈ ਮਾੜਾ ਨਾ ਕਹੇ, ਹਨਾ। ਉਹ ਕਹਿੰਦਾ ਮਤਲਬ ਇੱਕ ਜਜ਼ਬਾਤ ਨੇ ਸਾਡੇ, ਅਸੀਂ ਉਦੋਂ ਨਵੇਂ ਸੀਗੇ, ਯੰਗ ਸੀਗੇ, ਇੱਕ ਇਮੋਸ਼ਨ ਸੀਗਾ। ਪਰ ਇਹਨਾਂ ਵਿੱਚ ਤਾਂ ਇਮੋਸ਼ਨ ਨਹੀਂ ਨਾ ਹੋ ਸਕਦਾ ਜੀ। ਇਹ ਤਾਂ ਇੱਕ ਰੇਸ ਹੈਗੀ ਅੱਗੇ ਵਧਣ ਦੀ। ਤੁਸੀਂ ਸੈਕਟਰੀ ਬਣਨਾ ਜੀ, ਫਿਰ ਤੁਸੀਂ ਜ਼ਿਲ੍ਹਾ ਪ੍ਰਧਾਨ ਬਣਨਾ ਜੀ, ਫਿਰ ਤੁਸੀਂ ਫਲਾਨਾ ਬਣਨਾ ਜੀ, ਫਿਰ ਸਟੇਟ ਦਾ ਸਪੋਕਸਮੈਨ ਬਣਨਾ। ਇਹ ਤਾਂ ਇੱਕ ਰੇਸ ਚ ਨੇ। ਉਹ ਰੇਸ ਦੇ ਵਿੱਚ ਕੀ ਹੈ, ਕੋਈ ਲੀਡਰ ਆਊਗਾ, ਉਹਦੇ ਪਿੱਛੇ ਪਿੱਛੇ ਜਾਈ ਜਾਓ, ਕਰੀ ਜਾਓ। ਪਰ ਤੁਸੀਂ ਆਪਣਾ ਮਾਈਂਡ ਨੂੰ ਬਰੋਡ ਨਹੀਂ ਕਰ ਰਹੇ ਹੋ, ਤੁਸੀਂ ਗਰੋ ਨਹੀਂ ਕਰ ਰਹੇ ਹੋ। ਤੁਸੀਂ ਇੱਕ ਰੈਟ ਰੇਸ ਦੇ ਵਿੱਚ ਪੈ ਗਏ ਹੋ, ਪਤਾ ਨਹੀਂ ਕਦੋਂ ਕੀ ਕਰੋਗੇ ਕੀ ਨਹੀਂ ਕਰੋਗੇ। ਐਜ਼ ਏ ਹਿਊਮਨ ਨਹੀਂ ਗਰੋ ਕਰ ਰਹੇ ਹੋ। ਐਜ਼ ਏ ਸੋਸ਼ਲੀ ਤੁਸੀਂ ਕਿਸੇ ਸਮਾਜ ਦੇ ਵਿੱਚ ਤੁਹਾਡੀ ਕੋਈ ਦੇਣ ਨਹੀਂ ਹੈ। ਸਿਰਫ ਉਦੋਂ ਦੇਣ ਜ਼ਰੂਰ ਹੈ ਜਦੋਂ 20 ਦਿਨ 15 ਦਿਨ ਇਲੈਕਸ਼ਨ ਆਉਣੀ ਆ, ਉਦੋਂ ਹਰੇਕ ਨੇ ਜਾ ਕੇ ਐਂ ਕਹਿਣਾ ਲੋਕਾਂ ਦੇ ਘਰੇ ਸਮਾਨ ਦਿੰਦੇ ਕਰਨਾ, ਇਹ ਕਰਨਾ। ਪਰ ਓਵਰਆਲ ਕੋਈ ਬੰਦਾ ਮਿਲ ਜਾਏ ਤਾਂ ਕਿਸੇ ਦੀ ਕੋਈ ਹੈਲਪ ਨਹੀਂ ਕਰਨੀ ਹੈ, ਹਨਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਨਰਸਰੀ ਹੈ ਨਾ ਜੀ, ਨਰਸਰੀ ਬਹੁਤ ਵੱਡੀ ਗੱਲ ਹੁੰਦੀ ਹੈ। ਕਿਤੋਂ ਇੱਕ ਪੇੜ ਦਾ ਜਦੋਂ ਉਹਦਾ ਰੂਟ ਬਣਨਾ, ਜਾਂ ਉਹਦੇ ਜਿਹੜੇ ਟਾਹਣੀਆਂ ਨੇ ਨਾ, ਤੁਸੀਂ ਕਹਿੰਦੇ ਪੇੜ ਦੇਖੋਗੇ ਨਾ, ਨਰਸਰੀ 'ਚ ਕੀ ਹੁੰਦਾ ਨਾ, ਜਦੋਂ ਪੇੜ ਦੀਆਂ 4-5 ਟਾਹਣੀਆਂ ਨਿਕਲਦੀਆਂ ਐਡੇ ਕੁ ਪੇੜ ਦੀਆਂ, ਉੱਥੇ ਹੀ ਉਹਦੀ ਕਟਾਈ ਛਟਾਈ ਹੋ ਜਾਂਦੀ ਹੈ ਵੀ ਜੇ ਆਹ ਟੇਢੀ ਆ ਗਈ ਨਾ, ਇਹ ਖਰਾਬ ਕਰੂਗੀ, ਇਹਨੇ ਪੇੜ ਸਹੀ ਨਹੀਂ ਬਣਨਾ, ਪੌਦਾ ਸਹੀ ਨਹੀਂ ਬਣਨਾ, ਹਨਾ। ਵੀ ਵਧੀਆ ਟਰੀ ਸ਼ੇਪ 'ਚ ਨਹੀਂ ਜਾਊਗਾ ਏਦਾਂ, ਹਨਾ। ਤਾਂ ਉਹ ਜਿਹੜੀ ਨਰਸਰੀ ਇਹ ਯੂਨੀਵਰਸਿਟੀ ਆ, ਇੱਥੇ ਉਹਦੀ ਛਟਾਈ ਨਹੀਂ ਹੋ ਰਹੀ, ਏਦਾਂ ਹੀ ਚੱਲੀ ਜਾ ਰਿਹਾ। ਕੋਈ ਕਿਵੇਂ ਗਰੋ ਕਰੀ ਜਾ ਰਿਹਾ, ਕੋਈ ਟਾਹਣੀਆਂ ਕਿਵੇਂ ਨਿਕਲੀ ਜਾਂਦੀਆਂ ਨੇ। ਮੈਨੂੰ ਯੂਨੀਵਰਸਿਟੀ ਦੀ ਜੋ ਸਿਸਟਮ ਹੈ, ਜੋ ਪੋਲਿਟਿਕਸ ਹੈ ਨਾ, ਮੈਨੂੰ ਐ ਨਹੀਂ ਲੱਗਦੀ ਵੀ ਇਹ 'ਚ ਕੋਈ ਆਊਟਪੁੱਟ ਜ਼ੀਰੋ ਹੋਣੀ ਹੈ ਜੀ। ਇਹ ਇੱਥੇ ਏਦਾਂ ਹੀ ਰਹਿਣੀ ਹੈ। ਇਹਨੂੰ ਇੰਪਰੂਵ ਏਦਾਂ ਹੀ ਕਰਨਾ ਤਾਂ ਰਹਿਣੀ ਤੁਸੀਂ ਹੈ। ਆਮ ਲੋਕਾਂ ਨੂੰ ਕਰਨਾ। ਹੂੰ। ਜਿੰਨਾ ਚਿਰ ਸਟੂਡੈਂਟ ਰਾਈਟ। ਪਾਰਟੀਆਂ ਦੁਬਾਰਾ ਰਿਵਾਈਵ ਨਹੀਂ ਆਉਣਗੀਆਂ, ਯੰਗ ਮੁੰਡੇ ਨਹੀਂ ਆਉਣਗੇ ਜੋ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜੇ ਹੋਏ, ਤੇ ਉਹ ਆਉਣਗੇ ਨਾ ਜਿੰਨਾ ਚਿਰ ਜੀ। ਤੁਸੀਂ ਦੇਖੋ ਦੁਬਾਰੇ ਪਾਰਟੀਆਂ ਇਹ ਖੜੀਆਂ ਹੋਣਗੀਆਂ। ਮੈਂ ਅੱਜ ਨਹੀਂ ਕਹਿੰਦਾ, 2 ਸਾਲ ਨੂੰ ਦੇਖ ਲਓ, 3 ਸਾਲ ਨੂੰ ਦੇਖ ਲਓ, ਇਹ ਏਦਾਂ ਹੀ ਚੱਲਦਾ। ਜਿਹੜਾ ਪੈਂਡੂਲਮ ਹੈ ਨਾ, ਏਦਾਂ ਲੈਫਟ ਜਾਂਦਾ ਫਿਰ ਰਾਈਟ ਜਾਂਦਾ। ਹੁਣ ਇਹ ਆਹ ਪਾਰਟੀ ਕਿੰਨੀ ਝੁਕਿਆ ਹੋਇਆਗਾ, ਫਿਰ ਇਹਨੇ ਵਾਪਸ ਆਉਣਾ ਸਟੂਡੈਂਟ ਪੋਲਿਟਿਕਸ। ਇਹ ਏਦਾਂ ਹੀ ਚੱਲੀ ਜਾਣਾ ਤਾਂ ਉਮਰ ਚੱਲਦੇ ਵਰਿੰਦਰ ਜੀ ਰਹਿਣਾ। ਵੈਰੀ ਆਪਟੀਮਿਸਟਿਕ, ਬਹੁਤ ਤੁਸੀਂ ਪੋਜ਼ਿਟਿਵ ਗੱਲ ਕਹੀ ਹੈ ਇਹ, ਕਿ ਇਹ ਪੈਂਡੂਲਮ ਹੈ ਵਾਪਿਸ ਆਏਗਾ। ਸਟੂਡੈਂਟਸ ਜਿਹੜੇ ਆ ਉਹਨਾਂ ਦੇ ਕੋਲ ਪਾਵਰ ਆਏਗੀ। ਉਹ ਇੰਨੇ ਕੁ ਹਾਂਜੀ ਪਾਵਰਫੁਲ ਹੋਣਗੇ ਕਿ ਉਹ ਡਿਸਾਈਡਿੰਗ ਫੈਕਟਰ ਹੋਣਗੇ ਫਿਊਚਰ ਦਾ। ਆਕਾਸ਼, ਆਪਣੇ ਕੋਲ ਇੱਕ ਹੋਰ ਟ੍ਰੈਂਡ ਆ ਜਿਹੜਾ ਉਹ ਆਪਾਂ ਦੇਖਿਆ ਹੈ। ਵਰਿੰਦਰ ਜੀ, ਇਹ ਦੋਨਾਂ ਲਈ ਸਵਾਲ ਹੈ। ਵੈਸੇ ਮੈਂ ਇੱਥੇ ਹੁਣ ਆਕਾਸ਼ ਤੋਂ ਸ਼ੁਰੂ ਕਰਾਂਗੀ ਕਿ ਆਪਣੇ ਜਿਹੜੇ ਸਾਬਕਾ ਗੈਂਗਸਟਰ ਨੇ, ਜਿਹੜੇ ਨਿਕਲ ਆਉਂਦੇ ਨੇ, ਵਧੀਆ ਗੱਲ ਹੈ, ਇਹੋ ਜਿਹੇ ਕ੍ਰਾਈਮਾਂ ਦੇ ਵਿੱਚੋਂ ਇਸ ਦੁਨੀਆ ਚੋਂ ਨਿਕਲ ਕੇ ਵਾਪਿਸ ਆ ਗਏ। ਅੱਛਾ, ਸਵਾਲ ਇਹ ਵੀ ਬਣਦਾ ਕਿ ਕੀ ਆਪਾਂ ਲੋਕ ਉਹਨਾਂ ਨੂੰ ਐਕਸੈਪਟ ਕਰਦੇ ਹਾਂ। ਦੂਸਰਾ ਸਵਾਲ ਇਹ ਵੀ ਬਣਦਾ ਕਿ ਹੁਣ ਜਦੋਂ ਸਾਬਕਾ ਗੈਂਗਸਟਰ ਆ ਕੇ ਪੋਲਿਟਿਕਸ ਦੇ ਵਿੱਚ ਸ਼ਾਮਿਲ ਹੁੰਦੇ ਆ, ਕੀ ਆਪਾਂ ਐਜ਼ ਏ ਵੋਟਰ ਉਹਨਾਂ ਨੂੰ ਐਕਸੈਪਟ ਕਰਦੇ ਹਾਂ। ਔਰ ਤੀਸਰਾ ਸਵਾਲ ਇਹ ਵੀ ਬਣਦਾ ਹੈ, ਜਿਵੇਂ ਜੋ ਲੱਖਾ ਸਿਧਾਣਾ ਨੇ ਵੀ ਬਹੁਤ ਓਪਨਲੀ ਨਾਮ ਲੈ ਕੁਝ ਪੋਲੀਟੀਕਲ ਪਾਰਟੀਆਂ ਦੇ, ਇਹਨਾਂ ਗੈਂਗਸਟਰਸ ਦੇ ਪਿੱਛੇ ਪੋਲੀਟੀਕਲ ਪਾਰਟੀਆਂ ਦੀ ਸਪੋਰਟ। ਮੁਖਤਾਰ ਅੰਸਾਰੀ ਦੀ ਐਗਜ਼ਾਮਪਲ ਤੋਂ ਆਕਾਸ਼ ਤੁਸੀਂ ਸਟਾਰਟ ਕਰ ਸਕਦੇ ਆ, ਜਿਵੇਂ ਉਹਨੂੰ VIP ਟ੍ਰੀਟਮੈਂਟ ਮਿਲਦਾ ਰਿਹਾ ਪੰਜਾਬ 'ਚ, ਔਰ ਵਿਧਾਨ ਸਭਾ 'ਚ ਇੱਕ ਬਹੁਤ ਵੱਡਾ ਮੁੱਦਾ ਵੀ ਬਣਿਆ ਲੇਟਲੀ ਇਹ। ਨਹੀਂ, ਬਿਲਕੁਲ। ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਕੋਈ ਜਿਹੜਾ ਗੈਂਗਸਟਰ ਰਿਹਾ, ਜਦੋਂ ਉਹਨੂੰ ਮੋੜਾ ਪੈ ਜਾਂਦਾ, ਜਦੋਂ ਵਾਪਸ ਆ ਜਾਂਦਾ, ਉਹ ਮੇਨ ਸਟ੍ਰੀਮ ਪੋਲਿਟਿਕਸ 'ਚ ਆ ਜਾਂਦਾ, ਤੇ ਕਿਤੇ ਨਾ ਕਿਤੇ ਚਲੋ ਆਪਾਂ ਉਸ ਚੀਜ਼ ਨੂੰ ਕਹਿ ਦਿੰਦੇ ਆ ਕਿ ਉਹਨੇ ਆਪਣਾ ਗੈਂਗਸਟਰ ਵਾਲਾ ਰਾਹ ਛੱਡ ਕੇ ਵਾਪਸ ਆ ਗਿਆ। ਪਰ ਸ਼ਾਇਦ ਆਪਾਂ ਇਹ ਗੱਲ ਵੀ ਕਹਿਣੀ ਗਲਤ ਨਹੀਂ ਹੋਊਗੀ ਵੀ ਪੋਲਿਟਿਕਸ ਦੇ ਵਿੱਚ ਆ ਕੇ ਉਹੀ ਨਾ, ਕਿ ਇੱਕ ਉਹਦਾ ਡਰ ਹੁੰਦਾ, ਡਾਂਗ ਦਾ ਜ਼ੋਰ ਆ, ਕਿ ਉਹ ਚੀਜ਼ਾਂ ਨੂੰ ਇਨਫਲੂਐਂਸ ਕਰ ਸਕਦਾ ਆਪਣੇ ਹਿਸਾਬ ਨਾਲ। ਤੇ ਬਾਕੀ ਜੇ ਆਪਾਂ ਲਹਿਦਾ ਗੱਲ ਕਰੀਏ ਕਿ ਸੁਸਾਇਟੀ ਉਹਨਾਂ ਨੂੰ ਐਕਸੈਪਟ ਕਰਦੀ ਹੈ ਜਾਂ ਨਹੀਂ, ਸ਼ਾਇਦ ਆਪਾਂ ਕਿਤੇ ਨਾ ਕਿਤੇ ਨਹੀਂ ਵੀ ਕਰਦੇ। ਪਰ ਜਦੋਂ ਕੋਈ ਗੈਂਗਸਟਰ ਵਾਪਸ ਆ ਕੇ ਇੱਕ ਮੇਨ ਸਟ੍ਰੀਮ ਪੋਲਿਟਿਕਸ ਦਾ ਹਿੱਸਾ ਬਣ ਜਾਂਦਾ ਜਾਂ ਕਿਸੇ ਇਹੋ ਜਿਹੀ ਆਰਗੇਨਾਈਜੇਸ਼ਨ ਦਾ ਹਿੱਸਾ ਬਣ ਜਾਂਦਾ, ਤਾਂ ਲੋਕ ਉਹਨੂੰ ਐਕਸੈਪਟ ਕਰਨ ਲੱਗ ਪੈਂਦੇ ਆ। ਉਹਦਾ ਪਾਸਟ ਕੀ ਹੈ, ਉਹਨੂੰ ਬਿਲਕੁਲ ਉਹਨਾਂ ਚੀਜ਼ਾਂ ਨੂੰ ਉਛਾਲਿਆ ਜਾਂਦਾ। ਉਹਦੇ ਬਾਰੇ ਜਿਹੜੀਆਂ ਰਾਈਵਲ ਪੋਲੀਟੀਕਲ ਪਾਰਟੀਆਂ ਨੇ ਉਹ ਗੱਲਾਂ ਕਰਦੀਆਂ ਉਹਨਾਂ ਚੀਜ਼ਾਂ ਬਾਰੇ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸੁਸਾਇਟੀ ਉਹਨਾਂ ਨੂੰ ਐਕਸੈਪਟ ਕਰ ਲੈਂਦੀ ਹੈ ਸੁਸਾਇਟੀ ਕਿਸੇ ਨਾ ਮੌਕਾ ਕਿਸੇ ਦਿੰਦੀ ਫਾਰਮ। ਉਹਨਾਂ ਨੂੰ ਕਿ ਤੁਸੀਂ ਨਿਕਲ ਕੇ ਆਓ ਇਹਦੇ ਚੋਂ ਬਾਹਰ ਔਰ ਮੇਨ ਸਟ੍ਰੀਮ ਦਾ ਹਿੱਸਾ ਬਣੋ। ਵਰਿੰਦਰ, ਕੀ ਕਹੋਗੇ ਤੁਸੀਂ? ਨਹੀਂ ਦੇਖੋ, ਇਹ ਜੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਇਹਦੇ ਵਿੱਚ ਉਹ ਨੀਅਤ ਹੈ ਜੀ। ਦੇਖੋ, ਇੱਕ ਬੰਦਾ ਗਲਤ ਰਾਹ ਚੱਲ ਗਿਆ ਜੀ, ਗਲਤ ਰਾਹ ਚੱਲ ਕੇ ਉਹਨੂੰ ਪਤਾ ਲੱਗਿਆ ਯਾਰ ਵੀ ਨਹੀਂ ਯਾਰ, ਵੀ ਮੈਂ ਤਾਂ ਮਿਸਯੂਜ਼ ਹੋ ਰਿਹਾ ਮੇਰਾ, ਹਨਾ। ਵੀ ਮੈਨੂੰ ਤਾਂ ਯੂਜ਼ ਕੀਤਾ ਜਾ ਰਿਹਾ, ਮੈਂ ਤਾਂ ਵੀ ਮੇਥੋਂ ਮਾੜੇ ਕੰਮ ਮੇਥੋਂ ਕਰਾਏ ਜਾ ਰਹੇ ਨੇ, ਤੇ ਆਪ ਇਹ ਗਰੋ ਕਰ ਰਹੇ ਨੇ, ਹਨਾ। ਵੀ ਬੂਥ ਕੈਪਚਰਿੰਗ, ਮੈਂ ਆਪਣੇ ਉਸ ਟਾਈਮ ਹੁੰਦਾ ਸੀ, ਬੂਥ ਕੈਪਚਰਿੰਗ ਹੁੰਦੀ ਸੀ ਜੀ। ਉਹ ਜਦੋਂ ਕੋਈ ਜਿਹੜੇ ਥੋੜੇ ਸੰਵੇਦਨਸ਼ੀਲ ਬੂਥ ਹੁੰਦੇ ਸੀ, ਉੱਥੇ ਜੇ ਕੋਈ ਨਾ ਪੁਲਿਸ ਸਿਕਿਉਰਿਟੀ ਵਾਲੀ ਹੁੰਦੀ ਤਾਂ ਉੱਥੇ ਜਾ ਕੇ ਉਹਨੂੰ ਕੈਪਚਰ ਕਰ ਲਓ, ਤੇ ਜਿਹੜੀਆਂ 500-700 ਹਜ਼ਾਰ ਵੋਟ ਪੈਣੀ ਹੈ ਤਾਂ ਉਹ ਧੱਕੇ ਨਾਲ ਆਪਣੇ ਕਿੰਨੀ ਪਾ ਲੈਂਦੇ। ਤੇ ਉਹ ਜਿਹੜੀ 5-7 ਹਜ਼ਾਰ ਵੋਟ ਹੁੰਦੀ ਸੀ, ਉਹੀ ਤੁਹਾਡਾ ਮਾਰਜਨ ਹੁੰਦਾ ਜਿੱਤਣ ਹਾਰਨ ਦਾ। ਉਦੋਂ ਇਹ ਚੀਜ਼ਾਂ ਨੂੰ ਵਰਤਿਆ ਜਾਂਦਾ ਸੀ ਜੰਗ ਮੁੰਡਿਆਂ ਨੂੰ। ਪਰ ਜਦੋਂ ਬਾਅਦ ਚ ਉਹਨਾਂ ਤੇ ਪਰਚੇ ਪੁਰਚੇ ਪੈਂਦੇ, ਫਿਰ ਉਹਨਾਂ ਨੂੰ ਕੋਈ ਬਾਹ ਨਹੀਂ ਫੜਦਾ ਸੀ। ਇਹੀ ਰੌਲਾ ਜੋ ਵੀ ਬੰਦੇ ਨਾਲ ਹੁੰਦਾ, ਇਹ ਸਾਰੇ ਨਾਲ ਹੀ ਆਇਆ ਹੁੰਦਾ। ਕਿਸੇ ਦਾ ਨਾਮ ਵੱਧ ਹੋ ਜਾਂਦਾ, ਕਿਸੇ ਦਾ ਨਾਮ ਘੱਟ ਆ ਜਾਂਦਾ। ਵਾਪਸ ਆਉਂਦੇ ਨੇ, ਚੰਗੀ ਗੱਲ ਹੈ, ਤੁਹਾਨੂੰ ਆਉਣਾ ਚਾਹੀਦਾ, ਲੋਕਾਂ ਨੂੰ ਅਸੈਪਟ ਵੀ ਕਰਨਾ ਚਾਹੀਦਾ। ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਬਾਕੀ ਉਹ ਬੰਦੇ ਦੀ ਹੁਣ ਨੀਅਤ ਸਾਫ਼ ਹੈ ਕਿ ਕੋਈ ਉਹਦੇ ਪਿੱਛੇ ਕੋਈ ਲੁਕਿਆ ਛਿਪਿਆ ਕੋਈ ਸੱਚ ਹੋਰ ਤਾਂ ਨਹੀਂ ਹੈ।
ਸਿਰਫ ਦਿਖਾਵਾ ਤਾਂ ਨਹੀਂ ਕਿਤੇ ਕਰ ਰਿਹਾ ਸਮਾਜ ਦਾ ਉਹ ਹੋਣ ਦਾ, ਜਿਵੇਂ ਇੱਕ ਡਿਫਰੈਂਟ ਪਾਰਟ ਬਣ ਕੇ ਬੰਦਾ ਆ ਜਾਂਦਾ ਹਨਾ। ਸੋ ਇਹਦੇ ਵਿੱਚ ਕੀ ਹੁਣ ਲੱਕੀ ਸਿਧਾਣੇ ਦੀ ਐਗਜ਼ਾਮਪਲ ਹੈ, ਜੇ ਐਤਕੀ ਆ ਬਦਲਾਵ ਦੀ ਹਨੇਰੀ ਨਾ ਚੱਲੀ ਹੁੰਦੀ ਨਾ, ਐਤਕੀ ਲੱਕਾ ਸਿਧਾਣਾ ਜਿੱਤ ਜਾਣਾ ਸੀ। ਸੋ ਕੁਦਰਤ ਨੇ ਉਹਨੂੰ ਰੋਕਤਾ ਜਿੱਤਣ ਤੋਂ, ਕਿਉਂਕਿ ਐਤਕੀ ਤਾਂ ਸਾਰੇ ਵੱਡੇ ਵੱਡੇ ਹਾਰ ਗਏ। ਸਿੱਧੂ ਮੂਸੇਵਾਲਾ ਵੀ ਜਿੱਤਦਾ ਸਾਡੇ ਮਾਨਸਾ ਤੋਂ, ਚੰਗਾ ਸੀ, ਲੋਕ ਉਹਨੂੰ ਬਹੁਤ ਸਪੋਰਟ ਕਰਦੇ ਸੀ, ਲੋਕ ਔਰ ਉਹਨੂੰ ਲੋਕ ਬਹੁਤ ਪਿਆਰ ਕਰਦੇ ਸੀ, ਇਹ ਨਹੀਂ ਸੀਗਾ। ਪਰ ਉਹ ਜਿਹੜੀ ਇੱਕ ਬਦਲਾਵ ਦਾ ਇਹ ਸੀ ਨਾ ਵੀ ਐਤਕੀ ਤਾਂ ਬਸ ਇਹੀ ਜਿਤਾਉਣੇ ਆ, ਵੀ ਐਤਕੀ ਪਤਾ ਨਹੀਂ ਕੀ ਕਰਨਗੇ ਨਾ ਇਹ, ਵੀ ਲੋਕਾਂ ਨੂੰ ਐਡੇ ਵੱਡੇ ਸੁਪਨੇ ਦਿਖਾਤੇ ਵੀ ਸਾਨੂੰ ਇੱਕ ਵਾਰੀ ਜਿਤਾ ਦਿਓ। ਉਹ ਚੱਕਰ 'ਚ ਹੀ ਮਤਲਬ ਜਿਹੜੇ ਚੰਗੇ ਚੰਗੇ ਬੰਦੇ ਜਿਨ੍ਹਾਂ ਦੀ ਸਮਾਜ ਨੂੰ ਲੋੜ ਸੀਗੀ ਉਹ ਰਹਿ ਗਏ ਨੇ। ਬਸ ਇਹ ਕੁਦਰਤ ਦਾ ਨਿਯਮ ਹੈ, ਜਦੋਂ ਕੁਦਰਤ ਨੂੰ ਰੋਕਣਾ ਹੁੰਦਾ ਰੋਕ ਦਿੰਦੀ ਆ। ਪਰ ਲੋਕਾਂ ਨੂੰ ਚਾਹੀਦਾ ਹੈਗਾ ਵੀ ਅਸੈਪਟ ਕਰਨਾ ਚਾਹੀਦਾ ਹੈਗਾ, ਜੇ ਉਹ ਚੰਗਾ ਕੰਮ ਕਰਦੇ ਆ ਐਪਰੀਸ਼ੀਏਟ ਕਰੋ। ਜੇ ਕੋਈ ਪੋਲੀਟੀਕਲ ਬੰਦਾ ਪੋਲੀਟੀਕਲ ਹੋ ਕੇ ਵੀ ਮਾੜੇ ਕੰਮ ਕਰਦਾ ਤਾਂ ਉਹਦੀ ਵੀ ਤਾਂ ਨਿੰਦਾ ਹੋਣੀ ਚਾਹੀਦੀ ਆ ਨਾ। ਜੇ ਕੋਈ ਮਾੜੇ ਕੰਮ ਚੋਂ ਚੰਗੇ ਪਾਸੇ ਆ ਰਿਹਾ ਐਕਸੈਪਟ ਕਰੋ, ਜੇ ਕੋਈ ਚੰਗੇ ਪਾਸਿਓਂ ਮਾੜਾ ਬਣ ਰਿਹਾ ਹੈਗਾ ਤਾਂ ਉਹਦੀ ਉੱਥੇ ਹੀ ਨਿੰਦਾ ਕਰਕੇ ਉੱਥੇ ਉਹਨੂੰ ਲਗਾਮ ਲਾਓ ਭਾਈ ਵੀ ਆਹ ਤੇਰੀ ਗੱਲ ਗਲਤ ਹੈ। ਆਪਾਂ ਬਹੁਤ ਡਿਲੇ ਕਰ ਦਿੰਦੇ ਆ, ਜਿਹਦੇ ਕਰਕੇ ਸਿਸਟਮ ਥੋੜਾ ਖਰਾਬ ਹੋ ਰਿਹਾ। ਇਸੇ ਤੁਹਾਡੇ ਸਵਾਲ ਚੋਂ ਮੇਰਾ ਆਖਰੀ ਸਵਾਲ ਹੈ ਤੁਹਾਡੇ ਦੋਨਾਂ ਲਈ, ਕਿ ਆਪਾਂ ਅਕਸਰ ਸੁਣਦੇ ਰਹਿੰਦੇ ਆ ਕਿ ਪੋਲੀਟੀਕਲ ਪਾਰਟੀਆਂ ਦੇ ਗੈਂਗਸਟਰਾਂ ਨਾਲ ਲਿੰਕ ਨੇ, ਅਕਾਲੀ ਦਲ ਤੇ ਇਲਜ਼ਾਮ ਲੱਗਦੇ ਰਹੇ ਨੇ, ਕਾਂਗਰਸ ਤੇ ਲੱਗਦੇ ਰਹੇ ਨੇ ਕਿ ਇਹਨਾਂ ਨੇ ਪਾਲੇ ਨੇ। ਕੀ ਹੁਣ ਜਿਹੜੀ ਨਵੀਂ ਪਾਰਟੀ ਆਈ ਹੈ ਆਮ ਆਦਮੀ ਪਾਰਟੀ, ਕੀ ਇਹ ਵਾਲੀ ਸਰਕਾਰ ਕੋਈ ਏਦਾਂ ਦਾ, ਕਿਉਂਕਿ ਇਹਨਾਂ ਦੇ ਤਾਂ ਹਜੇ ਤੱਕ ਕੋਈ ਏਦਾਂ ਦੇ ਇਲਜ਼ਾਮ ਸਾਹਮਣੇ ਨਹੀਂ ਆਏ, ਕੀ ਇਹ ਕੋਈ ਏਦਾਂ ਦਾ ਕਮਿਸ਼ਨ ਬਣਾ ਸਕਦੀ ਹੈ, ਟਰੁਥ ਕਮਿਸ਼ਨ, ਜਿਹਦੇ ਤੋਂ ਆਪਣੀ ਨੌਜਵਾਨੀ ਦੇ ਸਾਹਮਣੇ ਇਹ ਚੀਜ਼ ਨਿਕਲ ਕੇ ਆ ਸਕੇ ਕਿ ਹਾਂ ਕਿਹੜੀਆਂ ਪਾਰਟੀਆਂ ਦੇ ਕਿਸੇ ਜੱਜ ਦੇ ਅਧੀਨ ਇਹ ਕਮਿਸ਼ਨ ਬਣਾਇਆ ਜਾ ਸਕਦਾ ਹੈ, ਕਿਸੇ ਮੌਜੂਦਾ ਜਾਂ ਰਿਟਾਇਰਡ ਜੱਜ ਜਾਂ ਹੋਰ ਜਿਹੜੇ ਇੰਟੈਲੈਕਚੁਅਲ ਲੋਕ ਨੇ, ਕਿ ਪਤਾ ਲੱਗ ਸਕੇ ਕਿ ਕਿਵੇਂ ਪੁਰਾਣੀਆਂ ਪਾਰਟੀਆਂ ਨੇ ਨੌਜਵਾਨੀ ਨੂੰ, ਉਹ ਨੌਜਵਾਨੀ ਦੇ ਉਸ ਜੋਸ਼ ਨੂੰ, ਉਹ ਅਣਜਾਣ ਜਿਹੜੀ ਨਿਆਣੀ ਮੱਤ ਸੀ ਉਹਨੂੰ ਵਰਤਿਆ। ਵਰਿੰਦਰ ਦੇਖੋ ਇਹ ਤਾਂ ਆਬਵੀਅਸਲੀ ਹੁੰਦਾ ਜੀ, ਤੁਸੀਂ ਕਿਤੇ ਵੀ ਚਲੇ ਜਾਓ, ਤੁਸੀਂ ਕਿਸੇ ਵੀ ਲੈਵਲ ਤੇ ਹੋ, ਐਜੂਕੇਸ਼ਨ ਤੇ ਹੋ, ਸਕੂਲ 'ਚ ਹੋ, ਕਾਲਜ 'ਚ ਹੋ, ਇਹ ਚੱਲਦਾ ਹੀ ਹੁੰਦਾ। ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਦੂਸਰੇ ਤੋਂ ਕੰਮ ਕਰਾਈ ਜਾਣਗੇ, ਮੇਰੇ ਬੈਠਾ ਯਾਰ ਪਾਣੀ ਦਾ ਗਲਾਸ ਲੈ ਕੇ ਆਈ, ਯਾਰ ਆਹ ਕੰਮ ਕਰਕੇ ਆਈ, ਬਾਜ਼ਾਰ ਤੋਂ ਆਹ ਚੀਜ਼ ਫੜ ਲਿਆ ਹਨਾ। ਜਿਹੜੇ ਚਲਾਕ ਲੋਕ ਹੁੰਦੇ ਨੇ ਇਹ ਕੰਮ ਕਰਾਉਣਾ ਇਹਨਾਂ ਨੂੰ ਆਉਂਦਾ ਹੁੰਦਾ। ਪਰ ਇਹਦੇ ਵਿੱਚ ਜ਼ਿਆਦਾ ਪ੍ਰੋਬਲਮ ਇਹ ਹੈ ਵੀ ਉਹ ਕਿਸ ਹੱਦ ਤੱਕ ਉਹਨਾਂ ਦਾ ਨੁਕਸਾਨ ਕਰਦੇ ਨੇ, ਇਹ ਬਹੁਤ ਵੱਡੀ ਗੱਲ ਹੈ। ਕੋਈ ਕਿਸੇ ਤੋਂ ਉਹ ਕੰਮ ਕਰਾ ਲੈਣਾ ਕੋਈ ਬਹੁਤੀ ਵੱਡੀ ਪ੍ਰੋਬਲਮ ਨਹੀਂ ਹੈਗੀ। ਸ਼ਹਿ ਦੇਣਾ ਇੱਕ ਟਾਈਮ ਤੇ ਉਹ ਤੋਂ ਮਾੜੇ ਕੰਮ ਕਰਾਉਣਾ, ਉਦੋਂ ਉਹਨੂੰ ਪੁਲਿਸ ਤੋਂ ਬਚਾਉਣਾ, ਕੁੱਟ ਤੋਂ ਬਚਾਉਣਾ, ਉਹਦੀ ਹੈਲਪ ਕਰਨੀ, ਉਹਨੂੰ ਸਪੋਰਟ ਕਰਨਾ, ਉਸ ਤੋਂ ਬਾਅਦ ਉਹ ਬੰਦੇ ਨੂੰ ਛੱਡ ਦੇਣਾ, ਫਿਰ ਉਹ ਕ੍ਰਾਈਮ 'ਚ ਚਲੇ ਜਾਣਾ, ਤੇ ਉਹ ਕਿੰਨਾ ਨੁਕਸਾਨ ਕਰਦਾ। ਇਹਦੀ ਹੋਣੀ ਚਾਹੀਦੀ ਇਨਵੈਸਟੀਗੇਸ਼ਨ, ਕਰ ਵੀ ਸਕਦੇ ਆ, ਬੰਦਾ ਕਰਨ ਤੇ ਆਵੇ ਜੀ ਕੀ ਨਹੀਂ ਕਰ ਸਕਦਾ। ਪਰ ਇਹ ਜਿਹੜੀ ਇਹ ਸਰਕਾਰ ਹੈ ਨਾ, ਇਹ ਸਿਰਫ ਬਦਲਾਖੋਰੀ ਦਾ ਕੰਮ ਕਰ ਰਹੀ ਹੈ। ਜਿੱਥੇ ਇਹਨਾਂ ਨੂੰ ਲੱਗਦਾ ਵੀ ਇੱਥੇ ਆਪਣਾ ਕੋਈ ਨੁਕਸਾਨ ਨਹੀਂ ਹੋ ਰਿਹਾ, ਉਹ ਚੀਜ਼ ਤਾਂ ਕਰ ਦੋ। ਜਿੱਥੇ ਆਪਣਾ ਨੁਕਸਾਨ ਹੁੰਦਾ ਉਹ ਆਪਾਂ ਦੇਖਾਂਗੇ, ਬਾਅਦ 'ਚ ਦੇਖਾਂਗੇ, ਨਹੀਂ ਕਰਾਂਗੇ ਹਨਾ। RTI ਦਾ ਦੇਖੋ ਹੁਣ ਵੀ ਲੋਕਾਂ ਦੇ ਤਾਂ ਜਦੋਂ ਤੁਸੀਂ ਦੇਖਣਾ ਵੀ ਹੈਲੀਕਾਪਟਰ ਕਿੱਥੇ ਕਿੱਥੇ ਜਾਂਦਾ, ਵੀ ਉਹ ਤਾਂ ਚੈੱਕ ਕਰਨਾ ਤੁਸੀਂ ਵੀ ਹੈਲੀਕਾਪਟਰ ਕਿੱਥੇ ਜਾਂਦੇ ਨੇ, ਤੇ ਆਪਦੀ ਵਾਰੀ ਹੈ ਕਿ ਅਸੀਂ RTI 'ਚ ਇਹਦਾ ਜਵਾਬ ਨਹੀਂ ਦੇ ਸਕਦੇ ਵੀ ਇਹ ਕੀ ਗੱਲ ਹੋਈ ਤਾਂ ਹਨਾ। ਦੱਸੋ ਵੀ ਤੁਸੀਂ, ਤੁਹਾਡਾ ਲੋਕਾਂ ਦੇ ਪੈਸੇ ਨਾਲ ਜਹਾਜ਼ ਆਇਆ, ਲੋਕਾਂ ਦੇ ਪੈਸੇ ਨਾਲ ਸਭ ਕੁਝ ਐਡ, ਲੋਕਾਂ ਦੇ ਪੈਸੇ ਤੋਂ ਤੁਸੀਂ ਵਰਤ ਰਹੇ ਹੋ, ਕਿੱਥੇ ਵਰਤ ਰਹੇ ਹੋ ਤੇ ਕਿਉਂ ਵਰਤ ਰਹੇ ਹੋ, ਉਹਦੀ ਆਪਾਂ ਨੂੰ ਕੀ ਆਊਟਪੁੱਟ ਹੈ, ਸਮਝ ਰਹੇ ਹੋ। ਸੋ ਇਹ ਗੱਲ ਨੀਤੀ ਤੇ ਆ ਗਈ ਜੀ। ਹੋਣ ਨੂੰ ਹਰ ਟਾਈਮ ਤੇ ਹਰ ਥਾਂ ਤੇ ਕੁਝ ਵੀ ਹੋ ਸਕਦਾ, ਕਿਤੇ ਵੀ ਕੁਝ ਵੀ ਹੋ ਸਕਦਾ। ਬਸ ਉਹਦੀ ਐਗਜ਼ੀਕਿਊਸ਼ਨ ਕੀ ਹੈ, ਉਹਦੇ ਵਿੱਚ ਤੁਹਾਡੀ ਪਿਓਰਿਟੀ, ਤੁਹਾਡੀ ਨੀਤ ਕਿੰਨੀ ਕੁ ਪਿਓਰ ਹੈ ਸਮਾਜ ਦੇ ਲਈ, ਜਾਂ ਤੁਸੀਂ ਸਿਰਫ ਦਿਖਾਵੇ ਲਈ ਇੱਕ ਪੋਲਿਟਿਕਸ ਕਰਦੇ ਹੋ ਵੀ ਤੁਸੀਂ ਆਪਦਾ ਸਰਵਾਈਵ ਕਰਦੇ ਰਹੀਏ, ਅਸੀਂ ਅਗਲੀਆਂ ਇਲੈਕਸ਼ਨਾਂ ਜਿੱਤ ਲਈਏ, ਅਸੀਂ ਫਲਾਨੀ ਥਾਂ ਦੀ ਸਰਕਾਰ ਬਣਾ ਲਈਏ। ਅਸਲ 'ਚ ਆਪਣੀ ਪੋਲਿਟਿਕਸ ਨਹੀਂ ਆਪਾਂ ਨੂੰ ਲੈ ਕੇ ਬਹਿ ਗਏ, ਆਪਣੇ ਲੀਡਰ ਗਰੋ ਹੀ ਨਹੀਂ ਕਰਦੇ। ਬਾਕੀ ਮੁਲਕ ਕਿੰਨਾ ਗਰੋ ਕਰੀ ਜਾਂਦੇ ਆ ਜੀ, ਉਹ ਇਹ ਦੇਖਦੇ ਆ ਵੀ ਆਪਾਂ ਐਜੂਕੇਸ਼ਨ ਕਿਵੇਂ ਇੰਪਰੂਵ ਕਰੀਏ, ਹੈਲਥ ਕਿਵੇਂ ਕਰੀਏ। ਆਪਣੇ ਵਾਲੇ ਇਹ ਦੇਖਦੇ ਆ ਵੀ 2024 'ਚ ਆਹ ਇਲੈਕਸ਼ਨ ਆਉਣੀ ਆ, ਆਪਾਂ ਕਿਹੜਾ ਬੰਦਾ ਇਲੈਕਸ਼ਨ ਲੜਾਉਣਾ, 2028 'ਚ ਆਹ ਇਲੈਕਸ਼ਨ ਆਉਣੀ ਆ, ਆਪਾਂ ਕਿਹੜਾ ਹਟਾਉਣਾ, ਕਿਹਨੂੰ ਜੋੜਨਾ। ਉਹ ਸਾਰੀ ਉਮਰ ਆਹੀ ਕਰਦੇ ਰਹਿ ਜਾਂਦੇ ਨੇ, ਬਾਕੀ ਕੰਟਰੀ ਗਰੋ ਕਰ ਰਹੇ ਆ, ਆਪਾਂ ਉੱਥੇ ਦੀ ਉੱਥੇ ਫਸੇ ਪਏ ਆ। ਇਹ ਇੰਨੀ ਕੁ ਗੱਲ ਹੈ। ਬਿਲਕੁਲ ਸਹੀ ਹੈ। ਗੈਂਗਸਟਰਵਾਦ ਦੇ ਮੁੱਦੇ ਨੂੰ ਵੀ ਇਸੇ ਤਰ੍ਹਾਂ ਹੀ ਸਾਰੀਆਂ ਪਾਰਟੀਆਂ ਨੇ ਵਰਤਿਆ, ਇੱਕ ਦੂਜੇ ਤੇ ਬਲੇਮ ਗੇਮ ਕਰਕੇ। ਪਰ ਹੁਣ ਵਕਤ ਹੈ ਕਿ ਆਕਾਸ਼ ਕੀ ਸਾਡੇ ਸਾਹਮਣੇ ਸੱਚਾਈ ਰੱਖੀ ਜਾਵੇ, ਇੱਕ ਕਮਿਸ਼ਨ ਬਿਠਾ ਦਿੱਤਾ ਜਾਵੇ ਜਿਸ 'ਚ ਪਤਾ ਲੱਗ ਜਾਏ ਕਿ ਕਿਵੇਂ ਸਾਡੀ ਨੌਜਵਾਨੀ ਦੇ ਜੋਸ਼ ਨੂੰ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਵਰਤਿਆ। ਦੇਖੋ ਜਿਵੇਂ ਜੇ ਕੋਈ ਕਮਿਸ਼ਨ ਦੀ ਜਾਂ ਕਿਸੇ ਪੈਨਲ ਦੀ ਆਪਾਂ ਗੱਲ ਕਰੀਏ ਤਾਂ ਉਹ ਗੱਲ ਫਿਰ ਅਲਟੀਮੇਟਲੀ ਇਹੀ ਆ ਜਾਂਦੀ ਹੈ ਕਿ ਜਦੋਂ ਹੁਣ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਦਾ ਅੱਜ ਦਾ ਰਵੱਈਆ ਤੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਦਾ ਜਿਹੜਾ ਰਵੱਈਆ ਸੀਗਾ, ਜਿਵੇਂ ਬਾਈ ਜੀ ਨੇ ਕਿਹਾ ਵੀ ਤੁਸੀਂ ਪਹਿਲਾਂ ਤਾਂ ਜਹਾਜ਼ਾਂ ਦੇ ਹਿਸਾਬ ਚੈੱਕ ਕਰਨੇ ਆ, ਹੈਲੀਕਾਪਟਰਾਂ ਦੇ, ਪਰ ਆਪਦੇ ਵਾਰੀ ਤੁਹਾਨੂੰ ਯਾਦ ਨਹੀਂ ਰਹਿੰਦਾ। ਤੇ ਇਹ ਕਿਤੇ ਨਾ ਕਿਤੇ ਬਿਲਕੁਲ ਉਹ ਨੀਅਤ ਵਾਲੀ ਗੱਲ ਹੈਗੀ ਹੈ ਵੀ ਉਹ ਇਹਨਾਂ ਚੀਜ਼ਾਂ ਨੂੰ, ਓਬਵੀਅਸਲੀ ਗੱਲ ਹੈ ਜੇ ਸਰਕਾਰ ਆ, ਸਰਕਾਰ ਦੇ ਹੱਥ ਦਾ ਸਾਰਾ ਕੁਝ ਹੁੰਦਾ, ਉਹਨਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਨਫਲੂਐਂਸ ਕਰ ਸਕਦੇ ਆ, ਲੋਕਾਂ ਸਾਹਮਣੇ ਸੱਚਾਈ ਰੱਖ ਸਕਦੇ ਆ। ਪਰ ਕਿਤੇ ਨਾ ਕਿਤੇ ਗੱਲ ਇਹ ਵੀ ਹੈ ਵੀ ਹੁਣ ਆਪਾਂ ਇੱਕ CM ਫੇਸ ਦੇਖਦੇ ਹਾਂ, ਪਰ ਉਹ CM ਤੋਂ ਇਲਾਵਾ ਉਸ ਪਾਰਟੀ ਨੂੰ ਚਲਾਉਣ ਵਾਲੇ, ਉਸ ਪਾਰਟੀ ਨੂੰ ਬਣਾਉਣ ਵਾਲੇ ਬਹੁਤ ਲੋਕ ਨੇ ਜਿਨ੍ਹਾਂ ਬਾਰੇ ਸ਼ਾਇਦ ਆਪਾਂ ਨੂੰ ਨਹੀਂ ਪਤਾ ਵੀ ਉਹ ਕਿੰਨੇ ਸਹੀ ਹੋਣਗੇ, ਕਿੰਨੇ ਗਲਤ ਹੋਣਗੇ। ਬਾਕੀ ਜਿਹੜਾ ਇੱਕ ਕ੍ਰੈਡਲ ਆਫ ਪੋਲਿਟਿਕਸ ਆ, ਜਿਵੇਂ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਹੁਣ ਮੈਂ ਪੰਜਾਬ ਯੂਨੀਵਰਸਿਟੀ ਦਾ ਪਾਰਟ ਹੁੰਦੇ ਹੋਏ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਉੱਥੇ
ਲੋਕਾਂ ਦੇ ਹੁਣ ਐਂਬੀਸ਼ਨ ਇਹ ਨੇ ਜਿਹੜੇ ਅੱਜ ਉੱਥੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਹੈਗੇ ਨੇ, ਉਹਨਾਂ ਦੇ ਐਂਬੀਸ਼ਨ ਇਹ ਨੇ ਵੀ ਅਸੀਂ ਕੱਲ ਨੂੰ ਐਮਐਲਏ ਬਣਨਾ, ਅਸੀਂ ਇਹ ਕਰਨਾ, ਅਸੀਂ ਮੇਨ ਸਟ੍ਰੀਮ ਪੋਲਿਟਿਕਸ 'ਚ ਜਾਣਾ। ਉਹ ਸ਼ਾਇਦ ਉਹ ਚਲੇ ਵੀ ਜਾਣ, ਸ਼ਾਇਦ ਉਹ ਹੋ ਵੀ ਜਾਵੇ, ਪਰ ਉਹ ਹੋਰ ਚੰਗੀ ਤਰ੍ਹਾਂ ਤਾਂ ਹੋ ਸਕਦਾ ਜੇ ਪਹਿਲਾਂ ਯੂਨੀਵਰਸਿਟੀ ਦਾ ਸੁਧਾਰ ਕਰਦੇ। ਮੁੱਦੇ ਹੁਣ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਨਹੀਂ ਚੱਲਦੇ, ਮੁੱਦੇ ਚੱਲਦੇ ਆ ਬਾਹਰ ਦੇ। ਉਹਨਾਂ ਨੂੰ ਯੂਨੀਵਰਸਿਟੀ ਦੀ ਘੱਟ ਚਿੰਤਾ ਹੁੰਦੀ ਹੈ, ਤੇ ਜਿਹੜੇ ਉਹਨਾਂ ਹੁਣ ਜਿਵੇਂ ਪਾਰਟੀ ਹੋ ਗਈ, ਐਨਐਸਯੂਆਈ ਹੋ ਗਈ ਜਾਂ ਸੋਈ ਹੋ ਗਈ, ਇਹ ਡਾਇਰੈਕਟਲੀ ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਵੱਲੋਂ ਰਨ ਕੀਤੀਆਂ ਜਾਂਦੀਆਂ। ਬਾਕੀ ਹੁਣ ਕੱਲ ਮੈਂ ਇੱਕ ਕਿਸੇ ਨਾਲ ਗੱਲ ਕਰਦਾ ਪਿਆ ਸੀ, ਤੇ ਉਹਨਾਂ ਦਾ ਕਹਿਣਾ ਬੜਾ ਸਹੀ ਸੀਗਾ ਕਿ ਜਿਹੜੀਆਂ ਪਾਰਟੀਆਂ ਸਿਰਫ ਤੇ ਸਿਰਫ ਯੂਨੀਵਰਸਿਟੀ ਦੇ ਵਿੱਚ ਸੀਮਿਤ ਨੇ, ਜਿਨ੍ਹਾਂ ਦੇ ਬਾਹਰ ਕੋਈ ਪੋਲੀਟੀਕਲ ਪਾਰਟੀਆਂ ਨਾਲ ਲਿੰਕ ਨਹੀਂ ਹੈਗੇ, ਉਹਨਾਂ ਨੇ ਫਿਰ ਵੀ ਕਿਤੇ ਨਾ ਕਿਤੇ ਬਚਾ ਲੈਂਦੀਆਂ। ਨਹੀਂ ਤਾਂ ਮੇਨ ਸਟ੍ਰੀਮ ਪਾਰਟੀਆਂ ਨੇ ਇਲੈਕਸ਼ਨਾਂ ਮਹਿੰਗੀਆਂ ਕੀਤੀਆਂ ਹੋਈਆਂ ਯੂਨੀਵਰਸਿਟੀ ਦੀਆਂ, ਕਿ ਜੋ ਇੱਕ ਟ੍ਰੈਂਡ ਚੱਲਦਾ ਆ ਰਿਹਾ ਹਨਾ। ਤੇ ਉੱਥੇ ਹੁਣ ਅੱਜ ਦਿੱਕਤ ਆਹੀ ਹੈ ਕਿ ਯੂਨੀਵਰਸਿਟੀ ਦੇ ਵਿੱਚੋਂ ਕਿਸੇ ਨੂੰ ਇਹ ਨਹੀਂਗਾ ਕਿ ਮੈਂ ਯੂਨੀਵਰਸਿਟੀ ਦਾ ਸੁਧਾਰ ਕਰਾਂ, ਮੈਂ ਇੱਥੇ ਆਪਣੀ ਆਵਾਜ਼ ਬੁਲੰਦ ਕਰਕੇ ਮੁੰਡਿਆਂ ਨੂੰ ਕੁੜੀਆਂ ਨੂੰ ਨਾਲ ਇਕੱਠੇ ਕਰਕੇ ਆਪਾਂ ਇੱਥੇ ਕੁਝ ਕੀਤਾ ਜਾਵੇ। ਉਹਨਾਂ ਨੂੰ ਇਹ ਹੈ ਕਿ ਅਸੀਂ ਇੱਥੇ ਆਪਣਾ ਚਿਹਰਾ ਏਦਾਂ ਲੈ ਕੇ ਆਈਏ ਬਾਹਰ ਨੂੰ ਕਿ ਸਾਨੂੰ ਜਿਹੜੇ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਨੇ, ਸਾਡੀਆਂ ਜਿਹੜੀਆਂ ਪੇਰੈਂਟ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੀ ਨਜ਼ਰ 'ਚ ਅਸੀਂ ਆਈਏ ਤੇ ਕਿਤੇ ਨਾ ਕਿਤੇ ਸਾਨੂੰ ਇੱਥੋਂ ਚੁੱਕ ਕੇ ਲੈ ਜਾਣ ਤੇ ਅਸੀਂ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਆ ਜਾਈਏ। ਸਿੱਧੇ ਪਰ ਉਹ ਵਿਧਾਨ ਇਹ ਸਭਾ ਭੁੱਲ ਚ ਜਾਂਦੇ, ਹਾਂ, ਪਰ ਉਹ ਇਹ ਭੁੱਲ ਜਾਂਦੇ ਆ ਕਿ ਜਿਹੜੀ ਤੁਸੀਂ ਇੱਕ ਸਟੈਪ ਵੀ ਮਿਸ ਕਰ ਰਹੇ ਹੋ। ਜੇ ਉਹ ਉਹਨਾਂ ਲੋਕਾਂ ਨੂੰ ਦੇਖਦੇ ਨੇ, ਜਿਵੇਂ ਬਰਿੰਦਰ ਢਿੱਲੋਂ ਨੂੰ ਦੇਖਦੇ ਨੇ, ਦਲਵੀਰ ਗੋਲਡੀ ਖੰਗੂੜਾ ਨੂੰ ਦੇਖਦੇ ਨੇ, ਤਾਂ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਸੀ, ਉਸ ਤੋਂ ਬਾਅਦ ਉਹ ਉਸ ਮੁਕਾਮ ਤੇ ਪਹੁੰਚੇ ਨੇ। ਪਰ ਅੱਜ ਸਾਰਿਆਂ ਨੂੰ ਇਹ ਹੈ ਕਿ ਅਸੀਂ ਇੱਥੇ ਆ ਤੇ ਇੱਥੋਂ ਅਸੀਂ ਬਸ ਆਪਣੇ ਯੂਨੀਵਰਸਿਟੀ ਤੋਂ ਨੋਟਿਸ ਹੋ ਕੇ ਅਸੀਂ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਜਾਈਏ। ਵਰਿੰਦਰ, ਕੁਝ ਆਖਰੀ ਕਹਿਣਾ ਚਾਹੋਗੇ ਤੁਸੀਂ, ਇਹਦੇ ਚ ਐਡ ਕਰਨਾ ਚਾਹੋਗੇ ਕਿ ਕੀ ਆਪਣਾ ਯੂਥ ਹੁਣ ਪਹਿਲਾਂ ਨਾਲੋਂ ਸਮਝਦਾਰ ਹੋ ਗਿਆ, ਸੈਂਸਿਟਾਈਜ਼ ਹੋ ਚੁੱਕਾ ਹੈ ਵੀ ਹਾਂ ਇਹੋ ਜਿਹੇ ਕੰਮਾਂ 'ਚ ਨਹੀਂ ਪੈਣਾ, ਇਹਦੇ 'ਚ ਫਾਇਦਾ ਨਹੀਂ ਹੈਗਾ? ਬਹੁਤ ਹੋ ਗਿਆ ਜੀ। ਹੁਣ ਮੈਂ ਤਾਂ ਇਹ ਦੇਖਦਾ ਵੀ ਜਿਹੜਾ ਹੁਣ ਦਾ ਯੂਥ ਹੈ ਨਾ ਜੀ, ਜਿਵੇਂ ਆਪਾਂ ਕਹਿ ਲਓ ਜਿਹੜੇ 90s 'ਚ ਬੋਰਨ ਹੈ ਜਾਂ 90s ਦੇ ਲੇਟ 90s 'ਚ ਬੋਰਨ ਨੇ ਨਾ, ਬਹੁਤ ਇੰਟੈਲੀਜੈਂਟ ਨੇ, ਆਪਦੇ ਕੈਰੀਅਰ ਓਰੀਐਂਟਡ ਹੈਗੇ ਆ ਜੀ। ਉਹ ਇੱਥੇ ਵੀ ਕੰਮ ਕਰਨ ਨੂੰ ਤਿਆਰ ਨੇ। ਜਿਵੇਂ ਆਪਣੇ ਸਾਡੇ ਵੇਲੇ ਲੋਕਾਂ ਨੂੰ ਹੁੰਦਾ ਸੀਗਾ ਵੀ ਇੱਥੇ ਤਾਂ ਮੈਂ ਕੰਮ ਨਹੀਂ ਕਰਨਾ, ਬਾਹਰਲੇ ਮੁਲਕ ਜਾ ਕੇ ਮੈਨੂੰ ਭਾਵੇਂ ਜੋ ਮਰਜ਼ੀ ਕੰਮ ਕਰਾ ਲਿਓ ਹਨਾ। ਹੁਣ ਉਹ ਮੁੰਡੇ ਇੱਥੇ ਵੀ ਮੇਰੇ ਨਾਲ ਗੱਲ ਕਰਦੇ ਆ, ਮਿਲਦੇ ਆ ਵੀ ਬਾਈ ਦੱਸੋ ਮੈਂ ਆਹ ਕੰਮ ਕਰ ਲਾ, ਮੈਨੂੰ ਇੰਨੇ ਕੁ ਪੈਸੇ ਬਣਦੇ ਆ। ਪਾਰਟ ਟਾਈਮ ਜੌਬਸ ਕਰਦੇ ਆ, ਰੈਸਟੋਰੈਂਟ 'ਚ ਕੰਮ ਕਰਦੇ ਆ, ਕੈਬ ਚਲਾਉਂਦੇ ਆ, ਟੈਕਸੀ ਚਲਾਉਂਦੇ ਆ ਹਨਾ। ਮੈਂ ਉਹ ਦੇਖਿਆ ਹੁਣ ਉਹ ਅਸਲੀ ਟਰੈਕ ਤੇ ਆ ਗਏ ਨੇ। ਹੁਣ ਸਿਰਫ ਆਪਾਂ ਨੂੰ ਲੋੜ ਇਹ ਹੈ ਵੀ ਆਪਾਂ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹਾਂ, ਆਪਾਂ ਉਹਨਾਂ ਨੂੰ ਈਜ਼ੀਲੀ ਸੈਟਲ ਹੋਣ ਕਿਵੇਂ ਦੇ ਸਕਦੇ, ਤਾਂ ਕਿ ਉਹ ਇੰਡੀਆ ਦੇ ਵਿੱਚ ਹੀ ਰਹਿਣ। ਚੰਗੇ ਬ੍ਰੇਨ ਮੁੰਡੇ, ਜਿਹੜੇ ਪੜ੍ਹੇ ਲਿਖੇ ਮੁੰਡੇ ਨੇ, ਉਹ ਜਾ ਕੇ ਅਮਰੀਕਾ, USA, ਆਸਟ੍ਰੇਲੀਆ ਦੀ ਵੀ ਸਰਵਿਸਿਜ਼ ਨਾ ਦੇਣ। ਉਹਨਾਂ ਦੇ ਜੋ ਵੀ ਇੰਸਟੀਚਿਊਟਸ ਨੇ ਉਹਨਾਂ ਨੂੰ ਗਰੋ ਨਾ ਕਰਨ। ਉਹ ਆਪਣੇ ਇੱਥੇ ਇੰਸਟੀਚਿਊਟਸ ਬਣਾਈਏ ਕੁਛ ਕੁ, ਆਪਾਂ ਉਹਨਾਂ ਨੂੰ ਗਰੋ ਕਰਨ। ਇੱਥੇ ਨਵੀਆਂ ਕੋਈ ਟੈਕਨੋਲੋਜੀ ਦੇ ਰਿਲੇਟਡ ਚੀਜ਼ਾਂ ਬਣਨ, ਕੋਈ ਹੋਰ ਕੁਝ ਵੀ ਇਨੋਵੇਸ਼ਨਸ ਕਰਨੀਆਂ ਨੇ, ਜਾਂ ਪਬਲਿਕ ਦੇ ਵਿੱਚ ਉਹਨਾਂ ਨੇ ਸਰਵਿਸਿਜ਼ ਦੇਣੀਆਂ ਨੇ ਆਪਣੇ ਕਿਸੇ ਵੀ ਲੈਵਲ ਤੇ। ਬਹੁਤ ਇੰਟੈਲੀਜੈਂਟ ਮੁੰਡੇ ਨੇ, ਬਹੁਤ ਵਧੀਆ ਨੇ, ਸਾਡੇ ਵਾਲੇ ਸਮੇਂ ਵਾਲੇ ਉਵੇਂ ਨਹੀਂ ਹੈਗੇ ਨੇ। ਬਸ ਲੋੜ ਸਿਰਫ ਇਹ ਹੈ ਵੀ ਆਪਾਂ ਉਹਨਾਂ ਨੂੰ ਹੁਣ ਉਹ ਮਾੜੇ ਪਾਸੇ ਤੋਂ ਬਚਾ ਕੇ ਕਿਵੇਂ ਰੱਖਣਾ ਹੈਗਾ। ਜਾਂਦਾ ਤਾਂ ਸੁਭਾਵਿਕ ਹੈ ਜੀ, ਇੱਕ ਮੁੰਡਾ ਹੈਗਾ, ਯੰਗ ਹੈਗਾ, ਉਹਨੂੰ ਤਰ੍ਹਾਂ ਦੇ ਲੋਕ ਮਿਲਦੇ ਆ, ਉਹਨੂੰ 20 ਤਰ੍ਹਾਂ ਦੇ ਲੋਕ ਮਿਲਣਗੇ ਤੇ ਉਹਨੂੰ ਸਭ ਗਲੋਰੀਫਾਈ ਲੱਗਦੇ ਆ, ਹਰ ਚੀਜ਼ ਚੰਗੀ ਲੱਗਦੀ ਆ। ਉਮਰ ਹੀ ਇਦਾਂ ਦੀ ਹੁੰਦੀ ਆ, ਸਭ ਪਾਸੇ ਐਨ ਹਰਾ ਹਰਾ ਨਜ਼ਰ ਆਉਂਦਾ ਹੁੰਦਾ, ਕਿਉਂਕਿ ਉਮਰ 20 ਸਾਲ ਦੀ ਆ, 18 ਸਾਲ ਦੀ ਆ, 22 ਸਾਲ ਦੀ ਆ। ਜਦੋਂ ਮੇਰੇ ਵਾਂਗੂ ਚਿੱਟੇ ਆ ਜਾਣਗੇ ਤੁਹਾਨੂੰ ਸਭ ਪਤਾ ਲੱਗ ਜਾਣਾ, ਦੇਖੀ ਜਾਏ ਤੁਸੀਂ ਆਪ ਹੀ ਗੱਲਾਂ ਕਰਿਆ ਕਰੋਗੇ ਵੀ ਹਾਂ ਹੁਣ ਮੈਨੂੰ ਸਾਰਾ ਪਤਾ ਹੈ। ਪਰ ਉਮਰ ਲੰਘੀ ਤੋਂ ਬਾਅਦ ਕੀ ਫਾਇਦਾ ਨਾ ਜੀ। ਉਹੀ ਮੁੰਡਾ 20 ਸਾਲ ਦੇ ਵਿੱਚ ਸਿੱਖ ਲੈ ਜੋ ਮੈਂ 30 ਸਾਲ 'ਚ 35 ਸਾਲ 'ਚ ਸਿੱਖਿਆ, ਤਾਂ ਕਿੰਨਾ ਫਰਕ ਹੈ ਉਸ ਚੀਜ਼ ਦਾ, ਉਵੇਂ ਮਾਈਂਡ ਸੈਟ ਬਣ ਜੇ। ਆਪਦੇ ਪਰਿਵਾਰ ਦਾ ਸੋਚੋ, ਆਪਣੇ ਆਪ ਨੂੰ ਗਰੋ ਕਰੋ ਹਨਾ। ਪੜ੍ਹਾਈ ਤੁਹਾਨੂੰ ਗਰੋ ਕਰਦੀ ਆ। ਇੱਥੇ ਆ ਕੇ ਤੁਸੀਂ ਪੜ੍ਹਦੇ ਤਾਂ ਹੈ ਨਹੀਂਗੇ ਤੇ ਇਕੱਲਾ ਤੁਸੀਂ ਵੀ ਫਲਾਨੀ ਪਾਰਟੀ, ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ, ਮਤਲਬ ਲਿਖ ਕੇ ਲੈ ਲਓ। ਕਿਸੇ ਨੂੰ ਕੁਝ ਨਹੀਂ ਦਿੰਦੀਆਂ। ਕੋਈ 100 ਮੰਗ ਰਹੇ, ਕਿੱਧਰ ਨੂੰ ਐਮਐਲਏ ਇਲੈਕਸ਼ਨ ਲੜਾ ਦੇਣਗੇ। ਉਹ 99 ਕੀ ਕਰਨਗੇ, 99 ਕਿੱਥੇ ਜਾਣਗੇ? ਉਹ ਕਿਵੇਂ ਸਰਵਾਈਵ ਕਰਨਗੇ? ਫਿਰ ਉਹ ਕਰਪਸ਼ਨ ਹੀ ਕਰਨਗੇ ਨਾ। ਇੱਧਰੋਂ ਪੈਸੇ ਲੈ ਕੇ ਉਹਦਾ ਕੰਮ ਕਰਾਤਾ ਜੀ, ਫਿਰ ਸਾਡੇ ਸੰਗਠਨ ਕਮਜ਼ੋਰ ਹੋ ਰਹੇ ਨੇ। ਸੰਗਠਨ ਕਮਜ਼ੋਰ ਹੀ ਹੋਣਗੇ ਜਦੋਂ ਕੋਈ ਤੁਹਾਡਾ ਸਿਸਟਮ ਤਾਂ ਹੈ ਨਹੀਂ। ਕੋਈ ਵਧੀਆ ਇਹਨਾਂ ਤੋਂ ਪੈਸੇ ਲਵਾ ਦਿਓ। ਐਨਐਸਵਾਈ ਦੀ ਇਲੈਕਸ਼ਨ ਲੜਨੀ ਆ, ਤੁਹਾਨੂੰ ਘੱਟੋ ਘੱਟ 20 25 30 ਲੱਖ ਰੁਪਇਆ ਫਾਰਮ ਭਰਨ ਦਾ ਲੱਗ ਜਾਂਦਾ। ਕਿਸੇ ਹੋਰ ਨੇ ਹੋਰ ਕੰਮ ਕਰਾਉਣਾ ਜੀ, ਭਰੋ ਜੀ ਗੱਡੀਆਂ, ਦਿੱਲੀ ਜਾਣਾ ਜੀ, 2 ਗੱਡੀਆਂ ਲੈ ਕੇ ਜਾਣੀਆਂ ਪੈਣ 10 ਲੱਖ ਤੋਂ ਪੈਂਦੀਆਂ ਨੇ। ਤੇ ਉਹ ਫਿਰ ਸਰਕਾਰ ਹੈ ਨਹੀਂ, ਕੰਮ ਹੈ ਨਹੀਂ, ਕੀ ਕਰੂਗਾ ਉਹ? ਫਿਰ ਕਰਪਸ਼ਨ ਹੀ ਕਰੂਗਾ, ਮੁੰਡਿਆਂ ਨੂੰ ਵਰਤੂਗਾ, ਹੋਰ ਕਰੂਗਾ। ਇਸ ਸਿਸਟਮ ਨੂੰ ਸੁਧਾਰਨ ਦੀ ਲੋੜ ਤਾਂ ਬਹੁਤ ਜ਼ਿਆਦਾ ਹੈ ਜੀ। ਇਹ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਇਹ ਥੋੜਾ ਜਿਹਾ ਖਾਸ ਕਰ ਯੰਗ ਮੁੰਡਿਆਂ ਨੂੰ ਇੰਨਾ ਪਰੇਸ਼ਾਨ ਨਾ ਕਰਨ। ਪੜ੍ਹੇ ਲਿਖੇ ਮੁੰਡਿਆਂ ਨੂੰ ਪੜ੍ਹ ਲੈਣ ਦਿਓ, ਲਿਖ ਲੈਣ ਦਿਓ, ਕੁਛ ਸਪੋਰਟਸ ਦੇ ਵਿੱਚ ਚੱਲ ਜਾਣ ਦਿਓ। ਦੇਖੋ ਸਪੋਰਟਸ ਦੇਖੋ ਤੁਸੀਂ, ਕਿੰਨੇ ਮੁੰਡੇ ਜੋ ਕ੍ਰਿਮੀਨਲ ਸੀਗੇ ਉਹ ਸਪੋਰਟਸ ਦੇ ਵਿੱਚੋਂ ਗਏ ਹੋਏ ਸੀ। ਤੁਸੀਂ ਕਦੇ ਆਪ ਇਹਨਾਂ ਦੀ ਪੜ੍ਹ ਲਿਓ। ਤੇ ਜੌਬਸ ਵਾਸਤੇ ਹੁਣ ਵੀ ਆਪਣੇ ਏਸ਼ੀਅਨ ਗੇਮਸ ਦੇ ਵਿੱਚ ਮੈਡਲਿਸਟ ਮੁੰਡੇ ਆ, ਜਿਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਪ੍ਰੋਮਿਸ ਕਰਿਆ ਸੀ ਵੀ ਤੁਹਾਨੂੰ ਅਸੀਂ ਜੌਬ ਦੇਵਾਂਗੇ, ਇੰਡੀਆ ਲਈ ਮੈਡਲ ਲੈ ਕੇ ਆਏ ਨੇ।
ਇੱਕ ਮੈਡਲ ਲੈ ਕੇ ਆਉਣ ਲਈ ਮੈਂ ਘੱਟੋ ਘੱਟ 10 ਸਾਲ ਦੀ ਮਿਹਨਤ ਲੱਗਦੀ ਹੈ ਜੀ। ਏਦਾਂ ਨਹੀਂ ਮੈਡਲ ਆਉਂਦੇ ਨੈਸ਼ਨਲ ਲੈਵਲ ਤੇ। ਤੁਸੀਂ ਉਹਨੂੰ ਜੌਬਸ ਤਾਂ ਦੇ ਨਹੀਂ ਰਹੇ ਹੋ, ਉਹਨਾਂ ਨੂੰ ਤੁਸੀਂ ਜੌਬਸ ਪ੍ਰੋਵਾਈਡ ਕਿਉਂ ਨਹੀਂ ਕਰਾ ਰਹੇ ਬਈ? ਹਰਿਆਣਾ ਇਸ ਚੀਜ਼ ਨੂੰ ਕਿਉਂ ਅੱਗੇ ਹੈ? ਹਰਿਆਣਾ ਦਿੰਦਾ ਹੈਗਾ, ਹਰਿਆਣਾ ਪੈਸੇ ਵੀ ਦਿੰਦਾ, ਹਰਿਆਣਾ ਤੁਹਾਨੂੰ ਜਗ੍ਹਾ ਵੀ ਲੈ ਕੇ ਦਿੰਦਾ, ਤੁਹਾਨੂੰ ਮਕਾਨ ਬਣਾ ਕੇ ਦਿੰਦਾ, ਤੁਹਾਨੂੰ ਜੌਬ ਦਿੰਦਾ। ਤੁਸੀਂ ਕੀ ਨਹੀਂ ਕਰ ਸਕਦੇ? ਤੁਸੀਂ ਕੁਝ ਕਰਿਆ? ਇਕੱਲੇ ਕਿੱਟਾਂ ਵੰਡਣ ਨਾਲ ਤੇ ਗਰਾਊਂਡ ਬਣਾਉਣ ਨਾਲ ਕੁਝ ਨਹੀਂ ਹੋਣਾ ਜੀ। ਜਿਹਨੇ ਜਾ ਕੇ ਗਰਾਊਂਡ 'ਚ ਮਿਹਨਤ ਕਰਨੀ ਆ, ਉਹਨੂੰ ਇੱਕ ਵਾਰੀ ਤੁਸੀਂ ਸਿਕਿਉਰਿਟੀ ਦਿਓ ਯਾਰ, ਵੀ ਤੂੰ ਮੈਡਲ ਲੈ ਕੇ ਆ ਕਰਾਂਗੇ। ਬਥੇਰੇ ਮੁੰਡੇ ਹੁਣ ਆਪਣੇ ਜੰਗ ਮੁੰਡੇ ਨੇ, ਲੜਨ ਵਾਲਾ ਮੁੰਡਾ ਉਹੀ ਹੁੰਦਾ ਜਿਹੜਾ ਤਕੜਾ ਹੁੰਦਾ ਜੀ, ਦਲੇਰ ਹੁੰਦਾ। ਸਪੋਰਟਸ ਦੇ ਵਿੱਚ ਦਲੇਰ ਬੰਦਿਆਂ ਦੀ ਲੋੜ ਹੀ ਹੁੰਦੀ, ਜ਼ੋਰ ਦੀ ਲੋੜ ਹੁੰਦੀ ਹੈ, ਦਲੇਰੀ ਦੀ ਲੋੜ ਹੁੰਦੀ ਹੈ। ਤੇ ਉਹੀ ਦਲੇਰੀ ਅਗਰ ਤੁਸੀਂ ਉਹ ਗਰਾਊਂਡ 'ਚ ਕੱਢੂਗਾ ਤਾਂ ਆਪਣਾ ਆਰਾਮ ਨਾਲ ਠੰਡਾ ਰਾਤ ਨੂੰ ਸੌਂ ਜਾਊਗਾ। ਜਦੋਂ ਗਰਾਊਂਡ 'ਚ ਨਹੀਂ ਕੱਢੂਗਾ ਤੇ ਬਾਹਰ ਇੱਧਰ ਉੱਧਰ ਵੱਜਦਾ ਫਿਰੂਗਾ, ਮਾਰਕੀਟਾਂ 'ਚ ਲੜਦਾ ਫਿਰੂਗਾ। ਕੁਝ ਨਾ ਕੁਝ ਤਾਂ ਜ਼ੋਰ ਤਾਂ ਕੱਢਣਾ ਹੀ ਹੈ ਨਾ, ਜਦੋਂ ਤੁਹਾਡੇ ਅੰਦਰ ਜ਼ੋਰ ਹੈਗਾ ਗਾ। ਸੋ ਇਹ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ ਵੀ ਥੋੜਾ ਜਿਹਾ ਪਾਰਟੀਬਾਜ਼ੀ ਛੱਡ ਦਿਓ, ਪੋਲੀਟੀਕਲ ਸਿਸਟਮ ਛੱਡ ਦਿਓ ਯਾਰ, ਸਮਾਜ ਬਾਰੇ ਸੋਚ ਲਓ ਥੋੜਾ ਜਿਹਾ, ਮੁੰਡਿਆਂ ਜੰਗ ਬਾਰੇ ਸੋਚ ਲਓ। ਇਹ ਆਪਣੇ ਲਈ ਬਹੁਤ ਜ਼ਰੂਰੀ ਹੈ। ਬਾਕੀ ਸਭ ਕੁਝ ਦੁਬਾਰੇ ਬਣ ਜਾਊਗਾ। ਇਹੀ ਆਪਣਾ ਮਕਸਦ ਹੈ ਇਦਾਂ ਦੀਆਂ ਡਿਬੇਟਸ ਆਰਗੇਨਾਈਜ਼ ਕਰਨ ਦਾ। ਤੁਹਾਡਾ 1 ਘੰਟਾ ਮੈਂ ਲਿਆ ਆ, ਇਹਦਾ ਮਕਸਦ ਇਹ ਹੈ ਕਿ ਜਿਹੜੀ ਸਾਡੀ ਨੌਜਵਾਨੀ ਆ ਉਹ ਇੱਕ ਆਪਣਾ ਅਲੱਗ ਵਿਚਾਰ ਲੈ ਕੇ ਆਵੇ, ਇੱਕ ਅਲੱਗ ਨੈਰੇਟਿਵ, ਅਲੱਗ ਆਪਣੀ ਵਿਚਾਰਧਾਰਾ ਲੈ ਕੇ ਆਵੇ, ਜਿਹਦੇ 'ਚ ਪੁਰਾਣੇ ਸਿਸਟਮ ਦੀਆਂ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਤੁਸੀਂ ਦੋਨਾਂ ਨੇ ਆਪਣਾ ਸਮਾਂ ਕੱਢਿਆ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਔਰ ਜੋ ਵੀ ਸਾਡੀ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ 'ਚ ਹੋਈ ਹੈ, ਇਹਦੇ 'ਚ ਆਪਾਂ ਇਹ ਨਹੀਂ ਕਹਿੰਦੇ ਕਿ ਸਾਡੀ ਆਡੀਅנס ਦੇ ਉੱਤੇ ਅਸੀਂ ਥੋਪ ਰਹੇ ਹਾਂ ਗੱਲ ਨੂੰ। ਤੁਸੀਂ ਆਪਣੀ ਇਹਨਾਂ ਗੱਲਾਂ ਨੂੰ ਸੋਚੋ, ਵਿਚਾਰੋ। ਕੋਈ ਵੀ ਤੁਹਾਡਾ ਫੀਡਬੈਕ ਹੈ ਸਾਡੇ ਨਾਲ ਸ਼ੇਅਰ ਕਰੋ ਕਮੈਂਟਸ ਦੇ ਵਿੱਚ। ਜੋ ਤੁਸੀਂ ਲਿਖੋਗੇ ਤੁਹਾਡਾ ਮੋਸਟ ਵੈਲਕਮ। ਥੈਂਕ ਯੂ ਸੋ ਮਚ। ਥੈਂਕ ਯੂ ਜੀ।